ਵਰਤਣ ਵਾਲੇ ਕੈਨੇਡੀਅਨਸ ਹੋ ਜਾਣ ਸਾਵਧਾਨ। ਇਸ ਵਕਤ ਇੱਕ ਨਵਾਂ ਫਰਮਾਨ ਜਾਰੀ ਹੋ ਰਿਹਾ ਹੈ, ਉਹਦੇ ਬਾਰੇ ਅਸੀਂ ਗੱਲਬਾਤ ਕਰਾਂਗੇ। ਇਸ ਤੋਂ ਇਲਾਵਾ ਕੈਨੇਡਾ ਦੇ ਸਾਬਕਾ ਕੈਬਨਿਟ ਮੰਤਰੀ ਟਿਮ ਉੱਪਲ ਨੇ ਮੁਆਫੀ ਮੰਗੀ ਹੈ। ਕਿਸ ਮੁੱਦੇ ਤੇ ਮੁਆਫੀ ਮੰਗੀ ਹੈ, ਕਿਉਂ ਮੁਆਫੀ ਮੰਗੀ ਹੈ, ਇਹਦੇ ਬਾਰੇ ਗੱਲਬਾਤ ਕਰਾਂਗੇ। ਕੈਲੇਡਨ 'ਚ 2 ਦਿਨ ਹੋਈ ਇੰਸਪੈਕਸ਼ਨ ਦੇ ਵਿੱਚ 35 ਟਰੱਕ ਜਾਂਚ ਵਿੱਚ ਖਰੇ ਨਹੀਂ ਉਤਰੇ। ਸੋ ਟਰੱਕਾਂ ਦੇ ਬਾਰੇ ਵਿੱਚ ਗੱਲਬਾਤ ਕਰਾਂਗੇ, ਕਿਉਂ ਜਾਂਚ ਵਿੱਚ ਖਰੇ ਨਹੀਂ ਉਤਰੇ, ਅਚਨਚੇਤ ਹੋਈ ਜਾਂਚ ਦਾ ਕੀ ਕਾਰਨ ਸੀ। ਇਸ ਤੋਂ ਇਲਾਵਾ ਅਮਰੀਕਾ ਨਿਆਂ ਵਿਭਾਗ ਨੇ ਸਾਬਕਾ ਰਾਸ਼ਟਰਪਤੀ ਟਰੰਪ ਨੂੰ ਦਿੱਤਾ ਝਟਕਾ। ਝਟਕੇ ਤੇ ਝਟਕੇ ਲਗਾਤਾਰ ਮਿਲ ਰਹੇ ਨੇ ਮਿਸਟਰ ਟਰੰਪ ਨੂੰ। ਇਸ ਵਾਰ ਕਿਹੜਾ ਨਵਾਂ ਝਟਕਾ ਦੇਖਣ ਨੂੰ ਮਿਲ ਰਿਹਾ, ਇਹਦੇ ਬਾਰੇ ਗੱਲ ਕਰਾਂਗੇ। ਤੇ ਓਨਟਾਰੀਓ ਸਰਕਾਰ ਰਿਹਾਇਸ਼ੀ ਸਕੂਲ ਦੇ ਦਫਨਾਉਣ ਵਾਲੀਆਂ ਥਾਵਾਂ ਦੀ ਜਾਂਚ ਲਈ ਦੇਵੇਗੀ $10 ਮਿਲੀਅਨ। ਇਸ ਤੋਂ ਇਲਾਵਾ ਵੀ ਹੋਰ ਬਹੁਤ ਸਾਰੀਆਂ ਖਬਰਾਂ ਨੇ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਸਭ ਤੋਂ ਪਹਿਲਾਂ ਜੋੜ ਲੈਣੇ ਚ ਮੇਰੇ ਸਹਿਯੋਗੀ ਮਰਗਿੰਦ ਨਾਚੀ ਨੂੰ ਸਵਾਗਤ ਹੈ ਸਰ। ਤੁਹਾਨੂੰ ਸਾਰੇ ਪਰਿਵਾਰ ਨੂੰ ਸਲਾਮ, ਨਮਸਕਾਰ ਤੇ ਸਤਿ ਸ਼੍ਰੀ ਅਕਾਲ ਜੀ। ਅੱਜ 15 ਜੂਨ ਹੈ। ਕੁੱਤਾ ਜਦੋਂ ਲਾਲਚੀ ਸੀ ਤੇ ਕਾਂ ਜਦੋਂ ਇੱਥੇ ਆਇਆ ਸੀ, ਜ਼ਿੰਦਗੀ ਦਾ ਨਜ਼ਾਰਾ ਸੱਜਣਾ ਬਸ ਉਦੋਂ ਹੀ ਆਇਆ ਸੀ। ਮਾਈ ਬੈਸਟ ਫਰੈਂਡ ਵਾਲੇ ਲੱਗਦੇ ਜਦੋਂ ਰੱਟੇ ਸੀ, ਜਦੋਂ ਚਿੜੀ ਵਿਚਾਰੀ ਦਾ ਖੁੱਡ ਵਿੱਚ ਡਿੱਗਿਆ ਦਾਣਾ ਸੀ। ਸੁੰਡ ਤੇ ਹਲਦੀ ਭੈਣਾਂ ਨੇ ਜਦ ਮਿਲ ਕੇ ਨਾਨਕੇ ਜਾਣਾ ਸੀ, ਜਦੋਂ ਧੌਣ ਤੇ ਕਾਲੀ ਗਾਨੀ ਵਾਲੀ ਕੁੱਗੀ ਘੂੰ ਘੂੰ ਕਰਦੀ ਸੀ। ਕੱਛੂ ਦੇ ਜਿੱਤਣ ਲਈ ਜਦ ਖਰਗੋਸ਼ ਨੂੰ ਸਵਾਇਆ ਸੀ, ਜ਼ਿੰਦਗੀ ਦਾ ਨਜ਼ਾਰਾ ਜਿਹੜਾ ਬਸ ਉਦੋਂ ਹੀ ਆਇਆ ਸੀ। ਹੁਣ ਤਾਂ ਬਸ ਜ਼ਿੰਮੇਵਾਰੀਆਂ ਹੀ ਨੇ। ਬਿਲਕੁਲ ਸਰ, ਬਹੁਤ ਖੂਬ ਸਹੀ ਗੱਲ ਕਹੀ ਹੈ। ਜਦੋਂ ਛੋਟੇ ਹੁੰਦੇ ਸੀ ਨਾ, ਉਦੋਂ ਹੁੰਦਾ ਸੀ ਕਿ ਕਦੋਂ ਵੱਡੇ ਹੋਵਾਂਗੇ, ਕੰਮ ਤੇ ਜਾਵਾਂਗੇ, ਕਮਾਵਾਂਗੇ, ਆਪਣੇ ਪੈਸੇ ਅਰਨ ਕਰਾਂਗੇ, ਜਿਵੇਂ ਮਰਜ਼ੀ ਸਪੈਂਡ ਕਰਾਂਗੇ, ਪਾਕਟ ਮਨੀ ਬਾਰ-ਬਾਰ ਮੰਗਣੀ ਨਹੀਂ ਪੈਣੀ। ਹੁਣ ਲੱਗਦਾ ਕਿ ਨਹੀਂ, ਹੋਮਵਰਕ ਵਾਲੀ ਟੈਨਸ਼ਨ ਹੀ ਬਹੁਤ ਸੀਗੀ, ਆਹ ਟੈਨਸ਼ਨਸ ਨਹੀਂ ਲਈਆਂ ਜਾਂਦੀਆਂ। ਜਿਹੜਾ ਸਵਾਦ ਬਾਪ ਦੇ ਪੈਸੇ ਖਰਚਣ ਦਾ ਨਾ, ਉਹ ਆਪਦਿਆਂ ਦਾ ਨਹੀਂ ਹੈ। ਨਹੀਂ ਹੈ, ਖਰਚੇ ਹੀ ਨਹੀਂ ਆਉਂਦੇ ਜੀ। ਯੈਸ, ਦੇਖਿਆ ਇਹ 'ਚ ਕਈ ਗੱਲਾਂ ਆਈਆਂ ਨੇ ਤਰਨ। ਹਾਂਜੀ, ਮਾਈ ਬੈਸਟ ਫਰੈਂਡ ਸਾਰੇ ਜਾਣਦੇ ਆ। ਚਿੜੀ ਵਿਚਾਰੀ ਦਾ ਖੁੱਡ 'ਚ ਡਿੱਗਿਆ ਦੇਣਾ ਸੀ, ਤੁਹਾਨੂੰ ਇਹ ਬਾਤ ਦਾ ਪਤਾ? ਨਹੀਂ ਸਰ। ਸੁੰਡ ਤੇ ਹਲਦੀ ਭੈਣਾ? ਨਹੀਂ, ਮੈਨੂੰ ਇਹ ਵੀ ਨਹੀਂ ਪਤਾ। ਕੱਛੂ ਤੇ ਖਰਗੋਸ਼ ਦਾ ਤੁਹਾਨੂੰ ਹਾਂ, ਇਹ ਪਤਾ। ਚਿੜੀ ਵਿਚਾਰੀ ਦਾ ਫੇਰ ਕਰ ਲਾਂਗੇ। ਅੱਜ ਸੁੰਡ ਤੇ ਹਲਦੀ ਭੈਣਾਂ ਦੀ ਮਾੜੀ ਜੀ ਗੱਲ ਸੱਸ ਨੇ ਕੀ ਬਾਤ ਹੈ। 2 ਭੈਣਾਂ ਸੀਗੀਆਂ, ਇੱਕ ਤਾਂ ਸੁੰਡ ਸੀ ਤੇ ਇੱਕ ਸੀਗੀ ਹਲਦੀ ਜੀ। ਹਲਦੀ ਬਹੁਤ ਚੰਗੀ ਸੀਗੀ। ਹਲਦੀ ਸਾਰੇ ਥਾਂ ਤੇ ਬਹੁਤ ਵਧੀਆ ਕੰਮ ਕਰਦੀ ਸੀਗੀ, ਪਿੰਡ 'ਚ ਬਹੁਤ ਲਾਈਕ ਕਰਦੇ ਸੀਗੇ ਉਹਨੂੰ। ਤੇ ਸੁੰਡ ਨੂੰ ਜਿਹੜੀ ਬਸ ਸੁਭਾਅ ਦਾ ਖਰਾਬ ਸੀਗਾ, ਪਸੰਦ ਨਹੀਂ ਸੀ ਕਰਦੇ। ਤੇ ਉਹ ਜਿਹੜੀ ਹਲਦੀ ਆ ਫਿਰ ਇੱਕ ਵਾਰੀ ਨਾਨਕੇ ਗਈ। ਜਦੋਂ ਨਾਨਕੇ ਗਈ ਤਾਂ ਪਿੰਡ ਨੇ ਮਸਾਂ ਤੋਰਿਆ ਉਹਨੂੰ, ਕਿਉਂਕਿ ਸਾਰੇ ਉਹਨੂੰ ਪਿਆਰ ਕਰਦੇ ਆ। ਉਹ ਜੋ ਰਾਹ ਜਾਂਦੀ ਆ, ਉਹਨੂੰ ਰੂੜੀ ਮਿਲਦੀ ਆ, ਉਹ ਕਹਿੰਦੀ ਮੈਨੂੰ ਸਾਫ਼ ਕਰ ਜਾਓ, ਉਹਨੂੰ ਸਾਫ਼ ਕਰ ਦਿੰਦੀ ਹੈ। ਬਹੁਤ ਛੋਟਾ ਰੱਖਾਂਗਾ। ਉਹਨੂੰ ਬੇਰੀ ਦਾ ਦਰਖਤ ਮਿਲਦਾ, ਉਹ ਕਹਿੰਦਾ ਮੇਰੇ ਕੰਡੇ ਚੁੱਕ ਜਾਓ, ਕੰਡੇ ਵੀ ਚੁੱਕ ਦਿੰਦੀ ਹੈ। ਅੱਗੇ ਉਹਨੂੰ ਸਮੁੰਦਰ ਮਿਲਦਾ, ਸਮੁੰਦਰ ਕਹਿੰਦਾ ਵੀ ਮੇਰੇ ਗੰਦ ਪਿਆ ਹੋਇਆ, ਇਹਨੂੰ ਸਾਫ਼ ਕਰ ਦੇ, ਉਹ ਉਹਨੂੰ ਸਾਫ਼ ਕਰ ਦਿੰਦੀ ਹੈ। ਅਖੀਰ ਉਹ ਨਾਨਕੇ ਚਲੀ ਜਾਂਦੀ। ਜਦੋਂ ਨਾਨਕੇ ਜਾਂਦੀ ਆ, ਉੱਥੋਂ 6 ਮਹੀਨੇ ਰਹਿ ਕੇ ਆਉਂਦੀ ਹੈ। ਜਦੋਂ ਵਾਪਸ ਆਉਂਦੀ ਹੈ, ਫਿਰ ਉਹਦੇ ਨਾਨਕੇ ਵਾਲੇ ਰੋਂਦੇ ਨੇ। ਆਉਂਦੀ ਹੋਈ ਫਿਰ ਉਹ ਜੋ ਸਮੁੰਦਰ ਦੇ ਕੋਲ ਲੰਘੀ ਜਾਂਦੀ ਹੈ ਵੀ ਤੂੰ ਕੀ ਕਰਦੀ ਆ, ਉਹ ਵੀ ਤੂੰ ਜਾਣੀ ਆ ਮੇਰੇ ਕੋਲ ਬੜੇ ਹੀਰੇ ਜਵਾਹਰਾਤ ਹੈ, ਲੈ ਜਾ। ਐਵੇਂ ਰੂੜੀ ਵਾਲੇ ਕੋਲ ਥੱਲੇ ਬਹੁਤ ਕੁਛ ਪਿਆ, ਉਹ ਲੈ ਜਾ। ਬੇਰੀ ਕਹਿੰਦੇ ਮੇਰੇ ਬੇਰ ਪੱਕੇ ਹੋਇਆ, ਇਹ ਲੈ ਜਾ। ਚੁੱਲ੍ਹਾ ਸੀਗਾ, ਉਹ ਕਹਿੰਦਾ ਮੇਰੇ ਕੋਲੇ ਸੋਨੇ ਦੀ ਕੜਾਹੀ ਹੈ, ਵਾਧੂ ਪਈ ਆ, ਤੂੰ ਇਹ ਲੈ ਜਾ। ਉਹ ਸਾਰਾ ਕੁਛ ਲੈ ਕੇ ਪਿੰਡ ਆਉਂਦੀ ਆ। ਤੇ ਜਿਹੜੀ ਦੂਸਰੀ ਆ ਜਲ ਜਾਂਦੀ ਆ, ਉਹ ਕਹਿੰਦੀ ਮੈਂ ਵੀ ਨਾਨਕੇ ਜਾ ਕੇ ਆਉਂਦੀ ਆ। ਤੇ ਉਹ ਜਿਹੜਾ ਉਹਨੂੰ ਕਹਿੰਦਾ ਮੇਰੀ ਹੈਲਪ ਕਰਦੇ, ਉਹਨੂੰ ਪੁੱਠਾ ਸੁਣਾਉਂਦੀ ਹੈ। ਤੇ ਫਿਰ ਉਹ ਮੁੜ ਕੇ ਆਉਂਦੀ ਹੈ ਤਾਂ ਕੋਲ ਕੁਛ ਨਹੀਂ ਹੁੰਦਾ। ਤੇ ਸੋ ਦਿਸ ਇਜ਼ ਸੁੰਡ ਤੇ ਹਲਦੀ ਭੈਣਾਂ ਨਾਨਕੇ ਗਈਆਂ। ਸੋ ਪਹਿਲੀਆਂ ਜਿਹੜੀਆਂ ਬਾਤਾਂ ਹੁੰਦੀਆਂ ਸੀ ਉਹ ਇਸ ਵਾਸਤੇ ਹੁੰਦੀਆਂ ਸੀ, ਉਹ 'ਚ ਕੋਈ ਲੈਸਨ ਹੁੰਦਾ ਸੀਗਾ। ਸੋ ਉਹਦਾ ਮਕਸਦ ਮੇਰੇ ਖਿਆਲ ਇਹੀ ਹੋਏਗਾ ਵੀ ਤੁਹਾਨੂੰ ਚਿੜਚਿੜਾ ਨਹੀਂ ਹੋਣਾ ਚਾਹੀਦਾ, ਹਰ ਇੱਕ ਦਾ ਹੈਲਪਫੁਲ ਹੋਣਾ ਚਾਹੀਦਾ। ਜਿਹੜੀ ਹੈਲਪਫੁਲ ਸੀ ਚੰਗੀ ਸੀ, ਦੂਜੀ ਮਾੜੀ ਸੀ। ਸੋ ਬੱਚਿਆਂ ਵਾਸਤੇ ਇੱਕ ਤਰ੍ਹਾਂ ਦਾ ਲੈਸਨ ਹੁੰਦਾ ਸੀ ਕਿ ਇਹ ਵੈਸੇ ਕਹਾਣੀ ਲੰਬੀ ਹੈ, ਮੈਂ ਕੋਸ਼ਿਸ਼ ਕੀਤਾ ਵੀ ਤੁਹਾਡਾ ਸਮਾਂ ਥੋੜ੍ਹਾ ਨਹੀਂ ਬਿਲਕੁਲ ਬਹੁਤ ਵਧੀਆ। ਅੱਗੇ ਹੁੰਦਾ ਸੀ ਨਿਊਜ਼ਪੇਪਰਸ ਦੇ ਵਿੱਚ ਵੀ ਬੁਝਾਰਤਾਂ ਆਉਂਦੀਆਂ ਸੀ। ਸਪੈਸ਼ਲੀ ਇੱਕ ਕਾਲਮ ਹੁੰਦਾ ਸੀ ਸੰਡੇ ਨੂੰ ਆਉਣਾ, ਤੇ ਉਹ 'ਚ ਬੁਝਾਰਤਾਂ ਹੁੰਦੀਆਂ ਸੀ, ਜਾਂ ਬਜ਼ੁਰਗਾਂ ਨੇ ਬੁਝਾਰਤਾਂ ਬਾਣੀਆਂ ਰਾਤ ਨੂੰ ਬੁੱਝਣੀਆਂ। ਉਹ ਹੁਣ ਉਹ ਚੀਜ਼ਾਂ ਨਹੀਂ ਹੈਗੀਆਂ। ਭੱਜੀ ਜਾ ਭਜਾਈ ਜਾ, ਸਿੰਘਾਂ ਨੂੰ ਹੱਥ ਪਾਈ ਜਾ। ਆਪਾਂ ਖਬਰਾਂ ਦਾ ਸਿਲਸਿਲਾ ਸ਼ੁਰੂ ਕਰੀਏ। ਤੁਸੀਂ ਚਲਾਇਆ ਬਹੁਤ ਵਾਰੀ। ਓਕੇ, ਸਾਈਕਲ ਠੀਕ ਹੈ ਜੀ। ਖਬਰਾਂ ਤੇ ਹੀ ਆਉਂਦੇ ਆ ਆਪਾਂ। ਬਿਲਕੁਲ ਜੀ, ਆਪਾਂ ਸ਼ੁਰੂਆਤ ਸਰ ਵੈਕਸੀਨ ਦੀ ਉਹ ਕਰ ਲਈਏ। ਇਸ ਵਕਤ ਕੈਨੇਡਾ ਵਾਸੀਆਂ ਨੂੰ ਮੁਬਾਰਕਾਂ ਜੀ, ਬਹੁਤ ਵੱਡੇ ਪੱਧਰ ਦੇ ਉੱਤੇ ਵੈਕਸੀਨੇਸ਼ਨ ਦਾ ਕੰਮ ਚੱਲ ਰਿਹਾ। ਕੈਨੇਡਾ ਇਸ ਵਕਤ ਟੌਪ ਤੇ ਆਇਆ ਆ। ਜਦੋਂ ਦਸੰਬਰ ਦੇ ਵਿੱਚ ਰੌਲਾ ਪੈਣਾ ਸ਼ੁਰੂ ਹੋਇਆ ਸੀ ਕਿ ਵੈਕਸੀਨ ਨਹੀਂ ਹੈ, ਆਪੋਜੀਸ਼ਨ ਵਿੱਚ ਵੀ ਮਾਮਲਾ ਬਹੁਤ ਚੁੱਕਿਆ ਗਿਆ ਕਿ ਇਸ ਵਕਤ ਟਰੂਡੋ ਸਰਕਾਰ ਕੁਛ ਨਹੀਂ ਕਰ ਰਹੀ। ਸੋ ਇਸ ਵਕਤ ਪਹਿਲੇ 6 ਮਹੀਨਿਆਂ ਦੀ ਗੱਲ ਕਰੀਏ ਵੈਕਸੀਨੇਸ਼ਨ ਦੀ, ਤਾਂ ਕੈਨੇਡਾ ਨੇ ਟੌਪ ਕੀਤਾ ਹੈ। ਸਰ ਕੀ ਕਹੋਗੇ? ਪਹਿਲਾਂ ਸਾਡੇ ਕੇਸਿਸ ਆਲ ਓਵਰ ਕੈਨੇਡਾ
10% ਰਹਿ ਗਏ ਨੇ ਜੀ ਇਸ ਵੇਲੇ। ਜੋ ਪਹਿਲਾਂ ਸੀਗਾ 10% ਹੀ ਰਹਿ ਗਿਆ। ਕਿਸੇ 9000 ਸੀਗਾ, ਇਸ ਵੇਲੇ 1000 ਤੋਂ ਨੰਬਰ ਥੱਲੇ ਆ ਗਿਆ ਜੀ ਆਲ ਓਵਰ ਕੈਨੇਡਾ। ਸਾਡੇ 65% ਲੋਕ ਹੈਗੇ ਜਿਨ੍ਹਾਂ ਨੂੰ ਇੱਕ ਵੈਕਸੀਨ ਦੀ ਡੋਜ਼ ਲੱਗ ਚੁੱਕੀ ਹੈਗੀ ਆ। ਅਸੀਂ ਇਸ ਨੰਬਰ 'ਚ ਦੁਨੀਆ ਦੇ ਸਭ ਤੋਂ ਅੱਗੇ ਹੈਗੇ ਹਾਂ, ਬਟ ਜਿਹੜੀ ਸੈਕੰਡ ਡੋਜ਼ ਆ ਉਹ 'ਚ ਹਲੇ ਪਿੱਛੇ ਹੈਗੇ ਹਾਂ। ਪਰ ਇੱਕ ਡੋਜ਼ ਦੇ ਵਿੱਚ ਅਸੀਂ ਇਸ ਕੰਟਰੀ ਨੂੰ ਟੌਪ ਕਰਕੇ ਸਾਰੇ ਕੰਟਰੀਜ਼ ਨੂੰ ਟੌਪ ਕਰਕੇ ਗਏ ਹਾਂ। ਔਰ ਮੇਰਾ ਖਿਆਲ ਆ ਵਿਦਨ ਫਿਊ ਡੇਜ਼ ਫਿਊ ਵੀਕਸ ਅਸੀਂ ਜਿਹੜੀ ਸੈਕੰਡ ਡੋਜ਼ ਆ ਉਹ ਵੀ ਜਿਹੜੇ ਹਿਸਾਬ ਜੰਗੀ ਪੱਧਰ 'ਤੇ ਚੱਲ ਰਹੀ ਹੈ ਅਸੀਂ ਉਹਨੂੰ ਵੀ ਪਾਰ ਕਰ ਜਾਵਾਂਗੇ। ਔਰ ਸਰਕਾਰਾਂ ਨੂੰ ਸਾਨੂੰ ਹੁਣ ਇਉਂ ਲੱਗਦਾ ਹੈ ਕਿ ਇਸ ਮਾਮਲੇ 'ਚ ਜਿਹੜੀ ਫੈਡਰਲ ਸਰਕਾਰ ਆ ਉਹ ਠੀਕ ਸੀਗੀ। ਜਿਹੜੀਆਂ ਪ੍ਰੋਵਿੰਸ਼ਲ ਸਰਕਾਰਾਂ ਉਹਨਾਂ ਨੂੰ ਡਰ ਜ਼ਰੂਰ ਸੀਗਾ ਔਰ ਇਸੇ ਕਰਕੇ ਉਹ ਡਿਮਾਂਡ ਕਰ ਰਹੀਆਂ ਸੀ ਸਾਡੇ ਕੋਲ ਵੈਕਸੀਨ ਹੈ ਨਹੀਂ, ਵੈਕਸੀਨ ਹੈ ਨਹੀਂ, ਵੈਕਸੀਨ ਹੈ ਨਹੀਂ। ਹੁਣ ਵੈਕਸੀਨ ਇੰਨਾ ਜ਼ਿਆਦਾ ਹੈਗਾ ਕਿ ਅਸੀਂ ਸਾਰੇ ਰਲ ਮਿਲ ਕੇ ਇਸ ਸਿਆਸਤ ਦੀ ਖੇਡ ਤੋਂ ਪਰੇ ਹੋ ਕੇ ਸਾਰੇ ਜਾਣੇ ਅਸੀਂ ਇਸ ਪਾਸੇ ਵੱਧ ਰਹੇ ਹਾਂ। ਔਰ ਬੜੀ ਛੇਤੀ ਮੇਰੇ ਖਿਆਲ ਹੈ ਕਿ ਅਸੀਂ ਦੁਨੀਆ ਦੇ ਵਿੱਚੋਂ ਸ਼ਾਇਦ ਨੰਬਰ 1 ਹੋ ਜਾਈਏ ਸੈਕੰਡ ਡੋਜ਼ ਦੇ ਵਿੱਚ। ਬਿਲਕੁਲ ਸਰ। ਤੇ ਜਿਵੇਂ ਇਸ ਵਕਤ ਵੈਕਸੀਨ ਦਾ ਕੰਮ ਜਾਰੀ ਆ ਲਗਾਤਾਰ, ਜਿਵੇਂ ਮਿਸਟਰ ਟਰੂਡੋ ਨੇ ਕਿਹਾ ਸੀ ਕਿ ਲਗਾਉਣਾ ਸ਼ੁਰੂ ਕਰੋ, ਵੈਕਸੀਨ ਜਿਹੜੀ ਆ ਉਹ ਘਟੇਗੀ ਨਹੀਂ। ਸੋ ਵਾਕਈ ਆਪਣੇ ਵਾਅਦੇ ਤੇ ਵੀ ਖਰੇ ਉਤਰੇ ਨੇ ਤੇ ਇਸ ਵਕਤ ਵੈਕਸੀਨ ਜਿਹੜੀ ਆ ਪੂਰੀਆਂ ਡੋਜ਼ਸ ਇਸ ਵਕਤ ਆ ਰਹੀਆਂ ਨੇ, ਵੱਖ-ਵੱਖ ਪ੍ਰੋਵਿੰਸਸ ਨੂੰ ਮਿਲ ਰਹੀਆਂ ਨੇ। ਸਰ ਵੈਕਸੀਨ ਦੇ ਵਿੱਚ ਇੱਕ ਗੱਲ ਹੋਰ ਜਿਹੜੀ ਅੱਜ ਸਾਹਮਣੇ ਆਈ ਹੈ, ਨਵਾਂ ਜੋ ਇਸ ਵਕਤ ਐਲਾਨ ਹੋਇਆ ਹੈਲਥ ਕੈਨੇਡਾ ਦੇ ਵੱਲੋਂ ਕਿ ਖਾਸ ਤੌਰ ਤੇ ਕੈਨੇਡੀਅਨਸ ਜਿਹੜੇ ਵਿਦੇਸ਼ਾਂ ਵਿੱਚ ਇਸ ਵਕਤ ਬੈਠੇ ਨੇ ਤੇ ਵਾਪਸ ਇਸ ਵਕਤ ਕੈਨੇਡਾ ਆਉਣਾ ਚਾਹੁੰਦੇ ਨੇ, ਜੇਕਰ ਤੁਹਾਡੇ ਦੂਜੇ ਮੁਲਕਾਂ ਵਿੱਚ ਵੈਕਸੀਨ ਲੱਗੀ ਹੈ ਤਾਂ ਸਾਵਧਾਨ ਹੋ ਜਾਵੋ। ਜੇਕਰ ਤੁਸੀਂ ਕੈਨੇਡਾ ਦੇ ਹੈਲਥ ਵਿਭਾਗ ਦੇ ਮਾਪਦੰਡਾਂ ਤੇ ਖਰੇ ਨਹੀਂ ਉਤਰਦੇ ਤਾਂ ਤੁਹਾਨੂੰ ਸ਼ਾਇਦ ਆਉਣ ਦੀ ਇਜਾਜ਼ਤ ਨਾ ਹੋਵੇ। ਜੇ ਆਉਂਗੇ ਤਾਂ ਤੁਹਾਨੂੰ 14 ਦਿਨ ਦਾ ਕੁਆਰੰਟਾਈਨ ਕਰਨਾ ਲਾਜ਼ਮੀ ਹੋਏਗਾ। ਸਰ ਕੀ ਹੈ? ਬਿਲਕੁਲ ਤਰਨ ਗੱਲ ਹੈਗੀ ਉਹ ਕਿ ਸਾਡੀ ਜਿਹੜੀ ਹੈਲਥ ਕੈਨੇਡਾ ਇਹਨੇ ਆਲਰੇਡੀ ਵਾਰਨਿੰਗ ਦੇ ਦਿੱਤੀ ਹੈ। ਇਹ ਮੇਰੇ ਖਿਆਲ ਜੁਲਾਈ ਤੋਂ ਸ਼ੁਰੂ ਹੋ ਜਾਣਾ ਜੀ। ਤੁਹਾਨੂੰ ਕੁਆਰੰਟਾਈਨ ਹੋਣਾ ਨਹੀਂ ਪਵੇਗਾ ਜਿਹਦੇ ਵੈਕਸੀਨ ਦੋਨੇ ਲੱਗੇ ਹੋਣਗੇ ਜੀ। ਬਾਕੀਆਂ ਨੂੰ ਕੁਆਰੰਟਾਈਨ ਹੋਣਾ ਪਵੇਗਾ। ਉਹ ਵੀ ਉਹ ਵੈਕਸੀਨ ਜਿਹੜੇ ਹੈਲਥ ਕੈਨੇਡਾ ਨੇ ਅਪਰੂਵ ਕੀਤੇ ਆ, ਜਿਹੜੇ WHO ਨੇ ਅਪਰੂਵ ਕੀਤੇ ਹੋਇਆ, ਉਹਨਾਂ ਨੂੰ ਅਜੇ ਹੈਲਥ ਕੈਨੇਡਾ ਨਹੀਂ ਮੰਨ ਰਿਹਾ। ਜਿਹਨਾਂ ਵਿੱਚ ਹੁਣ ਜਿਹੜਾ ਸਪੁਤਨਿਕ ਹੈਗਾ ਉਹ ਨਹੀਂ ਜੀ ਅਲਾਉਡ ਹੈਗਾ, ਸਾਈਨੋਫਾਰਮ ਹੈ ਉਹ ਨਹੀਂ ਅਲਾਉਡ ਹੈਗਾ। ਸਾਡੇ ਜਿਹੜੇ 4 ਕੀਤੇ ਹੋਏ ਅਲਾਉਡ ਉਹੀ ਅਪਰੂਵ ਕੀਤੇ ਨੇ, ਉਹੀ ਜਿਹਦੇ ਲੱਗੇ ਹੋਣਗੇ ਜੀ ਉਹ ਨਹੀਂ ਕੁਆਰੰਟਾਈਨ ਕਰਨਾ ਪਵੇਗਾ ਉਹਨਾਂ ਨੂੰ। ਜਿਹੜੇ ਦੂਸਰੇ ਆ ਅਕੋਰਡਿੰਗ ਟੂ ਦ ਹੈਲਥ ਕੈਨੇਡਾ ਰਾਈਟ ਨਾਓ, ਹਾਂ ਕੱਲ੍ਹ ਨੂੰ ਬਦਲ ਜਾਂਦਾ, ਇਟਸ ਗੋਇੰ ਟੂ ਬੀ ਡਿਫਰੈਂਟ ਸਟੋਰੀ, ਤੁਹਾਨੂੰ ਉਹ ਵੀ ਸਾਂਝੀ ਕਰਾਂਗੇ। ਪਰ ਅਜੇ ਜਿਹੜਾ ਵੀ ਕੋਈ ਪਲਾਨ ਬਣਾ ਰਿਹਾ ਔਰ ਜਿਹਦੇ ਦੂਸਰੇ ਵੈਕਸੀਨ ਲੱਗੇ ਹੋਏ ਨੇ, ਕਈ ਲੋਕੀ ਕਈ ਵੈਕਸੀਨ ਵਕੇਸ਼ਨ ਤੇ ਗਏ ਹੋਏ ਨੇ ਲੋਕ। ਕਈ ਕੰਟਰੀਜ਼ ਨੇ ਇਹ ਕੰਮ ਸ਼ੁਰੂ ਕੀਤਾ ਹੈ ਵੀ ਤੁਸੀਂ ਸਾਡੇ ਆਓ, ਅਸੀਂ ਛੁੱਟੀ ਕਰਕੇ ਜਾਓ ਤੇ ਅਸੀਂ ਤੁਹਾਨੂੰ ਜਿਹੜਾ ਵੈਕਸੀਨ ਹੈ ਦੋਨੇ ਡੋਜ਼ ਅਸੀਂ ਲਾ ਕੇ ਵਾਪਸ ਭੇਜਾਂਗੇ। ਇਹ ਗੱਲਾਂ ਸ਼ੁਰੂ ਹੋਈਆਂ ਨੇ ਔਰ ਉਹ ਉਹਨਾਂ ਦਾ ਬਿਜ਼ਨਸ ਚੱਲ ਰਿਹਾ ਹੈਗਾ। ਪਰ ਜਿਹੜੀ ਸਾਡੀ ਸਰਕਾਰ ਹੈਗੀ ਆ ਇਹਨੇ ਸਿਰਫ ਜਿਹੜੇ ਸਾਡੇ ਫਾਈਜ਼ਰ, ਮੋਡਰਨਾ, ਐਸਟਰਾਜ਼ੇਨੇਕਾ ਐਂਡ ਜੌਨਸਨ ਐਂਡ ਜੌਨਸਨ, ਇਹ 4 ਹੀ ਹਜੇ ਤੱਕ ਅਪਰੂਵਡ ਨੇ ਜੀ ਹੈਲਥ ਕੈਨੇਡਾ ਨੂੰ। ਇਹ 4 ਦੇ ਵਿੱਚ ਜੇ ਤੁਹਾਡੇ ਲੱਗੇ ਹੋਣਗੇ ਯੂ ਆਰ ਵੈਲਕਮ। ਜੇ ਦੂਸਰੇ ਲੱਗੇ ਹੋਣਗੇ ਉਹਨਾਂ ਨੂੰ ਤੁਹਾਨੂੰ ਇਹ ਨਹੀਂ ਕਿਹਾ ਜਾਏਗਾ ਕਿ ਤੁਹਾਨੂੰ ਲਵਾਉਣਾ ਪਏਗਾ ਇੱਥੇ ਆ ਕੇ, ਪਰ ਤੁਹਾਨੂੰ 14 ਦਿਨ ਕੁਆਰੰਟਾਈਨ ਜ਼ਰੂਰ ਕਰਨਾ ਪਵੇਗਾ ਜੀ। ਬਿਲਕੁਲ ਸਰ। ਤੇ ਇਹ ਵੀ ਜ਼ਰੂਰੀ ਹੈ ਕਿਉਂਕਿ ਕਈ ਇਸ ਵਕਤ ਲਾਈਨਸ ਨੇ ਇੱਥੋਂ ਕੱਟ ਕੇ ਤੇ ਵਿਦੇਸ਼ਾਂ ਜਾ ਕੇ ਨਾਲ ਛੁੱਟੀਆਂ ਮਨਾ ਰਹੇ ਨੇ ਤੇ ਨਾਲ ਦੀ ਨਾਲ ਉੱਥੇ ਵੈਕਸੀਨੇਸ਼ਨ ਦਾ ਕੰਮ ਵੀ ਕਰ ਰਹੇ ਨੇ। ਸੋ ਉਮੀਦ ਕਰਦੇ ਹਾਂ ਕਿ ਇਹਨਾਂ ਦੀ ਲਿਸਟ ਵਿੱਚ ਜੇਕਰ ਆਉਣੇਗਾ ਨਾਮ ਤਾਂ ਠੀਕ ਹੈ, ਨਹੀਂ ਤਾਂ ਜਦੋਂ ਕੁਆਰੰਟਾਈਨ ਕਰਨਾ ਪਏਗਾ ਉਦੋਂ ਇਹਨਾਂ ਰੌਲਾ ਨਹੀਂ ਪਏਗਾ। ਬਿਲਕੁਲ। ਤਾਂ ਹੀ ਦੇਖੋ ਹੁਣ ਅੱਜ ਤਾਰੀਖ 15 ਇਹ ਅਗਲੇ ਮਹੀਨੇ ਦੇ ਸ਼ੁਰੂ ਤੋਂ ਸ਼ਾਇਦ ਇਹ ਸ਼ੁਰੂ ਹੋ ਜਾਵੇ। ਇਹ ਵੀ ਨਹੀਂ ਪਤਾ, ਉਹ ਤੋਂ ਪਹਿਲਾਂ ਡੇਟ ਆ ਜਾਵੇ ਜਿਹੜੇ ਹਿਸਾਬ 'ਚ ਕੰਮ ਚੱਲ ਰਿਹਾ। ਫਿਰ ਇਸ ਕਰਕੇ ਸਾਡੀ ਗਵਰਨਮੈਂਟ ਨੇ ਥਰੂ ਹੈਲਥ ਕੈਨੇਡਾ ਇਹ ਆਲਰੇਡੀ ਵਾਰਨਿੰਗ ਦੇ ਦਿੱਤੀ ਹੈ ਕਿ ਜੇ ਤੁਹਾਡੀ ਕੋਈ ਸਕੀਮ ਐਸੀ ਹੈਗੀ ਹੈ ਭਾਈ, ਤੁਹਾਨੂੰ ਨਹੀਂ ਆਪਦਾ ਫਿਰ ਆ ਕੇ ਤੁਹਾਨੂੰ ਰਹਿਣਾ ਹੀ ਪਵੇਗਾ। ਜਿਹੜੇ ਇਹ ਵੈਕਸੀਨ ਲੱਗ ਗਿਆ, ਜੇ ਅਸੀਂ ਨਹੀਂ ਅਪਰੂਵ ਕੀਤਾ ਤਾਂ ਅਸੀਂ ਉਹਨੂੰ ਨਹੀਂ ਮੰਨਾਂਗੇ। ਬਿਲਕੁਲ ਸਰ। ਥੋੜੀ ਜਿਹੀ ਡੈਲਟਾ ਵੈਰੀਐਂਟ ਦੀ ਵੀ ਖਬਰ ਜ਼ਰੂਰ ਇੱਥੇ ਸਾਂਝੀ ਕਰਾਂਗੇ। ਡੈਲਟਾ ਵੈਰੀਐਂਟ ਨੇ 74 ਕੰਟਰੀਜ਼ ਵਿੱਚ ਇਸ ਵਕਤ ਆਪਣੇ ਪੈਰ ਪਸਾਰੇ ਹੋਏ ਨੇ। UK ਵਿੱਚ ਇਸ ਵਕਤ ਸਭ ਤੋਂ ਜ਼ਿਆਦਾ ਬੁਰਾ ਹਾਲ ਹੈ, ਜਿੱਥੇ ਉੱਥੋਂ ਦੇ ਪ੍ਰਧਾਨ ਮੰਤਰੀ ਨੇ ਅਗਲੇ 4 ਹਫ਼ਤਿਆਂ ਲਈ ਲੋਕਡਾਊਨ ਨੂੰ ਵਧਾ ਦਿੱਤਾ। ਤਾਂ ਉੱਥੇ ਗੱਲ ਕਰੀਏ, ਜਦੋਂ ਸਰ ਵੈਕਸੀਨ ਦੀ ਸ਼ੁਰੂਆਤ ਹੋਈ ਸੀ ਉਦੋਂ ਇਹ ਕਿਹਾ ਜਾ ਰਿਹਾ ਸੀ ਕਿ ਉਦੋਂ 1 ਜਾਂ 2 ਵੈਰੀਐਂਟ ਹੀ ਸੀਗੇ। ਜਿਵੇਂ ਇਸ ਵਕਤ ਸਮਾਂ ਵੱਧਦਾ ਗਿਆ ਵੈਰੀਐਂਟਸ ਵੀ ਜ਼ਿਆਦਾ ਹੁੰਦੇ ਰਹੇ ਆ। ਹੁਣ ਇਸ ਵਕਤ ਡੈਲਟਾ ਵੈਰੀਐਂਟ ਨੂੰ ਸਭ ਤੋਂ ਜ਼ਿਆਦਾ ਖਤਰਨਾਕ ਮੰਨਿਆ ਜਾ ਰਿਹਾ ਕਿ ਜਿਹੜੀਆਂ ਵੈਕਸੀਨਸ ਜਿਹੜੀਆਂ ਹੁਣ ਪੁਰਾਣੀਆਂ ਸੀਗੀਆਂ ਉਹ ਪੁਰਾਣੇ ਵੈਰੀਐਂਟ ਦੇ ਅਕੋਰਡਿੰਗ ਬਣੀਆਂ ਸੀ, ਕੀ ਉਹ ਨਵੇਂ ਵੈਰੀਐਂਟ ਦੇ ਉੱਤੇ ਕੰਮ ਕਰਨਗੀਆਂ ਜਾਂ ਨਹੀਂ? ਦਿਸ ਅ ਵੈਰੀ ਗੁੱਡ ਕੁਐਸਚਨ ਤਰਨ। ਇਹਦਾ ਜਵਾਬ ਆ ਰਿਹਾ। ਜਿਹੜਾ ਅੱਜ ਜਵਾਬ ਹੈਗਾ ਜੀ ਉਹ ਤੁਹਾਨੂੰ ਅੱਜ ਦੱਸਦੇ ਹਾਂ, ਜੇ ਕੱਲ੍ਹ ਨੂੰ ਚੇਂਜ ਹੋਏਗਾ ਤਾਂ ਤੁਹਾਨੂੰ ਕੱਲ੍ਹ ਨੂੰ ਉਹ ਦੱਸਾਂਗੇ। ਜਿਹੜਾ ਡੈਲਟਾ ਵੇਰੀਐਂਟ ਹੈ ਐਕਚੁਅਲੀ ਇਸ ਕਾਈਂਡ ਆਫ ਕੋਵਿਡ ਹੋਈ ਹੈ, ਠੀਕ ਹੈ ਨਾ। ਉਹਦੇ ਕਿਸੇ ਤੇ ਅਸਰ ਜ਼ਿਆਦਾ ਕਰਦਾ, ਕਿਸੇ ਤੇ ਘੱਟ ਕਰਦਾ। ਪਰ ਜਿਹੜਾ ਇਹ ਵੇਰੀਐਂਟ ਹੈ, ਜਿਹੜੀਆਂ ਸਾਡੀਆਂ ਦਵਾਈਆਂ ਤਿਆਰ ਕੀਤੀਆਂ ਹੋਈਆਂ ਨੇ ਆਲਰੇਡੀ, ਉਹ ਉਸੇ ਪਰਸੈਂਟੇਜ ਤੇ ਕਰ ਰਿਹਾ। ਹੁਣ ਐਸਟਰਾਜ਼ੇਨੇਕਾ 71% ਤੇ ਇਫੈਕਟਿਵ ਹੈ ਜੀ। ਫਾਈਜ਼ਰ ਦਾ 94% ਹੈ ਜਿਹੜੀ ਪਹਿਲੀ ਡੋਜ਼ ਹੈ। ਜਦੋਂ ਦੂਜੀ ਡੋਜ਼ ਲੱਗ ਜਾਂਦੀ ਹੈ ਤਾਂ ਐਸਟਰਾਜ਼ੇਨੇਕਾ 92% ਇਫੈਕਟਿਵ ਹੋ ਜਾਂਦਾ ਤੇ ਫਾਈਜ਼ਰ 96 ਤੱਕ ਚਲਾ ਜਾਂਦਾ। ਸੋ ਸੇਮ ਜਿਹੜਾ ਹੈਗਾ ਵੈਕਸੀਨ ਹੈ
ਉਹ ਡੈਲਟਾ ਵੇਰੀਐਂਟ ਵਾਸਤੇ ਵੀ ਕੰਮ ਕਰ ਰਿਹਾ ਹੈ। ਇਹਦਾ ਵੀ ਹੁਣ ਜਿਹੜੀ ਅੱਜ ਇਨਫੋਰਮੇਸ਼ਨ ਆ ਉਹ ਇਨਫੋਰਮੇਸ਼ਨ ਇਹ ਹੈ ਕਿ ਇਹ ਵੀ ਤੁਹਾਨੂੰ ਇਹ ਨਹੀਂ ਹੈ ਕਿ ਤੁਹਾਨੂੰ ਨਹੀਂ ਹੋਏਗਾ, ਇਹ ਤੁਹਾਨੂੰ ਜਿਹੜੇ ਤੁਹਾਨੂੰ ਇੰਟੈਂਸਿਵ ਕੇਅਰ ਯੂਨਿਟ ਹੈ ਉਹਦੇ ਵਿੱਚ ਨਹੀਂ ਜਾਓਗੇ, ਤੁਹਾਨੂੰ ਬੁਖਾਰ ਹੋਏਗਾ, ਤੁਹਾਨੂੰ ਤੰਗ ਕਰੇਗਾ, ਪਰ ICU ਦੇ ਵਿੱਚ ਤੁਸੀਂ ਨਹੀਂ ਜਾਓਗੇ। ਜਿਵੇਂ ਕਿ ਪਹਿਲੇ ਵੇਰੀਐਂਟਸ ਜਿਨ੍ਹਾਂ ਵਾਸਤੇ ਦਵਾਈ ਤਿਆਰ ਹੋਈ ਹੈ ਉਹਨਾਂ ਵਿੱਚ ਵੀ ਇਹੀ ਕਿਹਾ ਜਾ ਰਿਹਾ ਕਿ ਤੁਸੀਂ ICU 'ਚ ਨਹੀਂ ਜਾਓਗੇ, ਤੁਹਾਨੂੰ ਬੁਖਾਰ ਤੁਹਾਨੂੰ ਕੋਵਿਡ ਹੋ ਸਕਦਾ, ਹੋਏਗਾ ਵੀ, ਬੜਿਆਂ ਨੂੰ ਹੋਇਆ ਵੀ ਹੈਗਾ। ਆਪਾਂ ਖਾਸ ਕਰ ਡੈਲਟਾ ਵੇਰੀਐਂਟ ਦੀ ਕੱਲ੍ਹ ਹੀ ਗੱਲ ਕੀਤੀ ਸੀ, ਕੈਲਗਰੀ ਦੇ ਜਿਹੜੇ 10 ਅਲਬਰਟਾ ਜਿਹੜੇ 10 ਕੇਸ ਆਏ ਨੇ। ਸੋ ਪਰ ਤੁਹਾਨੂੰ ICU ਜਾਣ ਦਾ ਵਰਸ ਨਹੀਂ ਕਰੇਗਾ ਤੁਹਾਡੀਆਂ ਕੰਡੀਸ਼ਨਸ ਨੂੰ। ਦੈਟਸ ਰਾਈਟ, ਹਾਂਜੀ, ਦਾ ਚਾਂਸਸ ਹੈ ਕਿ ਤੁਹਾਨੂੰ ਸਰਵਾਈਵਲ ਰੇਟ ਵਿੱਚ ਬਹੁਤ ਜ਼ਿਆਦਾ ਹੈਗਾ। ਕਿਉਂਕਿ ਮੈਂ ਇਸ ਲਈ ਪੁੱਛਿਆ ਸੀ, ਐਸਟਰਾਜ਼ੈਨੇਕਾ ਨੂੰ ਲੈ ਕੇ ਕਈ ਕੁਐਸਚਨਸ ਰੇਜ਼ ਹੋ ਰਹੇ ਨੇ ਕਿ ਜੇਕਰ ਐਸਟਰਾਜ਼ੈਨੇਕਾ ਦੀ ਗੱਲ ਕੀਤੀ ਜਾਵੇ ਤਾਂ ਕਈ ਥਾਵਾਂ ਦੇ ਉੱਤੇ ਇਹ ਗੱਲ ਸੁਣਨ ਦੇ ਵਿੱਚ ਆ ਰਹੀ ਹੈ ਕਿ ਐਸਟਰਾਜ਼ੈਨੇਕਾ ਬਾਕੀ ਵੈਕਸੀਨਸ ਦੀ ਤਰ੍ਹਾਂ ਇਫੈਕਟਿਵ ਨਹੀਂ ਹੈਗੀ। ਸਰ ਜੇ ਇਫੈਕਟਿਵ ਨਹੀਂ ਹੈਗੀ ਤਾਂ ਇਹਨੂੰ ਮਾਨਤਾ ਕਿਉਂ ਦਿੱਤੀ ਗਈ, ਤੇ ਜੇ ਦਿੱਤੀ ਗਈ ਤਾਂ ਫਿਰ ਲਗਾ ਕੇ ਕਿਉਂ ਕਿਹਾ ਜਾ ਰਿਹਾ ਹੁਣ ਕਿ ਇਫੈਕਟਿਵ ਨਹੀਂ? देयर इज अ कंफ्यूजन। एस्ट्राजेनेका ਦਾ ਇੱਕ ਤਾਂ ਵੈਕਸੀਨ ਹੈ, ਇੱਕ ਐਸਟਰਾਜ਼ੈਨੇਕਾ ਐਂਟੀਬਾਡੀ ਥੈਰੇਪੀ ਡਿਵੈਲਪ ਕਰ ਰਿਹਾ ਜੀ। ਜਿਹੜਾ ਐਂਟੀਬਾਡੀ ਥੈਰੇਪੀ ਡਿਵੈਲਪ ਕਰ ਰਿਹਾ ਉਹਦੇ ਰਿਜ਼ਲਟਸ ਆਏ ਨੇ। ਸੋ ਵੀ ਆਰ ਗੈਟਿੰਗ ਮਿਕਸਡ ਅਪ, ਦੋਨਾਂ ਨੂੰ ਅਸੀਂ ਇੱਕ ਹੀ ਸਮਝ ਰਹੇ ਨਹੀਂ ਜੀ। ਐਸਟਰਾਜ਼ੈਨੇਕਾ ਦਾ ਜਿਹੜਾ ਵੈਕਸੀਨ ਹੈਗਾ ਉਹ ਵੱਖਰਾ ਹੈ, ਇਹ ਐਂਟੀਬਾਡੀ ਵਾਲਾ ਇਹ ਵੱਖਰਾ ਚੀਜ਼ ਹੈ। ਇਹ ਜਿਹੜੀ ਥੈਰੇਪੀ ਹੈ ਉਹ ਇਹ ਚੀਜ਼ ਹੈ ਕਿ ਜਿਹੜੇ ਬੰਦੇ ਤੇ ਉਹ ਥੈਰੇਪੀ ਵਰਤੀ ਹੋਈ ਹੈ ਇਹ ਤਾਂ ਵਰਤੀ ਜਾ ਰਹੀ ਹੈ ਕਿ ਵੈਕਸੀਨ ਤੋਂ ਬਾਅਦ ਕੀ ਕਰਨਾ, ਇਹ ਉਹ ਅਗਲੀਆਂ ਖੋਜਾਂ ਹੋ ਰਹੀਆਂ ਨੇ। ਇਹ ਥੈਰੇਪੀ ਹੈ ਕਿ ਜੇ ਤੁਸੀਂ ਉਹਨੂੰ ਵਰਤਦੇ ਹੋ ਤਾਂ ਤੁਹਾਡੇ ਸਿਰਫ 33% ਹੋਈ ਹੇਅਰ ਇਫੈਕਟਿਵ ਹੈ, ਤਰਨ ਹਲੇ ਇੰਨਾ ਇਫੈਕਟਿਵ ਨਹੀਂ ਹੈਗਾ। ਸੋ ਇਸ ਕਰਕੇ ਕੋਈ ਐਸੀ ਗੱਲ ਨਹੀਂ ਹੈ। ਐਸਟਰਾਜ਼ੈਨੇਕਾ ਵੈਕਸੀਨ is still effective. AstraZeneca ਜਿਹੜੀ ਥੈਰੇਪੀ ਹੈ is only 33% effective. So ਅਸੀਂ ਕਨਫਿਊਜ਼ ਨਹੀਂ ਹੋਣਾ ਹੈ, ਵੈਕਸੀਨ ਅਜੇ ਉਹਨਾਂ ਹੀ ਕੰਮ ਕਰ ਰਹੀ ਹੈ। ਜੀ ਗੱਲ ਕਰਾਂਗੇ, ਦਰਸ਼ਕ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਜੀ? ਹਾਂਜੀ ਕੀ ਕਹਿਣਾ ਚਾਹੁੰਦੇ ਹੋ ਜੀ? ਸੁਣ ਰਹੇ ਹਾਂ ਅਸੀਂ ਤੁਹਾਨੂੰ। ਟੀਵੀ ਤੇ ਨਾ ਸੁਣੋ ਜੀ ਆਵਾਜ਼ ਨੂੰ, ਤੁਸੀਂ ਡਾਇਰੈਕਟਲੀ ਫੋਨ ਤੇ ਗੱਲ ਕਰੋ। ਹੈਲੋ हेलो हाँ जी सर, टीवी ते ना सुनो जी, डायरेक्टली फोन ते गल करो। सुनो जी, की कहना चाहते हो? मैं कहना ये चाहना भी नशा कर लिया। हेलो I'm from here, this and that. We was born in India. Yeah. Yeah, why he keeps saying, we have this and that, like, we was born in India. I've been here for 37 years. ਜੀ ਸਰ ਤੁਸੀਂ ਕਹਿਣਾ ਕੀ ਚਾਹ ਰਹੇ ਹੋ? ਤੁਸੀਂ ਕਹਿਣਾ ਕੀ ਚਾਹੁੰਦੇ ਹੋ? ਤੁਹਾਡਾ ਮੈਂ ਗੱਲ ਸਮਝ ਨਹੀਂ ਜੀ ਲੱਗੀ। ਕਹਿਣਾ ਮੈਂ ਇਹ ਚਾਹਣਾ ਵੀ ਇਹ ਇਦਾਂ ਨਾ ਕਹਿਣਾ ਵੀ ਅਸੀਂ ਸਾਡੀ ਕੈਨੇਡੀਅਨ ਗਵਰਨਮੈਂਟ। ਹਾਂਜੀ। ਸੋ ਵਾਟਸ ਰੋਂਗ ਵਿਦ ਦੈਟ? ਕੈਨੇਡੀਅਨ ਗਵਰਨਮੈਂਟ ਹੋਈ ਕਿਹਦੀ ਹੈ ਜੀ? ਸਾਡੇ ਇੰਡੀਅਨ ਗਵਰਨਮੈਂਟ ਹੋਈ। ਓਕੇ ਜੀ, ਤੁਹਾਡੀ ਹੋਏਗੀ, ਮੇਰੀ ਨਹੀਂ ਹੈ ਜੀ। ਜੀ ਤੁਸੀਂ ਤੁਹਾਡੀ ਆਪਦੀ ਹੈ, ਮੇਰੀ ਆਪਦੀ ਹੈ ਜੀ। ਇਸ ਮੁੱਦੇ ਤੇ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਇਸੇ ਨੰਬਰ ਤੇ ਕਾਲ ਕਰ ਲਿਓ, ਨਾਜੀ ਨਾਲ ਗੱਲ ਕਰ ਲਿਓ ਜੀ, ਆਪਾਂ ਗੱਲ ਕਰਾਂਗੇ ਜੀ ਇਸ ਮਾਮਲੇ ਤੇ। ਥੈਂਕ ਯੂ ਜੀ। ਤੇ ਸਰ ਆਪਾਂ ਗੱਲਬਾਤ ਕਰ ਰਹੇ ਸੀ ਇਸ ਵਕਤ ਵੈਰੀਐਂਟਸ ਦੇ ਬਾਰੇ ਵਿੱਚ, ਨਾਲ ਵੈਕਸੀਨ ਦੇ ਬਾਰੇ ਚ। ਤੁਸੀਂ ਕਿ ਐਸਟਰਾਜ਼ੈਨੇਕਾ ਵੈਕਸੀਨ ਇਫੈਕਟਿਵ ਹੈ, ਪਰ ਇਹਦਾ ਜਿਹੜਾ ਦੂਸਰਾ ਇਸ ਵਕਤ ਬਾਡੀ ਐਂਟੀਬਾਡੀਜ਼ ਬਣਾਇਆ ਜਾ ਰਿਹਾ ਉਹਦੀ ਗੱਲ ਹਾਂ, ਜਿਹੜੀ ਐਂਟੀਬਾਡੀ ਥੈਰੇਪੀ ਆ ਉਹ ਉਨੀ ਇਫੈਕਟਿਵ ਅਜੇ ਨਹੀਂ ਆ। ਸੋ ਇਹ ਤੇ ਖੋਜ ਜਾਰੀ ਹੈ। ਹੌਲੀ ਹੌਲੀ ਜਦੋਂ ਖੋਜ ਹੋਏਗੀ, ਜਦੋਂ ਸਾਰੀਆਂ ਕੰਪਨੀ ਦਾ ਜ਼ੋਰ ਲੱਗਾ ਵੀ ਸਾਨੂੰ ਵੈਕਸੀਨ ਦੀ ਕਿਉਂ ਲੋੜ ਹੈ, ਕਿਉਂ ਨਾ ਕੋਈ ਐਸੀ ਦਵਾਈ ਤਿਆਰ ਕੀਤੀ ਜਾਵੇ ਜਿਹਦੇ ਕਰਕੇ ਸਾਨੂੰ, ਜਿਵੇਂ ਫਲੂ ਦੀਆਂ ਬਾਅਦ ਦਵਾਈਆਂ ਆ ਜਾਂਦੀਆਂ ਨੇ, ਤੁਸੀਂ ਆਪਾਂ ਠੰਡ ਤੋਂ ਕੋਈ ਦਵਾਈਆਂ ਲੈਂਦੇ ਹਾਂ, ਕੋਈ ਐਸੀ ਕਿਉਂ ਨਾ ਦਵਾਈ ਤਿਆਰ ਕੀਤੀ ਜਾਵੇ ਜਿਹਦੇ ਕਰਕੇ ਵੈਕਸੀਨ ਦੀ ਲੋੜ ਹੋਈ ਨਾ ਪਵੇ, ਜਿੱਥੇ ਮਰਜ਼ੀ ਜਾ ਸਕਦਾ। ਸਟੋਰੇਜ ਦੀ ਪ੍ਰੋਬਲਮ ਹੈ, ਜਿਵੇਂ ਵੈਕਸੀਨ ਦੀ ਆਉਂਦੀ ਹੈ, ਉਹਦੀ ਸਟੋਰੇਜ ਦੀ ਪ੍ਰੋਬਲਮ ਨਹੀਂ ਆਏਗੀ, ਬਟ ਦੇ ਵਰਕਿੰਗ ਔਨ ਇਟ। ਜਿਵੇਂ ਹਰ ਸਾਲ ਫਲੂ ਦੇ ਸ਼ਾਟਸ ਲੱਗਦੇ ਨੇ ਜਾਂ ਬਾਕੀ ਵੈਕਸੀਨਸ ਲੱਗਦੀਆਂ ਨੇ, ਕੀ ਫਿਰ ਇਹ ਵੀ ਇੱਕ ਮੈਂਡੇਟਰੀ ਹੋ ਜਾਏਗਾ ਕਿ ਹਰ ਸਾਲ ਕੋਵਿਡ ਦੇ ਸ਼ਾਟਸ ਵੀ ਲੈਣੇ ਪਿਆ ਕਰਨਗੇ? ਯੈਸ, there may be, there can be reason ਹੈ। ਹੋ ਸਕਦਾ ਸਾਰੇ ਫਲੂ ਆ ਜਿਹੜੇ ਹੁਣ ਇੱਕ ਟਾਈਪ ਦਾ ਫਲੂ ਆਉਂਦਾ, ਹੋ ਸਕਦਾ ਇੱਕ ਵੈਕਸੀਨ ਦੇ ਵਿੱਚ ਹੀ ਬਹੁਤੇ ਜ਼ਿਆਦਾ ਕਵਰ ਹੁੰਦਾ ਹੋਵੇ, ਕਿਉਂਕਿ ਇਹ ਜਿਹੜਾ 8-9 ਮਹੀਨੇ ਦੇ ਵਿੱਚ ਜਿਹੜਾ ਵੈਕਸੀਨ ਤਿਆਰ ਹੋ ਗਿਆ ਉਹ ਕਿਉਂ ਹੋਇਆ? ਕਿਉਂਕਿ ਇਹਦਾ ਬੇਸ ਵਾਸ ਆਲਰੇਡੀ ਦੇਅਰ, ਬੇਸਿਕ ਸੀਗਾ, ਇਸੇ ਕਰਕੇ ਤਿਆਰ ਹੋਇਆ। ਅਦਰਵਾਈਜ਼ ਤਾਂ ਬਹੁਤ ਸਾਲ ਲੱਗਦੇ ਆ ਤਿਆਰ ਕਰਨ ਨੂੰ। ਔਰ ਇਸ ਦੇ ਮਾਮਲੇ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਬਹੁਤੀ ਪ੍ਰੋਬਲਮ ਆਏਗੀ। ਵੈਸੇ ਸਾਇੰਟਿਸਟ ਕੈਨ ਟੈਲ ਬੈਟਰ ਦੈਨ ਅਸ ਵੀ ਕੋਈ ਬਹੁਤੀ ਪ੍ਰੋਬਲਮ ਆਏਗੀ ਨਵੀਂ ਚੀਜ਼ ਡਿਵੈਲਪ ਕਰਨ ਵਾਸਤੇ। ਗੱਲ ਕਰਾਂਗੇ, ਦਰਸ਼ਕ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਕਹਿਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਜੀ, ਮੈਂ ਜ਼ਿਆਦਾ ਟਾਈਮ ਨਹੀਂ ਲਵਾਂਗਾ, ਸਿਰਫ ਇੰਨਾ ਕਹਿਣਾ ਚਾਹੁੰਦਾ ਹਾਂ ਜੀ ਕਿ ਸੁਣਨ ਵਾਲੇ ਦਰਸ਼ਕਾਂ ਨੂੰ ਬੇਨਤੀ ਹੈ ਕਿ ਜੀ ਜਿਹੜਾ ਪ੍ਰੋਗਰਾਮ ਚੱਲ ਰਿਹਾ ਉਹਨਾਂ ਨੂੰ ਧਿਆਨ ਨਾਲ ਸੁਣਨ, ਤਾਂ ਵਿੱਚ ਡਿਸਟਰਬ ਨਾ ਕਰਿਆ ਕਰਨ। ਥੈਂਕ ਯੂ ਜੀ, ਸ਼ੁਕਰੀਆ ਜੀ, ਸ਼ੁਕਰੀਆ ਕਾਲ ਕਰਨ ਲਈ, ਥੈਂਕ ਯੂ ਜੀ।
ਸਰ ਆਪਾਂ ਵੈਕਸੀਨ ਦੀ ਗੱਲ ਕਰ ਰਹੇ ਸੀ, ਤੁਸੀਂ ਕਿਹਾ ਕਿ ਮੇ ਬੀ ਪੋਸਿਬਿਲਿਟੀ ਹੈਗੀ ਆ ਕਿ ਇੱਕ ਹੀ ਵੈਕਸੀਨ ਦੇ ਵਿੱਚ ਸਾਰਾ ਕੁਝ ਕਵਰ ਹੋ ਜਾਵੇ, ਪਰ ਕਈ ਇਹੋ ਜਿਹੇ ਹੁੰਦੇ ਆ ਕਿ ਜਿਹੜੇ ਵੈਕਸੀਨ ਲੈਣ ਤੋਂ ਡਰਦੇ ਆ ਕਿਉਂਕਿ ਕਈਆਂ ਨੂੰ ਫਰਸਟ ਡੋਜ਼ ਵੇਲੇ ਕੁਝ ਇਹੋ ਜਿਹੀਆਂ ਪ੍ਰੋਬਲਮਸ ਹੋਈਆਂ ਨੇ ਜਿਹੜੇ ਸੈਕਿੰਡ ਡੋਜ਼ ਲੈਣ ਲਈ ਹੁਣ ਡਰ ਰਹੇ ਨੇ। ਇੱਕ ਇਹ ਵੀ ਬਹੁਤ ਜ਼ਿਆਦਾ ਇਸ ਵਕਤ ਅਫਵਾਹ ਚੱਲਦੀ ਹੈ ਕਿ ਜਿਨ੍ਹਾਂ ਨੂੰ ਪਹਿਲੀ ਡੋਜ਼ ਵੇਲੇ ਕੁਝ ਨਹੀਂ ਹੋਇਆ ਉਹਨਾਂ ਨੂੰ ਮੇ ਬੀ ਹੋ ਸਕਦਾ ਕਿ ਸੈਕਿੰਡ ਡੋਜ਼ ਵੇਲੇ ਪ੍ਰੋਬਲਮ ਹੋਵੇ, ਜਿਨ੍ਹਾਂ ਨੂੰ ਪਹਿਲੀ ਵਾਰੀ ਪ੍ਰੋਬਲਮ ਹੋ ਗਈ ਮੇ ਬੀ ਸੈਕਿੰਡ ਡੋਜ਼ ਤੇ ਇਸ ਤੋਂ ਵੱਧ ਹੋਵੇ ਜਾਂ ਪ੍ਰੋਬਲਮ ਨਾ ਹੋਵੇ। ਐਨੀਥਿੰਗ ਇਜ਼ ਪੋਸੀਬਲ। ਰੀਜ਼ਨ ਹਰ ਇੱਕ ਬਾਡੀ ਡਿਫਰੈਂਟ ਹੈ, ਹਰੇਕ ਬਾਡੀ ਡਿਫਰੈਂਟ ਟਾਈਪ ਦੇ ਵਿੱਚ ਰਿਐਕਟ ਕਰਦੀ ਹੈ। ਜਿਹੜੇ ਸਟੈਟਸ ਆਉਂਦੇ ਨੇ ਮੈਜੋਰਿਟੀ ਕੀ ਕਰ ਰਹੀ ਹੈ, ਕਿਸੇ ਨੂੰ ਆਏਗਾ ਡੈਥ ਵੀ ਹੋ ਸਕਦੀ ਹੈ। ਇੱਕ ਅੱਜ ਇੰਡੀਆ ਦੇ ਵਿੱਚ ਜਿਹੜਾ ਇੰਡੀਆ ਵਾਲਾ ਵੈਕਸੀਨ ਹੈਗਾ, ਅੱਜ ਇੰਡੀਅਨ ਗਵਰਨਮੈਂਟ ਨੇ ਇਹ ਕਨਫਰਮ ਕੀਤਾ ਕਿ ਕਿਸੇ ਬੰਦੇ ਦੀ ਡੈਥ ਹੋ ਗਈ ਹੈ। ਹੁਣ ਡੈਥ ਹੋਣ ਦਾ ਕਾਰਨ ਇਹ ਜ਼ਰੂਰੀ ਨਹੀਂ ਹੈ ਕਿ ਇਕੱਲਾ ਵੈਕਸੀਨ ਹੋਵੇ, ਪਹਿਲੀਆਂ ਪ੍ਰੀ ਐਗਜ਼ਿਸਟਿੰਗ ਪ੍ਰੋਬਲਮਸ ਵੀ ਹੋ ਸਕਦੀਆਂ ਨੇ। ਇੱਥੇ ਮੈਜੋਰਟੀ ਕੰਡੀਸ਼ਨਸ ਵਿੱਚ ਇਹ ਗੱਲ ਸਾਹਮਣੇ ਆਈ ਹੈ, ਮੈਂ ਖੁਦ ਮੇਰੇ ਕੁਝ ਨੋਨ ਨੇ ਉਹਨਾਂ ਨੂੰ ਜਾਣਦੀ ਹਾਂ ਕਿ ਉਹਨਾਂ ਨੂੰ ਕੁਝ ਐਲਰਜੀ ਦੀਆਂ ਪ੍ਰੋਬਲਮ ਸੀਗੀਆਂ, ਬਟ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਕੈਨੇਡਾ ਕਿ ਉਹਨਾਂ ਵਿੱਚ ਐਲਰਜੀ ਦੀ ਕੋਈ ਪ੍ਰੋਬਲਮ ਹੋ ਗਈ ਹੈ, ਸ਼ੁਰੂ ਹੋ ਗਈ ਹੈ। ਸੋ ਜਦੋਂ ਉਹਨਾਂ ਨੂੰ ਵੈਕਸੀਨ ਲਗਵਾਉਣ ਵੇਲੇ ਪੁੱਛਿਆ ਕਿ ਕੋਈ ਐਲਰਜੀ ਤਾਂ ਨਹੀਂ ਹੈ, ਕਿਸੇ ਪ੍ਰਕਾਰ ਦੀ ਕੋਈ ਮੈਡੀਸਨ ਤਾਂ ਨਹੀਂ ਲੈਂਦੇ, ਤੇ ਉਹਨਾਂ ਨੇ ਕਿਹਾ ਕਿ ਨਹੀਂ ਸਾਨੂੰ ਕੋਈ ਐਲਰਜੀ ਨਹੀਂ ਹੈ, ਕੋਈ ਮੈਡੀਸਨ ਨਹੀਂ ਲੈਂਦੇ। ਜਦੋਂ ਉਹਨਾਂ ਨੂੰ ਡੋਜ਼ ਲਗਾਈ ਗਈ ਤੇ ਉਸ ਤੋਂ ਬਾਅਦ ਉਹਨਾਂ ਜੋ ਐਲਰਜੀ ਅੰਦਰ ਸੀਗੀ ਉਹ ਚੀਜ਼ ਨਿਕਲ ਕੇ ਬਾਹਰ ਆਈ ਹੈ। ਸੋ ਕਈ ਵਾਰੀ ਇਸ ਕੰਡੀਸ਼ਨਸ ਵਿੱਚ ਹੋ ਜਾਂਦਾ ਹੈ ਕਿ ਲੋਕਾਂ ਨੂੰ ਲੱਗਦਾ ਸ਼ਾਇਦ ਵੈਕਸੀਨ ਲਗਾਈ ਆ ਉਹਦਾ ਇਹ ਰਿਐਕਸ਼ਨ ਹੈ, ਬਟ ਐਕਚੁਅਲ ਥਿੰਗ ਇਸ ਕਿ ਜੋ ਤੁਸੀਂ ਤੁਹਾਡੀਆਂ ਪ੍ਰੀ ਕੰਡੀਸ਼ਨਸ ਹੁੰਦੀਆਂ ਨੇ ਜਿਹਦੇ ਬਾਰੇ ਨਹੀਂ ਪਤਾ ਹੁੰਦਾ ਤੁਹਾਨੂੰ, ਉਹ ਚੀਜ਼ਾਂ ਨਿਕਲ ਕੇ ਬਾਹਰ ਆਉਂਦੀਆਂ ਨੇ, ਉਹਨਾਂ ਕਰਕੇ ਪ੍ਰੋਬਲਮ ਆਉਂਦੀ ਹੈਗੀ ਆ। ਉਹਦਾ ਜਿਹੜੀ ਐਲਰਜੀਜ਼ ਵਗੈਰਾ ਨੇ ਨਾ ਤਰਨ, ਅਸੀਂ ਬੂਟਾ ਇੱਕ ਥਾਂ ਤੋਂ ਰੱਖਿਆ, ਉੱਥੇ 25-30 ਸਾਲ ਰਿਹਾ, ਅਸੀਂ ਉਹ ਪੱਟ ਕੇ ਇੱਕ ਹੋਰ ਥਾਂ ਤੇ ਲਾ ਦਿੱਤਾ, ਉਹ ਡਿਫਰੈਂਟ এনवायरमेंट ਹੈ, ਚਾਹੇ ਅਸੀਂ ਕਿੰਨਾ ਕਹੀ ਜਾਏ। ਉੱਥੇ ਜਿਹੜੀਆਂ ਕਈ ਵਾਰ ਉਹਨੂੰ ਐਲਰਜੀ ਨਹੀਂ ਸੀਗਾ ਉਹ ਇੱਥੇ ਆ ਕੇ ਹੋਣ ਲੱਗ ਜਾਂਦੀਆਂ ਨੇ ਤੇ ਪਤਾ ਨਹੀਂ ਹੁੰਦਾ ਵੀ ਮੈਨੂੰ ਐਲਰਜੀ ਹੈ ਕਿ ਨਹੀਂ ਹੈ। ਹੁਣ ਕਈਆਂ ਨੂੰ ਗਲੂਟਨ ਦੀ ਪ੍ਰੋਬਲਮ ਆਉਂਦੀ ਹੈ, ਇੰਡੀਆ 'ਚ ਨਹੀਂ ਸੀ, ਉੱਥੇ ਖਾਂਦੇ ਰਹੇ ਨੇ ਬਿਲਕੁਲ। ਇੱਥੇ ਹੈਗੀ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ, ਕੀ ਕਹਿਣਾ ਚਾਹੁੰਦੇ ਹੋ? ਸਤਿ ਸ੍ਰੀ ਅਕਾਲ ਜੀ ਤੁਹਾਨੂੰ ਬੇਟਾ ਤੈਨੂੰ ਵੀ ਤੇਰੀ ਬਾਈ ਮਤ ਸਤਿ ਸ਼੍ਰੀ ਅਕਾਲ ਤੇ ਮੈਂ ਤਾਂ ਕਰਦੇ ਨਹੀਂ ਕਹਿੰਦੇ ਸਿਰਫ ਬਹੁਤ ਟਾਈਮ ਦੀ ਰਹਿਣਾ ਬਈ ਜਿਹਨੂੰ ਇੰਗਲਿਸ਼ ਨਹੀਂ ਆਉਂਦੀ ਉਹ ਇੰਗਲਿਸ਼ ਨੂੰ ਬੋਲ ਲੱਗ ਚਾਲੇ ਦੂਆ ਬੰਦਾ ਜਿਹੜਾ ਨਾ ਤਾਂ ਸਮਝ ਆਉਂਦਾ ਕੋਈ ਗੱਲ ਨਹੀਂ। ਪੰਜਾਬੀ ਪ੍ਰੋਗਰਾਮ ਪੰਜਾਬੀ ਦੀ ਗੱਲ ਕਰੋ, ਇੰਗਲਿਸ਼ ਬੋਲਣੀ ਤੁਸੀਂ ਆਪਣੀ ਜਿੱਥਾ ਮਰਜ਼ੀ ਬੋਲੋ, ਜੋ ਪੰਜਾਬੀ ਪ੍ਰੋਗਰਾਮ ਪੰਜਾਬੀ ਗੱਲ ਕਰੇ ਪਰ ਜਾਂ ਬਾਕੀ ਦਰਸ਼ਕਾਂ ਨੂੰ ਵੀ ਪਤਾ ਲੱਗੇ ਤੁਹਾਨੂੰ ਵੀ ਸਮਝ ਆਉਂਦੀ ਜੀ। ਕੋਈ ਗੱਲ ਨਹੀਂ, ਕੋਈ ਸ਼ਾਮ ਦਾ ਪ੍ਰੋਗਰਾਮ ਆਪਣਾ ਪਰਿਵਾਰ ਹੈ ਜੀ, ਕੋਈ ਨਹੀਂ। ਸ਼ੁਕਰੀਆ ਜੀ ਕਾਲ ਕਰਨ ਲਈ। ਕੋਈ ਨਹੀਂ, ਆਪਣਾ ਪਰਿਵਾਰ ਹੈ ਜੀ, ਕੋਈ ਨਹੀਂ। ਐਸੀ ਸ਼ਾਮ ਦਾ ਸਮਾਂ ਕਈ ਵਾਰੀ ਕੋਈ ਇੰਜੋਏ ਕਰ ਰਹੇ ਹੋ। ਨੈਕਸਟ ਕਾਲਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਹੈਲੋ, ਸਤਿ ਸ਼੍ਰੀ ਅਕਾਲ ਜੀ, ਮੈਂ ਨਿਊਯਾਰਕ ਤੋਂ ਆਤਮਾਰਾਮ ਬੋਲ ਰਿਹਾ ਸੀ ਜੀ। ਸਵਾਗਤ ਹੈ ਜੀ। ਮੈਂ ਪਹਿਲਾਂ ਵੀ ਤੁਹਾਨੂੰ ਕਾਲ ਕਰਦਾ ਹੁੰਦਾ ਕਦੀ ਕਦੀ ਹਾਂਜੀ, ਤੇ ਪ੍ਰੋਗਰਾਮ ਤੁਹਾਡਾ ਸੁਣੀਦਾ ਜੀ, ਬਹੁਤ ਵਧੀਆ ਲੱਗਦਾ। ਥੈਂਕ ਯੂ ਜੀ। ਤੇ ਇੱਕ ਮੈਨੂੰ ਇਹ ਦੱਸੋ ਥੋੜਾ ਵੀ ਕਦੋਂ ਕੈਨੇਡਾ ਖੁੱਲ ਰਿਹਾ? ਅਸੀਂ ਕੈਨੇਡਾ ਆਉਣਾ ਚਾਹੁੰਦੇ ਆ ਹਾਂਜੀ, ਘੁੰਮਣ ਬੇਟੇ ਕੋਲ, ਕਦੋਂ ਖੁੱਲ ਰਿਹਾ ਕੈਨੇਡਾ? ਸਾਨੂੰ ਕੋਈ ਇਨਫੋਰਮੇਸ਼ਨ ਦਿਓ ਜਰੂਰ। ਜਿੰਨਾ ਤੁਹਾਨੂੰ ਪਤਾ ਜੀ ਉਹਨਾਂ ਹੀ ਸਾਨੂੰ ਪਤਾ ਹੈ। ਅੱਜ ਸਰ ਕੋਈ ਨਹੀਂ ਖਬਰ ਹਾਲੇ ਮਿਲ ਰਹੀ ਜੀ ਕਿਸੇ ਤਰ੍ਹਾਂ ਦੀ ਵੀ। ਜਿੱਦਣ ਆ ਗਈ ਜੀ ਹਫਤਾ 10 ਦਿਨ ਪਹਿਲਾਂ ਕਹਿ ਰਿਹਾ ਸੀ ਨਾ ਵੀ ਜਲਦੀ ਖੁੱਲ ਜਾਣਾ। ਪੋਸਿਬਿਲਿਟੀ ਹੈਗੀ ਹੈ ਸਰ, ਛੇਤੀ ਅੱਜ ਗੱਲਬਾਤ ਹੋ ਰਹੀ ਹੈ ਕੈਬਨਿਟ ਦੇ ਉੱਪਰ, ਆਪਸ ਚ ਦੋਵੇਂ ਦੇਸ਼ਾਂ ਦੀ ਗੱਲਬਾਤ ਹੋ ਰਹੀ ਹੈ ਅੱਜ। ਮੇ ਬੀ ਤੁਹਾਨੂੰ ਬੜੀ ਛੇਤੀ ਕੋਈ ਨਾ ਕੋਈ G7 ਦੇ ਵਿੱਚ ਵੀ ਇਹ ਗੱਲ ਹੋਈ ਹੈ ਜੀ ਇਹਨਾਂ ਦੀ ਆਪਸ ਵਿੱਚ, ਤੇ ਹੁਣ ਵੀ ਚੱਲ ਰਹੀ ਹੈ ਜੀ। ਔਰ ਦੋਨਾਂ ਦੇਸ਼ਾਂ ਦੀ ਬੜੀ ਕੋਸ਼ਿਸ਼ ਹੈ ਕਿ ਜਿੰਨਾ ਛੇਤੀ ਤੋਂ ਛੇਤੀ ਖੋਲਿਆ ਜਾ ਸਕੇ, ਕਿਉਂਕਿ ਸਾਡੇ ਹੁਣ ਬਾਰਡਰਸ ਤਾਂ ਅਸੀਂ ਆਪਸ ਵਿੱਚ ਖੋਲਤੇ, ਅੰਟਾਰੀਓ ਨੇ ਕਬੈਕ ਦੇ ਨਾਲ ਸਾਡਾ ਬਾਰਡਰ ਬੰਦ ਸੀਗਾ, ਅਸੀਂ ਉਹ ਖੋਲ ਦਿੱਤਾ ਹੈ ਜੀ। ਅਸੀਂ ਹੌਲੀ ਹੌਲੀ, ਮੈਨੂੰ ਲੱਗਦਾ ਬੜੀ ਛੇਤੀ ਉਹ ਸਮਾਂ ਛੇਤੀ ਆ ਰਿਹਾ ਜੀ ਜਦੋਂ ਤੁਸੀਂ ਇੱਧਰ ਆ ਸਕੋਗੇ ਤੇ ਅਸੀਂ ਤੁਹਾਡੇ ਲਈ ਆ ਸਕਾਂਗੇ ਜੀ। ਸ਼ੁਕਰੀਆ ਜੀ ਕਾਲ ਦੱਸਾਂਗੇ ਜਦੋਂ ਪਤਾ ਲੱਗੇ ਤੁਹਾਨੂੰ ਜ਼ਰੂਰ ਦੱਸਾਂਗੇ। ਥੈਂਕ ਯੂ ਜੀ। ਬਿਲਕੁਲ ਸਰ, ਆਪਾਂ ਵੈਕਸੀਨ ਤੋਂ ਥੋੜਾ ਜਿਹਾ ਹੁਣ ਅੱਗੇ ਵਧੀਏ। BC ਵਾਲਿਆਂ ਨੂੰ ਥੋੜੀ ਜਿਹੀ ਖੁਸ਼ਖਬਰੀ ਦੇ ਦਈਏ ਜੀ। BC ਵਾਲਿਆਂ ਦੀ ਰੀਕ੍ਰੀਏਸ਼ਨਲ ਟਰੈਵਲ ਦੀ ਸ਼ੁਰੂਆਤ ਹੋ ਚੁੱਕੀ ਹੈ, ਸੋ ਇੰਜੋਏ ਕਰੋ, ਪਰ ਕੇਸਿਸ ਜ਼ਰੂਰ ਘਟਣੇ ਚਾਹੀਦੇ ਆ, ਇਹ ਨਹੀਂ ਹੈ ਕਿ ਸਾਰੇ ਤੁਸੀਂ ਪ੍ਰੀਕਾਸ਼ਨਸ ਲੈਣੇ ਬੰਦ ਕਰ ਦਿਓ। BC ਤੇ 3 ਹਿੱਸੇ ਕੀਤੇ ਸੀਗੇ ਜੀ, ਉਹ 3 ਹਿੱਸੇ ਸਾਰੇ ਚੱਕਤੇ ਨੇ ਜੀ। ਹੁਣ ਤੁਸੀਂ ਕਿਸੇ ਵੀ ਜਗ੍ਹਾ ਤੇ BC ਚ ਆ ਜਾ ਸਕਦੇ ਹੋ, ਤੁਹਾਨੂੰ ਕੋਈ ਰੋਕ ਟੋਕ ਨਹੀਂ ਹੈ ਜੀ। ਜਿਹੜੀ ਆਊਟਡੋਰ ਗੈਦਰਿੰਗ ਆ BC ਦੇ ਵਿੱਚ 50 ਬੰਦਿਆਂ ਦੀ ਕਰ ਦਿੱਤੀ ਗਈ ਹੈ, ਤੇ ਇਨਡੋਰ ਵੀ ਜਿੱਥੇ ਅਲਾਓ ਕਰਦਾ ਉੱਥੇ 50 ਬੰਦੇ ਜਾਂ 10% ਆਫ ਦਾ ਕੈਪੈਸਿਟੀ ਵਿਚ ਐਵਰ ਇਜ਼ ਮੋਰ, ਇਹ ਅਲਾਓ ਕਰਦਾ ਗਿਆ। ਧਾਰਮਿਕ ਸਥਾਨ ਵੀ ਇਹੀ ਗੱਲ ਹੈਗੀ ਜੀ, ਸਾਰਿਆਂ ਥਾਵਾਂ ਤੇ ਤੁਸੀਂ ਕਰ ਸਕਦੇ ਹੋ। ਜਿਹੜੇ ਰੈਸਟੋਰੈਂਟਸ ਆ ਇਹ ਸਾਨੂੰ ਅੱਗੇ ਨੇ, ਰੈਸਟੋਰੈਂਟ ਦੇ ਵਿੱਚ ਬਾਰਸ ਪਬਸ ਮਿਡਨਾਈਟ ਤੱਕ ਖੁੱਲੇ ਰਹਿ ਸਕਦੇ ਹੈਗੇ। ਮੇਰੇ ਖਿਆਲ ਫਿਰ ਇਨਡੋਰ ਹੈ ਇਹਨਾਂ ਦੇ, ਹਾਂ, ਤੇ ਸਾਡੇ ਹਜੇ ਆਊਟਡੋਰ ਹੀ ਆ। ਆਪਣੇ ਵੀ ਹੋ ਜਾਣਾ ਛੇਤੀ ਮੈਨੂੰ ਲੱਗਦਾ। ਜਿਹੜੀ ਫੇਥ ਗੈਦਰਿੰਗਸ ਆ ਉਹ ਵੀ 50 ਲੋਕਾਂ ਦੀ, ਮੈਂ ਦੱਸਿਆ ਜੀ। BC ਵਾਲੇ ਤੁਹਾਡੇ ਵਾਸਤੇ ਵਧੀਆ ਖਬਰ ਹੈ, ਪਰ ਗੱਲ ਜਿਵੇਂ ਤਰਨ ਹੁਣਾਂ ਨੇ ਕਹੀ ਹੈ ਜੀ, ਬੀ ਕੇਅਰਫੁਲ। ਅਜੇ ਇੰਟਾਰੀਓ ਵਾਲੇ ਤੁਸੀਂ ਵੀ ਸਾਰੇ ਬੀ ਕੇਅਰਫੁਲ। ਬਿਲਕੁਲ। ਉਧਰ ਕਹਿੰਦੇ ਪਏ ਕੈਨੇਡਾ ਦਾ ਵੰਡਰਲੈਂਡ ਵੀ ਸ਼ਾਇਦ ਛੇਤੀ ਖੁੱਲ ਜਾਣਾ ਆ।
ਹਾਂਜੀ ਤਰਨ ਨੇ ਜਾਣਾ ਸੀਗਾ ਜੀ ਤਾਂ ਫਿਰ ਉਹ ਕਹਿੰਦੇ ਚਲੋ ਹੁਣ ਖੋਲ ਦਿੰਦੇ ਹਾਂ ਜੀ ਇਸ ਕਰਕੇ ਵੰਡਰਲੈਂਡ ਖੁੱਲ ਰਿਹਾ ਜੀ। ਇਹ ਤਰਨ ਇਹ ਸਾਰੇ ਹੁਣ ਆਸਾਰ ਆ ਰਹੇ ਨੇ ਕੀ ਹੋਣ ਜਾ ਰਿਹਾ। ਕੱਲ ਜਿਵੇਂ ਸਾਨੂੰ ਗਵਰਨਮੈਂਟ ਆਫ ਅੰਟੈਰੀਓ ਨੇ ਇੱਕ ਲੀਡ ਦਿੱਤੀ ਸੀਗੀ, ਉਹ ਲੀਡ ਇਹ ਸੀ ਕਿ ਆਉਣ ਵਾਲੇ ਹਫਤੇ ਦੇ ਵਿੱਚ 400 ਤੋਂ ਨੰਬਰ ਥੱਲੇ ਆਏਗਾ। ਉਹਨਾਂ ਕੋਲ ਪ੍ਰੈਡਿਕਸ਼ਨਸ ਆਰ ਬੈਟਰ ਦੈਨ ਅਸ। ਆਪਾਂ ਗੱਲ ਇਹ ਵੀ ਗੱਲ ਕੀਤੀ ਸੀਗੀ ਜੇ 400 ਤੋਂ ਨੰਬਰ ਥੱਲੇ ਆ ਰਿਹਾ ਇਹ ਫਿਰ 400 ਤੋਂ ਨੰਬਰ ਥੱਲੇ ਨਹੀਂ ਹੈ, 400 ਕਿਤੇ ਥੱਲੇ ਆ ਰਿਹਾ। ਉਹ ਕਿਉਂਕਿ ਬਾਅਦ ਚ ਸਰਕਾਰਾਂ ਨੂੰ ਵੀ ਚੰਗਾ ਲੱਗਦਾ ਹੁੰਦਾ, ਸਭ ਨੂੰ ਵੀ ਚੰਗਾ ਲੱਗਦਾ 400 ਕਹਿੰਦੇ ਸੀ, ਇਹ ਤਾਂ 250 ਹੀ ਹੈ ਔਰ ਇਹ ਨੰਬਰ ਇਹਦੇ ਨੇੜੇ ਤੇੜੇ ਆ ਰਿਹਾ ਔਰ ਇਸ ਕਰਕੇ ਸਾਰੀਆਂ ਚੀਜ਼ਾਂ ਬਟ ਜਿਹੜੀਆਂ ਪ੍ਰੀਕਾਸ਼ਨਸ ਨੇ ਉੱਥੇ ਵੀ ਤੁਹਾਡਾ ਟੈਂਪਰੇਚਰ ਚੈੱਕ ਕੀਤਾ ਜਾ ਕਰੇਗਾ, ਤੁਹਾਨੂੰ ਮਾਸਕ ਲਾਉਣਾ ਪਵੇਗਾ, ਫਿਜ਼ੀਕਲ ਡਿਸਟੈਂਸਿੰਗ ਰੱਖਣੀ ਪਵੇਗੀ। ਪਰ ਖੁੱਲ ਰਹੀ ਹੈ ਤੇ ਤੁਸੀਂ ਆਨਲਾਈਨ ਜਾ ਕੇ ਜੀ ਆਪਦੇ ਟਿਕਟਸ ਲੈ ਸਕਦੇ ਹੋ। ਪਹਿਲੇ 2 ਦਿਨਾਂ ਵਾਸਤੇ ਜਿਹੜੇ ਮੈਂਬਰਸ ਨੇ ਇਕੱਲੇ ਉਹਨਾਂ ਵਾਸਤੇ ਖੁੱਲੇਗਾ, 2 ਦਿਨਾਂ ਤੋਂ ਬਾਅਦ ਜਿਹੜੇ ਬਾਕੀ ਸਾਰੇ ਆ ਜੀ ਉਹਨਾਂ ਵਾਸਤੇ ਕੈਨੇਡਾਜ਼ ਵੰਡਰਲੈਂਡ ਖੁੱਲ ਰਹੀ ਹੈ। ਬਿਲਕੁਲ ਸਰ, ਮੈਂ ਜਸਟ ਸਪੋਜ਼ ਕਰ ਰਹੀ ਸੀ, ਮੈਂ ਦਿਮਾਗ 'ਚ ਇਸ ਟਾਈਮ ਇਮੇਜਿਨ ਕਰ ਰਹੀ ਸੀ ਤੁਸੀਂ ਬੋਲ ਰਹੇ ਸੀ ਕਿ ਜਿਨ੍ਹਾਂ ਨੇ ਉੱਥੇ ਮਤਲਬ ਲੈਣੀ ਆ ਉੱਥੇ ਸਾਰਾ ਕੁਝ ਰਾਈਟਸ ਵਗੈਰਾ ਲੈਣੀਆਂ ਨੇ, ਕਿਵੇਂ ਲੈਣਗੇ, ਕੀ ਹਰ ਚੀਜ਼ ਨੂੰ ਸੈਨੀਟਾਈਜ਼ ਕੀਤਾ ਜਾਏਗਾ ਬਾਰ-ਬਾਰ ਕਿ ਇੱਕ ਰਾਈਟ ਲਈ ਆ ਉਸ ਤੋਂ ਬਾਅਦ ਸੈਨੀਟਾਈਜ਼ ਕੀਤਾ ਜਾਏਗਾ ਜਾਂ ਫਿਰ ਵੈਕਸੀਨ ਦਾ ਅਸਰ ਹੋਣਾ ਸ਼ੁਰੂ ਹੋ ਚੁੱਕਿਆ ਇਸ ਚੀਜ਼ ਨੂੰ ਲੈ ਕੇ? ਵੈਕਸੀਨ ਦਾ ਅਸਰ ਤਾਂ ਹੋਏਗਾ ਹੀ, ਪਰ ਜਦ ਤੱਕ ਮੇਰਾ ਖਿਆਲ ਹੈ ਤਾਂ ਸੈਨੀਟਾਈਜ਼ ਜ਼ਰੂਰ ਕੀਤਾ ਜਾਵੇਗਾ ਕਿਉਂਕਿ ਮੈਨੂੰ ਨਹੀਂ ਇਹ ਲੱਗਦਾ ਕਿ ਉੱਥੇ ਲਾਈਨਾਂ ਬਹੁਤੀਆਂ ਲੰਬੀਆਂ ਲੱਗਣਗੀਆਂ। ਹਰ ਕੋਈ ਫਿਰ ਵੀ ਲੋਕੀ ਪ੍ਰੀਕਾਸ਼ਨ ਕਰਨਗੇ। ਇਹ ਵੀ ਹੋ ਸਕਦਾ ਹੈ ਕਿ ਜਿਹੜੀ ਰਾਈਡ ਹੈਗੀ ਆ ਇੱਕ ਛੱਡ ਕੇ ਹੋਵੇ। ਸੈਨੀਟਾਈਜ਼ ਕਰਨਾ ਮੇਰੇ ਖਿਆਲ ਬਹੁਤ ਜ਼ਰੂਰੀ ਹੋਏਗਾ। ਹੁਣ ਅਸੀਂ ਰੈਸਟੋਰੈਂਟ 'ਚ ਕਿ ਲੋਕ ਜਾ ਰਹੇ ਨੇ ਚਾਹੇ ਬਾਹਰ ਵੀ ਬਹਿੰਦੇ ਨੇ ਉਹ ਇੱਕ ਵਾਰੀ ਸੈਨੀਟਾਈਜ਼ ਕਰਦੇ ਨੇ, ਉਸ ਤੋਂ ਬਾਅਦ ਤੁਸੀਂ ਮੁੜ ਕੇ ਉੱਥੇ ਬਣਾ। ਆਪਾਂ ਆਪਣੇ ਸਟੂਡੀਓ ਨੂੰ ਕੋਈ ਵੀ ਆਉਂਦਾ ਸਟੂਡੀਓ ਨੂੰ ਸੈਨੀਟਾਈਜ਼ ਕਰਦੇ ਹਾਂ। ਜਿਹੜੀ ਸੈਨੀਟਾਈਜ਼ੇਸ਼ਨ ਆ ਇਹ ਅਜੇ ਚੱਲਦੀ ਰਹੇਗੀ ਜਦ ਤੱਕ ਇਹ ਫੁੱਲੀ ਕੰਟਰੋਲ ਨਹੀਂ ਹੈਗਾ। ਲੋਕੀ ਮਾਸਕ ਤੁਸੀਂ ਦੇਖ ਲਿਓ ਇਹਦੇ ਕੋਵਿਡ ਦੇ ਜਾਣ ਤੋਂ ਬਾਅਦ ਵੀ ਕਾਫੀ ਦੇਰ ਬਾਅਦ ਤੱਕ ਵੀ ਬਹੁਤ ਐਸੇ ਲੋਕ ਹੋਣਗੇ ਜਿਹੜੇ ਮਾਸਕ ਪਾਈ ਰੱਖਣਗੇ। ਲਾਈਫਸਟਾਈਲ ਨੂੰ ਕਾਫੀ ਚੇਂਜ ਕਰਤਾ ਵੈਸੇ ਕਰੋਨਾ ਵਾਇਰਸ ਨੇ। ਬਿਲਕੁਲ, ਸਾਨੂੰ ਇੱਕ ਤਾਂ ਇਕੱਲੇ ਰਹਿਣ ਸਿੱਖ ਗਏ ਅਸੀਂ, ਸਟੋਰਸ ਤੇ ਜਾਣੋਂ ਹਟ ਗਏ ਹੈਗੇ ਆ ਜਿਹੜੇ ਲੋਕੀ ਹੁਣ ਲਾਈਨਾਂ ਲਾ ਕੇ ਵਹੀਰਾਂ ਕੱਤ ਕੇ ਜਾ ਰਹੇ ਨੇ। ਬਟ ਲਾਈਫ ਸਟਾਈਲ ਹੈਜ਼ ਚੇਂਜਡ ਐਂਡ ਦੇਖੋ ਜਦੋਂ ਤੁਹਾਨੂੰ ਮਜਬੂਰੀ ਹੋ ਜਾਂਦੀ ਹੈ, ਜਦੋਂ ਮੌਤ ਦਾ ਡਰ ਆਉਂਦਾ ਨਾ ਉਦੋਂ ਬੰਦਾ ਬਹੁਤ ਕੁਛ ਕਰਦਾ। ਜਦੋਂ ਕਿਹਾ ਵੀ ਐਂ ਕਰੇਗਾ ਤਾਂ ਤੇਰੇ ਨਾਲ ਨੁਕਸਾਨ ਹੋ ਜਾਏਗਾ ਤੇ ਫਿਰ ਬੰਦਾ ਡਰਨ ਲੱਗਾ, ਚੁੱਪ ਕਰਕੇ ਦਰਾਂ ਅੰਦਰ ਲੋਕੀ ਤੜਕੇ ਬਹਿ ਗਏ। ਜਿਹੜਾ ਬਾਹਰ ਜਾਂਦਾ ਸੀ ਉਹਨੂੰ ਵੀ ਕਹਿੰਦੇ ਸੀ ਤੂੰ ਕਰਨ ਕੀ ਚੱਲਿਆ, ਇੰਨਾ ਫਰਕ ਪੈ ਗਿਆ। ਬਿਲਕੁਲ, ਤੁਸੀਂ ਇਹ ਦੇਖੋ ਵੀ ਜਿੰਨੀ ਓਨਟਾਰੀਓ ਦੇ ਵਿੱਚ ਜਦੋਂ ਫਸਟ ਸਟੇਜ ਓਪਨਿੰਗ ਹੋਈ ਹੈ ਤੇ ਜਿਸ ਤਰੀਕੇ ਨਾਲ ਲੰਬੀਆਂ ਲਾਈਨਾਂ ਦੇਖਣ ਨੂੰ ਸੁਣਨ ਨੂੰ ਮਿਲੀਆਂ ਨੇ ਤੇ ਆਪਾਂ ਖੁਦ ਉੱਥੇ ਸਾਰਾ ਕੁਝ ਦੇਖਿਆ। ਬਾਕੀ ਆਪਾਂ ਪ੍ਰੋਵਿੰਸਸ ਵਿੱਚ ਐਵੇਂ ਦੀਆਂ ਚੀਜ਼ਾਂ ਨਹੀਂ ਸੁਣੀਆਂ। ਬਾਕੀਆਂ ਨੂੰ ਵੀ ਪੁੱਛਾਂਗੇ ਇਸ ਵਕਤ ਕੈਨੇਡਾ ਦੀਆਂ ਵੱਖ-ਵੱਖ ਪ੍ਰੋਵਿੰਸਸ ਤੋਂ, ਜੇ ਤੁਸੀਂ ਸਾਨੂੰ ਸੁਣ ਰਹੇ ਹੋ ਤੁਹਾਡੀ ਪ੍ਰੋਵਿੰਸ ਜਦੋਂ ਰੀਓਪਨਿੰਗ ਹੋਈ ਆ ਤਾਂ ਕਿਵੇਂ ਦੇ ਹਾਲਾਤ ਸੀ, ਕਿ ਤੁਹਾਡੇ ਵੀ ਇੱਥੇ ਐਵੇਂ ਲੰਬੀਆਂ ਲਾਈਨਾਂ ਲੱਗੀਆਂ ਸੀ? ਸਾਨੂੰ ਦੱਸਿਓ ਜ਼ਰੂਰ ਕਾਲ ਕਰਕੇ ਐਕਸਪੀਰੀਅੰਸ। ਯੂਐਸ ਵਿੱਚ ਵੀ ਦੱਸੋ ਜੀ। ਯੂਐਸ ਤਾਂ ਤੁਸੀਂ ਸਾਡੇ ਨਾਲ ਪਹਿਲਾਂ ਖੁੱਲੇ ਹੋ ਤੇ ਤੁਹਾਡੇ ਕਿਵੇਂ? ਮੈਨੂੰ ਇਹਨਾਂ ਜ਼ਰੂਰ ਪਤਾ ਕਿ ਬੀਚਸ ਤੁਹਾਡੇ ਬੜੇ ਫੁੱਲ ਸੀਗੇ ਤੇ ਬਾਕੀ ਜਿਹੜੇ ਮਾਲਸ ਵਗੈਰਾ ਹੈਗਾ ਉੱਥੇ ਕੀ ਹਾਲ ਹੈ? ਮਾਸਕ ਕਿੰਨਾ ਕੁ ਮੈਂਡੇਟਰੀ ਹੈ ਯੂਐਸ ਦੇ ਵਿੱਚ? ਹੁਣ ਜੇ ਤੁਸੀਂ ਇੰਡੋਰਸ ਵਿੱਚ ਜਾਂਦੇ ਹੋ ਕੋਈ ਵੀ ਕੰਮ ਕਰਦੇ ਹੋ ਕਿੰਨੇ ਕੁ ਮਾਸਕ ਜ਼ਰੂਰੀ ਨੇ? ਸਰ ਅਗਲੀ ਖਬਰ, ਜੇ ਤੁਸੀਂ ਸਪੇਸ ਵਿੱਚ ਜਾਣਾ ਚਾਹੁੰਦੇ ਹੋ, ਹੁਣ ਇਸ ਵਕਤ ਕਰੋਨਾ ਵਾਇਰਸ ਤਾਂ ਲਗਭਗ ਧਰਤੀ ਉੱਤੇ ਕੰਟਰੋਲ ਹੋ ਰਿਹਾ ਵਾ, ਜੇ ਤੁਸੀਂ ਸਪੇਸ 'ਚ ਜਾਣਾ ਚਾਹੁੰਦੇ ਹੋ ਕਰੋਨਾ ਵਾਇਰਸ ਦੇ ਹਾਲਾਤਾਂ ਤੋਂ ਵਾਪਸ ਉੱਪਰ ਜਾਣਾ ਚਾਹੁੰਦੇ ਹੋ ਤਾਂ ਇਹਦੇ ਲਈ ਤੁਹਾਨੂੰ ਜ਼ਿਆਦਾ ਪੈਸੇ ਨਹੀਂ ਖਰਚਣੇ ਪੈਣੇ। ਸਿਰਫ $28 ਮਿਲੀਅਨ ਦੀ ਟਿਕਟ ਹੈ ਤੇ ਤੁਸੀਂ ਸਪੇਸ ਦੀ ਸੈਰ ਕਰ ਸਕਦੇ ਹੋ। ਸਰ ਤੁਸੀਂ ਤਾਂ ਫਿਰ ਹੋਵੋਗੇ ਵੀ ਚਾਰਾਂ 'ਚੋਂ ਇੱਕ, ਠੀਕ ਹੈ ਨਾ? ਬਲੂ ਓਰੀਜਨ ਹੈ ਜੀ ਮੇਰੇ ਖਿਆਲ ਜਿਹੜਾ ਉਹਦਾ ਹੈਗਾ ਸਪੇਸ ਸ਼ਿਪ ਹੈ ਜੀ। ਜੈਫ ਬੋਜ਼ੋ ਨੇ ਜਿਹੜਾ ਬੜਾ ਤਕੜਾ ਐਂਟਰਪ੍ਰੀਨਰ ਹੈ ਜੀ, ਉਹਨੇ ਆਪ ਜਾ ਰਿਹਾ, ਉਹਦਾ ਬ੍ਰਦਰ ਜਾ ਰਿਹਾ ਤੇ 2 ਸੀਟਾਂ ਉਹਨੇ ਵੇਚੀਆਂ ਨੇ। ਇੱਕ 28 ਦੀ ਵਿਕੀ ਹੈ ਜੀ ਤੇ ਹਰੇ ਚੌਥੀ ਦਾ ਉਹਨੇ ਅਨਾਉਂਸਮੈਂਟ ਨਹੀਂ ਕੀਤੀ ਹੈਗੀ ਹੈ। ਜਾਣਾ ਸਪੇਸ ਤੇ ਜੀ। ਸਪੇਸ ਕਿੱਥੋਂ ਸ਼ੁਰੂ ਹੁੰਦਾ? ਇਟਸ ਅ ਕੁਐਸਚਨ ਐਜ਼ ਵੈਲ। ਤੁਸੀਂ ਇੱਕ ਲਿਮਟ ਲਾ ਲਈ ਵੀ ਇੱਥੋਂ ਸ਼ੁਰੂ ਹੁੰਦਾ। ਐਕਚੁਅਲੀ ਜਿਹੜਾ ਸਪੇਸ ਹੈ ਉਹ ਕਿਤੋਂ ਵੀ ਤੁਸੀਂ ਕਰ ਸਕਦੇ ਹੋ, ਵੈਸੇ 100 ਕਿਲੋਮੀਟਰ ਤੋਂ। ਓਕੇ, ਜਦੋਂ ਧਰਤੀ ਤੋਂ 100 ਕਿਲੋਮੀਟਰ ਉੱਪਰ ਚਲੇ ਜਾਂਦੇ ਹੋ ਸਾਨੂੰ ਵੇਟਲੈਸਨੈਸ ਦੀ ਸ਼ੁਰੂ ਹੋ ਜਾਂਦੀ ਹੈਗੀ ਹੈ। ਸੋ ਜਿਹਨੂੰ ਸਪੇਸ ਗਿਣਦੇ ਹਾਂ ਅਸੀਂ, ਜਿਹੜਾ 100 ਕਿਲੋਮੀਟਰ ਤੋਂ ਉੱਪਰ ਚਲਾ ਜਾਂਦਾ ਉਹ ਸਪੇਸ 'ਚ ਜਾ ਆਉਂਦਾ ਹੈਗਾ। ਇਹ ਜਿਹੜੀ ਫਲਾਈਟ ਵੀ ਹੋਊਗੀ ਤਰਨ 4 ਜਣਿਆਂ ਨੇ ਜਾਣਾ, ਇਹਨੇ ਲੈਂਡ ਵੀ ਸਿੱਧਾ ਕਰਨਾ। ਪਰ ਮੈਨੂੰ ਹੁਣ ਜਿਹੜਾ ਨਵਾਂ ਇਹਦਾ ਆ ਰਿਹਾ ਸਿਸਟਮ ਕਿ ਉਹ ਪੈਰਾਸ਼ੂਟ ਦੇ ਰਾਹੀਂ ਲੈਂਡ ਕਰਨਾ, ਉਸ ਚੀਜ਼ ਨੇ ਆਏ ਨਹੀਂ ਹੈ ਆਪਣੇ ਆਪ ਉਹਨੇ ਸਿੱਧਾ ਆ ਕੇ ਹੋਣਾ। ਵੈਸੇ ਸਿਸਟਮ ਦੇ ਹੈਵ ਆਲਰੇਡੀ ਡਿਵੈਲਪਡ ਦਾ ਸਿਸਟਮ। ਜਿਹੜੀ ਪਹਿਲੀ ਫਲਾਈਟ ਸੀ ਸਪੇਸ ਦੀ ਪਤਾ ਕਿੰਨੀ ਦੇਰ ਦੀ ਸੀ?
ਮੇਰਾ ਖਿਆਲ ਆ ਉਹ 128 ਮਿੰਟ ਦੀ ਸੀ ਜਿਹੜਾ ਯੂਰੀ ਗਗਾਰਨ ਗਿਆ ਸੀਗਾ, ਉਹਨੇ ਸਪੇਸ ਦਾ ਇੱਕ ਗੇੜਾ ਕੱਢਿਆ ਸੀਗਾ, 128 ਮਿੰਟ ਦੇ ਬਾਅਦ ਉਹ ਲੈਂਡ ਕਰ ਗਿਆ ਸੀਗਾ। ਛੋਟਾ ਜਿਹਾ ਕੈਪਸੂਲ ਸੀ, ਉਹ ਛੋਟੇ ਕੱਦ ਦਾ ਬੰਦਾ ਸੀਗਾ, ਉਦੋਂ ਵੱਡਾ ਬੰਦਾ ਉਹ 'ਚ ਫਿੱਟ ਹੀ ਨਹੀਂ ਸੀ ਹੋ ਸਕਦਾ। ਇਹ ਉਹਦੇ ਵਾਸਤੇ ਬੜਾ ਵੱਡਾ ਐਡਵਾਂਟੇਜ ਸੀਗਾ ਕਿ ਛੋਟੇ ਸਾਈਜ਼ ਦਾ ਉਹਦਾ ਥਾਂ ਛੋਟਾ ਸੀਗਾ, ਉਹ 'ਚ ਯੂਰੀ ਗਗਾਰਨ ਵਰਗਾ ਫਿੱਟ ਆਉਂਦਾ ਸੀਗਾ। ਐਂਡ ਹੀ ਵਾਜ਼ ਵੈਰੀ ਸਮਾਰਟ ਗਾਏ, ਉਹ ਨਹੀਂ ਹੈ ਵੀ ਇਸ ਕਰਕੇ ਸੀ, ਹੀ ਵਾਜ਼ ਫਾਈਟਰ ਪਾਇਲਟ ਸੀਗਾ, ਟ੍ਰੇਨਰ ਸੀਗਾ, ਬਹੁਤ ਵਾਜ਼ ਵੈਰੀ ਸਮਾਰਟ ਗਾਏ। ਬਟ ਹੀ ਇਜ਼ ਦ ਫਰਸਟ ਮੈਨ to go into the space। ਐਂਡ ਖਾਸ ਤੌਰ ਤੇ ਇਹਨਾਂ ਨੂੰ ਟ੍ਰੇਨਿੰਗ ਵੀ ਦਿੱਤੀ ਜਾਏਗੀ ਜੇ ਹੁਣ ਜਾਣਗੇ ਜਿਨ੍ਹਾਂ ਦੀ ਆਪਾਂ ਗੱਲ ਕਰ ਰਹੇ ਹਾਂ 4 ਯਾਤਰੀਆਂ ਦੀ। ਸੋ ਇਹਨਾਂ ਨੂੰ ਖਾਸ ਸਪੇਸ ਦੇ ਵਿੱਚ ਉੱਥੇ ਟ੍ਰੇਨਿੰਗ ਦਿੱਤੀ ਜਾਏਗੀ ਕਿ ਤੁਸੀਂ ਉੱਥੇ ਕਿਵੇਂ ਆਪਣੇ ਆਪ ਨੂੰ ਵਿਚਰਨਾ ਜਾਂ ਕਿਵੇਂ ਕੰਟਰੋਲ ਕਰਨਾ, ਆਕਸੀਜਨ ਦੀ ਜੇ ਸ਼ਾਰਟੇਜ ਆਉਂਦੀ ਹੈ ਜਾਂ ਉੱਥੇ ਤੁਸੀਂ ਕੀ ਕਰ ਸਕਦੇ ਹੋ। ਪਤਾ ਕਿੰਨੀ ਦੇਰ ਰਹਿਣਾ ਨੇ? 10 ਮਿੰਟ। 10 ਮਿੰਟ, ਹਾਂਜੀ 10 ਮਿੰਟ ਦੇ ਇਹਨਾਂ ਜਿਹੜੀ ਵੇਟਲੈਸਨੈਸ ਹੈਗੀ ਆ ਰਾਈਟ ਨਾਓ, ਦੈਟਸ ਵਾਟ ਦੇ ਆਰ ਸੇਇੰਗ। ਇਹਨਾਂ ਨੂੰ 10 ਮਿੰਟ ਵਾਸਤੇ ਹੋਈ ਉਹ ਮਹਿਸੂਸ ਹੋਵੇਗੀ ਤੇ ਉਸ ਤੋਂ ਬਾਅਦ ਇਹ ਵਾਪਸ ਆ ਜਾਏਗਾ ਜੀ। ਓਕੇ, ਯਾਨੀ ਬਹੁਤੀ ਦੇਰ ਨਹੀਂ ਆਇਆ ਨਹੀਂ। ਜਿਵੇਂ ਸਪੇਸ ਸਟੇਸ਼ਨ ਤੇ ਜਾਂਦੇ ਆ, ਸਪੇਸ ਸਟੇਸ਼ਨ ਤੇ ਇੱਕ ਮੈਨੂੰ ਉਹਦਾ ਨਾਮ ਭੁੱਲ ਗਿਆ, ਤਰਨ ਸਾਇੰਟਿਸਟ ਸੀਗਾ, ਹੀ ਵਾਜ਼ ਰਸ਼ੀਅਨ। ਉਹ ਐਸਾ ਬੰਦਾ ਸੀਗਾ ਜਦੋਂ ਸਪੇਸ 'ਚ ਗਿਆ ਤਾਂ ਇੱਕ ਦੇਸ਼ ਸੀਗਾ, ਜਦੋਂ ਵਾਪਸ ਆਇਆ ਤਾਂ 7 ਦੇਸ਼ ਬਣ ਗਏ ਸੀਗੇ। ਔਰ ਬਹੁਤ ਦੇਰ ਉੱਤੇ ਹੁਣ ਸਮਝ ਨਹੀਂ ਸੀ ਆਉਂਦੀ ਲੈਂਡ ਕਿੱਥੇ, ਉਹਨੇ ਆਉਣਾ ਕਿੱਥੇ, ਕਿਹੜੇ ਦੇਸ਼ ਦਾ ਉਹਨੂੰ ਇਹ ਨਹੀਂ ਸੀ ਪਤਾ ਲੱਗਦਾ। ਫਿਰ ਉਹ ਐਸੇ ਹਾਲਾਤ ਵੀ ਬਿਲਕੁਲ। ਤੇ 10 ਮਿੰਟਾਂ ਦੀ ਤੁਸੀਂ ਦੇਖ ਲਓ ਜੀ, $28 ਮਿਲੀਅਨ ਬੁੱਕ ਦੇਣਾ ਚਾਹੁੰਦੇ ਹੋ ਤਾਂ ਚੌਥੀ ਟਿਕਟ ਦਾ ਹਜੇ ਪਤਾ ਨਹੀਂ ਲੱਗਿਆ। ਐਵੇਂ ਹੀ ਹੈ, ਪੈਸੇ ਦਾ ਕੀ ਹੁੰਦਾ, ਪਾਸਬੁੱਕ 'ਚ ਨੰਬਰ ਆ, ਐਡੀ ਕਿਹੜੀ ਗੱਲ ਆ, ਵਰਤ ਲਓ। ਬਿਲਕੁਲ ਸਰ, ਕੋਈ ਨਵਾਂ ਐਕਸਪੀਰੀਅੰਸ ਹੋ ਜਾਂਦਾ ਜਿਹਦੇ ਕੋਲੇ ਹੈਗਾ ਉਹਨੂੰ ਤਾਂ ਵਰਤਣਾ ਚਾਹੀਦਾ। ਬਿਲਕੁਲ। ਇੱਥੇ ਟਰੰਪ ਸਾਹਿਬ ਦੀ ਵੀ ਥੋੜੀ ਜਿਹੀ ਗੱਲ ਕਰ ਲਈਏ। ਸਾਰੀ ਕਰੋ ਜੀ ਉਹਨਾਂ ਦੀ। ਇਸ ਵਕਤ ਅਮਰੀਕਾ ਦੇ ਨਿਆਂ ਵਿਭਾਗ ਨੇ ਜੀ ਨਵਾਂ ਝਟਕਾ ਦਿੱਤਾ ਮਿਸਟਰ ਟਰੰਪ ਨੂੰ। ਇਲੈਕਸ਼ਨਸ ਵਿੱਚ ਗੜਬੜੀ ਦੀ ਗੱਲ ਇਹਨਾਂ ਨੇ ਆਖੀ ਸੀ ਕਿ ਇਲੈਕਸ਼ਨਸ ਵਿੱਚ ਗੜਬੜੀ ਹੋਈ ਹੈ ਤੇ ਇਹ ਇਲੈਕਸ਼ਨਸ ਦੇ ਰਿਜ਼ਲਟ ਨੂੰ ਵਾਪਸ ਲਿਆ ਜਾਵੇ। ਉਹਨਾਂ ਦੀ ਇਸ ਅਪੀਲ ਨੂੰ ਜਿਹੜਾ ਰੱਦ ਕਰ ਦਿੱਤਾ ਗਿਆ। ਸਰ ਕੀ ਕਹੋਗੇ? ਜਸਟਿਸ ਡਿਪਾਰਟਮੈਂਟ ਨੂੰ ਪ੍ਰੈਜ਼ੀਡੈਂਟ ਨਾਲ ਐਡੀ ਵੱਡੀ ਗੱਲ ਕਰਨੀ, ਪ੍ਰੈਜ਼ੀਡੈਂਟ ਦੇ ਜਿਹੜੇ ਅਮਲਾ ਫੈਲਾ ਸੀ, ਖਾਸ ਕਰਕੇ ਜਿਹੜਾ ਰੂਡੀ ਜੁਲਿਆਨੀ ਹੈਗਾ ਇਹਨਾਂ ਦਾ ਲਾਇਰ ਹੈ ਜੀ, ਉਹਨੇ ਉਹਨਾਂ ਲੋਕਾਂ ਤੱਕ ਅਪਰੋਚ ਕੀਤੀ ਹੈ ਜਿਹੜੇ ਕਿ ਕੁਝ ਦਿਨ ਪਹਿਲਾਂ ਜਸਟਿਸ ਡਿਪਾਰਟਮੈਂਟ ਦੇ ਵਿੱਚ ਟਰੰਪ ਨੇ ਬਦਲੇ ਸੀਗੇ। ਜਿਹੜੇ ਲੋਕੀ ਟਰੰਪ ਸਾਹਿਬ ਨਾਲ ਕੰਮ ਕਰਨ ਤੋਂ ਕਹਿੰਦੇ ਸੀ ਮੇਰੇ ਤੋਂ ਨਹੀਂ ਕੰਮ ਹੁੰਦਾ, ਇਹਨਾਂ ਦੇ ਨਾਲ ਛੱਡ ਗਏ ਸੀਗੇ। ਈਵਨ ਨਵੀਆਂ ਅਪਾਇੰਟਮੈਂਟਸ ਵਾਲਿਆਂ ਨੇ ਸੋਚਣ ਵਾਲੀ ਗੱਲ ਹੈਗੀ ਹੈ ਵੀ ਲੋਕਾਂ ਦਾ ਕੈਰੈਕਟਰ ਕਿੱਥੇ ਹੈ। ਤੇ ਆਪਾਂ ਹੋਰਾਂ ਕੰਟਰੀਜ਼ ਨਾਲ ਜੇ ਆਪਾਂ ਥੋੜਾ ਇਸ ਨੂੰ ਕੰਪੈਰੀਜ਼ਨ ਕਰਕੇ ਦੇਖੀਏ, ਨਵੇਂ ਅਪਾਇੰਟਮੈਂਟ ਕੀਤੇ ਹੋਏ ਲੋਕ ਵੀ ਉਹਨਾਂ ਨੇ ਮਿਸਟਰ ਟਰੰਪ ਨੂੰ ਸਿੱਧਾ ਜਵਾਬ ਦਿੱਤਾ ਸੀ। ਮਿਸਟਰ ਟਰੰਪ ਦੇ ਲਾਇਰਸ ਨੂੰ, ਮਿਸਟਰ ਟਰੰਪ ਦੀ ਟੀਮ ਨੂੰ ਸਿੱਧਾ ਜਵਾਬ ਦਿੱਤਾ ਸੀ ਵੀ ਇਹ ਜਿਹੜਾ ਤੁਸੀਂ ਕਲੇਮ ਕਰ ਰਹੇ ਹੋ ਇਹ ਬਿਲਕੁਲ ਗਲਤ ਹੈ, ਇਹ ਝੂਠਾ, ਇਹਦੇ ਤੇ ਅਸੀਂ ਬਿਲਕੁਲ ਕੋਈ ਵੀ ਕਾਰਵਾਈ ਨਹੀਂ ਕਰਾਂਗੇ। ਤਰਨ ਹੁਣ ਪ੍ਰੋਬਲਮ ਹੋਰ ਆਉਣੀ ਹੈ। ਪ੍ਰੋਬਲਮ ਇਹ ਆਉਣੀ ਹੈ ਕਿ ਇਹ ਦਿਸ ਚੀਜ਼ ਇਜ਼ ਡਾਕੂਮੈਂਟਡ ਥਿੰਗ ਵੀ ਤੁਸੀਂ ਆਪਦੀ ਪਾਵਰ ਦੇ ਇਨਫਲੂਐਂਸ ਦੇ ਨਾਲ ਤੁਸੀਂ ਕੋਈ ਰਿਜ਼ਲਟ ਨੂੰ ਚੇਂਜ ਕਰਨਾ ਚਾਹ ਰਹੇ ਹੋ। ਨਾਓ ਮਿਸਟਰ ਟਰੰਪ ਗੋਇੰ ਟੂ ਹੈਵ ਅਨਦਰ ਪ੍ਰੋਬਲਮ। ਪਹਿਲਾਂ ਤਾਂ ਢੇਰ ਲੱਗਿਆ ਹੀ ਹੋਇਆ, ਉਹ ਢੇਰ ਦੇ ਉੱਤੇ ਇੱਕ ਚੀਜ਼ ਹੋਰ ਟਿਕ ਗਈ ਹੈ ਕੀ ਹੈ ਵੀ ਇਹਨਾਂ ਨੇ ਜਸਟਿਸ ਡਿਪਾਰਟਮੈਂਟ ਦੇ ਵਿੱਚ ਦਖਲ ਅੰਦਾਜ਼ੀ ਕੀਤੀ ਹੈ ਜਿਹੜੀ ਕਿ ਇਹਨਾਂ ਦਾ ਕਨਸਟੀਟਿਊਸ਼ਨ ਅਲਾਉ ਨਹੀਂ ਕਰਦਾ ਔਰ ਇਹ ਕਰ ਨਹੀਂ ਸਕਦੇ। ਹੋਰਾਂ ਦੇਸ਼ਾਂ ਦੀ ਗੱਲ ਵੱਖਰੀ ਹੈ ਜਿੱਥੇ ਇਹ ਕੁਛ ਕੀਤਾ ਜਾਂਦਾ। ਸੋ ਮਿਸਟਰ ਟਰੰਪ ਵਾਸਤੇ ਆਪਾਂ ਅੱਗੇ ਵੀ ਗੱਲ ਕੀਤੀ ਸੀ, ਮੈਨੂੰ ਲੱਗਦਾ ਹੈ ਕਿ ਮਿਸਟਰ ਟਰੰਪ ਨੂੰ ਜਿਹੜਾ ਕੁਛ ਮਗਰੋਂ ਐਜ਼ ਅ ਪ੍ਰੈਜ਼ੀਡੈਂਟ, ਐਕਸ ਪ੍ਰੈਜ਼ੀਡੈਂਟ ਜਿਹੜੀਆਂ ਸੁਵਿਧਾਵਾਂ ਮਿਲਦੀਆਂ ਨੇ, ਜਿਹੜਾ ਮਾਣ ਤਾਣ ਮਿਲਦਾ ਹੈਗਾ, ਉਹ ਇਹਨਾਂ ਕੋਲੇ ਜੋ ਕੁਛ ਹੋ ਰਿਹਾ ਜੇ ਸਾਰਾ ਕੁਛ ਇਹਨਾਂ ਦੇ ਅਗੇਂਸਟ ਫੈਸਲੇ ਹੋ ਜਾਂਦੇ ਆ, ਉਹ ਸਾਰੇ ਪ੍ਰਿਵਿਲੇਜ ਇਹਨਾਂ ਤੋਂ ਮੁੜਵਾ ਲਏ ਜਾਣਗੇ। ਹੁਣ ਕਈ ਐਸੇ ਫੰਕਸ਼ਨਸ ਹੁੰਦੇ ਨੇ ਜਿੱਥੇ ਸਾਰੇ ਐਕਸ ਪ੍ਰੈਜ਼ੀਡੈਂਟਸ ਆਉਂਦੇ ਨੇ, ਆਪਾਂ ਸਾਰਿਆਂ ਨੂੰ ਦੇਖਿਆ ਔਰ ਉਹਨਾਂ ਨੂੰ ਉਨਾ ਹੀ ਸਤਿਕਾਰ ਦਿੱਤਾ ਜਾਂਦਾ। ਪਰ ਮੈਨੂੰ ਇਉਂ ਲੱਗਦਾ ਜੇ ਆਹ ਗੱਲਾਂ ਸਿਰੇ ਚ ਰਹੀਆਂ ਤਾਂ ਉਹਨਾਂ ਪ੍ਰੈਜ਼ੀਡੈਂਟਸ, ਐਕਸ ਪ੍ਰੈਜ਼ੀਡੈਂਟਸ ਵਿੱਚ ਇਹ ਸ਼ਾਮਲ ਨਹੀਂ ਹੋਇਆ ਕਰਨਗੇ, ਇਹ ਸ਼ਾਇਦ ਕਿਤੇ ਹੋਰ ਹੋਣਗੇ। ਸਰ ਇਹ ਤਾਂ 24 ਦੀਆਂ ਇਲੈਕਸ਼ਨਸ ਤੇ ਦੁਬਾਰਾ ਆ ਰਹੇ ਨੇ, ਤਾਂ ਕਹਿ ਰਹੇ ਨੇ ਕਿ ਹੁਣ ਅਸੀਂ ਇਸ ਵਾਰੀ ਧੋਖਾ ਹੋ ਗਿਆ, ਅਗਲੀ ਵਾਰੀ ਨਹੀਂ ਧੋਖਾ ਹੋਣ ਦੇਵਾਂਗੇ ਤੇ ਅਸੀਂ ਅਗਲੀ ਵਾਰੀ 2024 ਚ ਰੂਲਿੰਗ ਪਾਰਟੀ ਸਾਡੀ ਹੋਏਗੀ। ਆਈ ਐਗਰੀ ਵਿਦ ਯੂ। ਰੀਜ਼ਨ ਕੀ ਹੈ ਤਰਨ? ਰੀਜ਼ਨ ਇਹੀ ਹੈ ਟੂ ਸਟੇ ਆਊਟ ਆਫ ਦ ਪ੍ਰਿਜ਼ਨ। ਜੇ ਇਹ ਅਗਲੀ ਵਾਰੀ ਇਹ ਇਲੈਕਸ਼ਨ ਇਹਨਾਂ ਨੂੰ ਹੁਣ ਦੁਬਾਰੇ ਨੋਮੀਨੇਸ਼ਨ ਲੜਨੀ ਪੈਣੀ, ਠੀਕ ਹੈ, ਇਉਂ ਨਹੀਂ ਹੈ ਵੀ ਮੈਂ ਬਣਨਾ ਜਿਹੜਾ ਸਿਟਿੰਗ ਪ੍ਰੈਜ਼ੀਡੈਂਟ ਆ that can go for the second term, but now he is not going to be a sitting president। ਹੁਣ ਇੱਕ ਨਵਾਂ ਕੈਂਡੀਡੇਟ ਦੇ ਤੌਰ ਤੇ ਆਉਣਾ, ਇਹਨਾਂ ਨੂੰ ਪਹਿਲਾਂ ਤਾਂ ਆਪਦੀ ਨੋਮੀਨੇਸ਼ਨ ਜਿੱਤਣੀ ਪੈਣੀ ਹੈ। ਨੋਮੀਨੇਸ਼ਨ ਜਿੱਤਣੀ ਕੋਈ ਸੌਖੀ ਨਹੀਂ ਹੋਏਗੀ। ਠੀਕ ਹੈ, ਇਹਨਾਂ ਦਾ ਗਰੁੱਪ ਹੈਗਾ, ਇਹ ਜਿਹੜੀ ਰਾਈਟ ਵਿੰਗ ਸੋਚ ਹੈਗੀ ਉਹ ਹੈਗੀ, ਪਰ ਸਾਰੇ ਰਿਪਬਲਿਕਨਸ ਇਹ ਸੋਚ ਵਾਲੇ ਨਹੀਂ ਹੈ। ਐਂਡ ਇੱਕ ਵੱਡੀ ਗੱਲ ਹੋਰ ਹੈ, ਜਿਹੜਾ ਇਹਨਾਂ ਪਿੱਛੇ ਜਿਹੜਾ ਪੂਰ ਬੈਠਾ ਪੋਲੀਟੀਸ਼ੀਅਨਸ ਦਾ, ਜਿਹੜੇ ਆਪ ਪ੍ਰੈਜ਼ੀਡੈਂਟ
ਜੋ ਬਾਈਡਨ ਤੀਜੀ ਵਾਰੀ ਮੌਕਾ ਲੱਗਿਆ ਜੀ ਪਹਿਲਾਂ ਦੋ ਵਾਰੀ ਚਾਂਸ ਦੇ ਵਿੱਚ ਜੋ ਬਾਈਡਨ ਹਾਰ ਚੁੱਕੇ ਆ ਥੱਲੇ ਲੈਵਲ ਅਰੀਆਂ 'ਚ ਹੀ ਹਾਰਦੇ ਰਹੇ ਆ ਉਹ ਲੋਕੀ ਕਿੱਥੇ ਜਾਣਗੇ ਜੇ ਅਗਲੀ ਵਾਰੀ ਜੇ ਟਰੰਪ ਸਾਹਿਬ ਪ੍ਰੈਜ਼ੀਡੈਂਟ ਫੇਰ ਬਣ ਜਾਂਦੇ ਜੇ ਇਹ ਨੋਮੀਨੇਸ਼ਨ ਦੀ ਦੌੜ ਲੜਦੇ ਵੀ ਆ ਸਰ ਇਹਨਾਂ ਦੇ ਨਾਲ ਨੂੰ ਇਹਨਾਂ ਦੇ ਕੱਦ ਦਾ ਕੋਈ ਹੋਰ ਨੇਤਾ ਇਸ ਪਾਰਟੀ ਦੇ ਵਿੱਚ ਤੁਸੀਂ ਕਿਸ ਨੂੰ ਮੰਨਦੇ ਹੋ ਕਿ ਜੇ ਨਿੱਕੀ ਹੈਲੇ ਦੀ ਗੱਲ ਕਰੀਏ ਉਹ ਪਹਿਲਾਂ ਹੀ ਇਹ ਗੱਲ ਨੂੰ ਕਹਿ ਚੁੱਕਿਆ ਕਿ ਉਹ ਜੇ ਟਰੰਪ ਲੜਦੇ ਤਾਂ ਉਹਨਾਂ ਦੇ ਅਗੇਂਸਟ ਨਹੀਂ ਲੜੇਗੀ ਨਿੱਕੀ ਹੈਲੀ ਹਜੇ ਇਸ ਪੁਆਇੰਟ ਤੱਕ ਗਈ ਨਹੀਂ ਕਿ ਸ਼ੀ ਕੈਨ ਬਿਕਮ ਪ੍ਰੈਜ਼ੀਡੈਂਟ ਆਫ US ਹਜੇ ਤੱਕ ਉਹ ਉਸ ਲੈਵਲ ਦੀ ਕੈਂਡੀਡੇਟ ਮੇਰਾ ਖਿਆਲ ਹੈ ਦੈਟਸ ਵਾਟ ਆਈ ਥਿੰਕ ਹਲੇ ਉਸ ਲੈਵਲ ਤੇ ਗਈ ਨਿੱਕੀ ਹੇਲੀ ਤੋਂ ਉੱਪਰ ਬਹੁਤ ਲੋਕ ਬੈਠੇ ਨੇ ਜਿਹੜੇ ਕਿ ਇਸ ਰਿਪਬਲਿਕਨ ਦੇ ਰੁਤਬੇ ਦੇ ਵਿੱਚ ਬਹੁਤ ਉੱਚੇ ਬੈਠੇ ਹੈਗੇ ਨੇ ਜਿਹੜੇ ਰਿਪਬਲਿਕਨ ਜਿਹੜੇ ਹਾਊਸ ਲੀਡਰ ਹੈਗਾ ਉਹ ਪੌਲ ਰਾਇਨ ਹੈਗਾ ਕਈ ਐਸੇ ਜਾਣੇ ਨੇ ਜਿਨ੍ਹਾਂ ਕਿ ਜਿਹੜੇ ਕਿ ਮਿਸਟਰ ਟਰੰਪ ਨੂੰ ਬੜੀ ਤਕੜੀ ਫਾਈਟ ਦੇ ਸਕਦੇ ਆ ਔਰ ਮਿਸਟਰ ਟਰੰਪ ਵਾਸਤੇ ਸੈਕੰਡ ਟਾਈਮ ਮੁਸ਼ਕਲ ਹੋ ਜਾਏਗਾ ਕਿਉਂ ਇਹਨਾਂ ਦੀ ਏਜ ਵੀ 82 ਸਾਲ ਦੇ ਨੇੜੇ ਚਲੀ ਜਾਣੀ ਹੈ ਇਸ ਗੱਲ ਦਾ ਵੀ ਫਰਕ ਪਏਗਾ ਜੀ ਬਿਲਕੁਲ ਉਧਰ ਕੈਨੇਡੀਅਨ ਸਿਆਸਤ ਵਿੱਚ ਵੀ ਥੋੜਾ ਜਿਹਾ ਅੱਜ ਹਲਚਲ ਹੋਈ ਹੈ ਸੋ ਕੰਜ਼ਰਵੇਟਿਵ ਦੇ ਜੇ ਅਸੀਂ ਐਕਸ ਮਿਨਿਸਟਰ ਦੀ ਗੱਲ ਕਰੀਏ ਮਿਸਟਰ ਟਿਮ ਉੱਪਲ ਜਿਹੜੇ ਕਿ ਐਕਸ ਕੈਬਨਿਟ ਮੰਤਰੀ ਰਹਿ ਚੁੱਕੇ ਨੇ ਸੋ ਟਿਮ ਉੱਪਲ ਨੇ ਅੱਜ ਮੁਆਫੀ ਮੰਗੀ ਹੈ ਆਪਣੇ ਇੱਕ ਉਸ ਫੈਸਲੇ ਦੇ ਲਈ ਉਹਨਾਂ ਨੇ ਮੁਆਫੀ ਮੰਗੀ ਹੈ ਜਿਸ ਦੇ ਵਿੱਚ ਹਾਰਪਰ ਸਰਕਾਰ ਵੱਲੋਂ ਇੱਕ ਬਿੱਲ ਪੇਸ਼ ਕੀਤਾ ਗਿਆ ਸੀ ਜਿਹਦੇ ਵਿੱਚ ਕਿਹਾ ਗਿਆ ਸੀ ਕਿ ਜਦੋਂ ਸਿਟੀਜ਼ਨਸ਼ਿਪ ਦੀ ਓਥ ਟੇਕਿੰਗ ਸੈਰੇਮਨੀ ਹੋਣੀ ਆ ਉਸ ਵੇਲੇ ਜਿਹੜੀਆਂ ਮੁਸਲਿਮ ਲੇਡੀਜ਼ ਨੇ ਉਹਨਾਂ ਨੂੰ ਹਿਜਾਬ ਜਾਂ ਬੁਰਕਾ ਪਾਉਣ ਦੀ ਇਜਾਜ਼ਤ ਨਾ ਦਿੱਤੀ ਜਾਵੇ ਤੇ ਇਸ ਬਿੱਲ ਉੱਤੇ ਸਹਿਮਤੀ ਜਤਾਉਂਦੇ ਹੋਏ ਟਿਮ ਉੱਪਲ ਨੇ ਵੀ ਹਸਤਾਖਰ ਕੀਤੇ ਸੀ ਤੇ ਅੱਜ ਉਹਨਾਂ ਨੇ ਇਸ ਮੁੱਦੇ ਉੱਤੇ ਮੁਆਫੀ ਮੰਗੀ ਹੈ ਕਿ ਉਹਨਾਂ ਨੇ ਇਸ ਬਿੱਲ ਦਾ ਸਮਰਥਨ ਕੀਤਾ ਤਰਨ ਇਹ ਕਾਰਨ ਕੀ ਹੈ ਇਹ ਜਿਹੜੀ ਮਾਫੀ ਮੰਗੀ ਗਈ ਆ ਨਾਲੇ ਉਹਨਾਂ ਨੇ ਰੀਜ਼ਨ ਦਿੱਤਾ ਜੀ ਕਿ ਜੋ ਕੁਝ ਇਸਲਾਮੋਫੋਬੀਆ ਹੋ ਰਿਹਾ ਉਹ ਵੀ ਇੱਕ ਉਸ ਵਿੱਚ ਇੱਕ ਐਡੀਸ਼ਨ ਸੀਗੀ ਸਟੀਵਨ ਹਾਰਪਰ ਦੀ ਗਵਰਨਮੈਂਟ ਸੀਗੀ ਵੈਸੇ ਜੇ ਸੋਚਿਆ ਜਾਵੇ ਤਰਨ ਮੇਰੀ ਗੱਲ ਹੋ ਸਕਦਾ ਚੰਗੀ ਨਾ ਲੱਗੇ ਜਦੋਂ ਤੁਸੀਂ ਸਹੁੰ ਚੱਕਣ ਜਾਂਦੇ ਹੋ ਕਿਤੇ ਵੀ ਤੁਹਾਡੀ ਆਇਡੈਂਟੀਟੀ ਦੇਖਣੀ ਹੈ ਤੁਹਾਡਾ ਫੇਸ ਆਮ ਨਾਟ ਅਗੇਂਸਟ ਐਨੀ ਰਿਲੀਜਨ ਤੁਹਾਡਾ ਫੇਸ ਕਵਰ ਕੀਤਾ ਹੋਇਆ ਤਾਂ ਹਾਊ ਇਜ਼ ਇਟ ਪੋਸੀਬਲ ਵੀ ਕਿਸੇ ਨੂੰ ਕੀ ਪਤਾ ਤੁਸੀਂ ਕੌਣ ਜਾਂ ਇਹ ਪ੍ਰੋਵੀਜ਼ਨ ਕੀਤੀ ਜਾਣੀ ਚਾਹੀਦੀ ਸੀਗੀ ਕਿ ਜਦੋਂ ਲੇਡੀਜ਼ ਨੇ ਸਹੁੰ ਚੱਕਣੀ ਹੈ ਤਾਂ ਕੋਈ ਔਰਤ ਹੋਵੇ ਉਸ ਜਗ੍ਹਾ ਤੇ ਉਹ ਸਹੁੰ ਚੁੱਕੇ ਕੁਝ ਚੇਂਜਸ ਹੋ ਸਕਦੀਆਂ ਨੇ ਪਰ ਜੇ ਇਹ ਕਹਿਣਾ ਵੀ ਮੈਂ ਹੁਣ ਅਸੀਂ ਕਹਿੰਦੇ ਆ ਤੁਸੀਂ ਕਿਸਮ ਨਾਲ ਲਾ ਲਓ ਅਸੀਂ ਕਹਿੰਦੇ ਜੀ ਸਾਨੂੰ ਅਸੀਂ ਸਿਰ ਢਕਿਆ ਹੋਇਆ ਇਹ ਸਾਡਾ ਧਰਮ ਦਾ ਹਿੱਸਾ ਹਾਲਾਂਕਿ ਦਸਤਾਰ ਇਕੱਲੇ ਸਿੱਖੀਜ਼ਮ 'ਚ ਨਹੀਂ ਹੈ ਦਸਤਾਰ ਬਹੁਤ ਧਰਮਾਂ ਦੇ ਵਿੱਚ ਵਰਤੀ ਜਾਂਦੀ ਆ ਬੜੇ ਦੇਸ਼ਾਂ 'ਚ ਵਰਤੀ ਜਾਂਦੀ ਹੈ ਕੰਟੀਨੈਂਟਸ ਦੇ ਉੱਤੇ ਵਰਤੀ ਜਾਂਦੀ ਹੈਗੀ ਆ ਪਰ ਉਹਦੇ ਨਾਲ ਸਾਡਾ ਫੇਸ ਰੈਕਗਨੀਸ਼ਨ ਤਾਂ ਹੈ ਨਾ ਪਛਾਣ ਤਾਂ ਹੈਗੀ ਆ ਨਾ ਅਸੀਂ ਇਸ ਗੱਲ ਵਾਸਤੇ ਤਿਆਰ ਆ ਪਰ ਜਦੋਂ ਤੁਹਾਡੀ ਪਛਾਣ ਹੀ ਹੈ ਨਹੀਂ ਕੌਣ ਸਹੁੰ ਚੁੱਕ ਰਿਹਾ ਕੀ ਪਤਾ ਔਰ ਇਹ ਕਈ ਥਾਵਾਂ ਤੇ ਗੱਲਾਂ ਹੋਈਆਂ ਨੇ ਕਿ ਕਈ ਲੋਕ ਭੇਸ ਬਦਲ ਕੇ ਲੰਘਦੇ ਰਹੇ ਆ ਈਵਨ ਇੱਕ ਪਾਕਿਸਤਾਨ ਦੇ ਵਿੱਚ ਇੱਕ ਕਾਫੀ ਸਾਲ ਪਹਿਲਾਂ ਮਸਜਿਦ ਦੇ ਵਿੱਚ ਉਥੋਂ ਕੋਈ ਲੀਡਰ ਸੀਗਾ ਔਰ ਲੀਡਰ ਬੁਰਕਾ ਪਾ ਕੇ ਬਾਹਰ ਨਿਕਲ ਗਿਆ ਸੀਗਾ ਇਹੋ ਜਿਹੇ ਲੋਕ ਬਦਨਾਮ ਵੀ ਕਰਦੇ ਆ ਅਜਿਹੀਆਂ ਗੱਲਾਂ ਨੂੰ ਪਰ ਇਹ ਅੱਜ ਟਿਮ ਉੱਪਲ ਸਾਹਿਬ ਨੇ ਜਿਹੜੀ ਗੱਲ ਕੀਤੀ ਹੈ ਇਹਨਾਂ ਨੇ ਅੱਜ ਇਸ ਗੱਲ ਦੀ ਮੁਆਫੀ ਮੰਗੀ ਹੈ ਕਿ ਮੈਨੂੰ ਉਸ ਦਾ ਸਮਰਥਨ ਨਹੀਂ ਬਿੱਲ ਇਹਨਾਂ ਨੇ ਪੇਸ਼ ਕੀਤਾ ਸੀ ਜੀ ਬਿਲਕੁਲ ਐਕਚੁਅਲੀ ਤੇ ਮੈਨੂੰ ਇਹ ਪੇਸ਼ ਨਹੀਂ ਸੀ ਕਰਨਾ ਚਾਹਦਾ ਉਦੋਂ ਪਾਰਟੀ ਲਾਈਨ ਆ ਮਲਟੀਕਲਚਰ ਮਿਨਿਸਟਰ ਸ਼ਾਇਦ ਕੁਝ ਐਦਾਂ ਹੀ ਸੀ ਇਹਨਾਂ ਦਾ ਹਾਂਜੀ ਸਟੇਟ ਮਿਨਿਸਟਰ ਸੀਗੇ ਜਿਹੜੇ ਛੋਟੇ ਮਿਨਿਸਟਰ ਸੀਗੇ ਔਰ ਉਹਦੇ ਚ ਇਹ ਪਾਰਟੀ ਲਾਈਨ ਜੇ ਛੱਡਦੇ ਆ ਤਾਂ ਤੁਸੀਂ ਪਾਰਟੀ ਚ ਜਾਂਦੇ ਹੋ ਇਹ ਪ੍ਰੋਬਲਮ ਆਉਂਦੀ ਆ ਪਰ ਜਿਹੜੀ ਹੁਣ ਇਹਨਾਂ ਨੇ ਗੱਲ ਕਹੀ ਹੈ ਕਿਉਂ ਕਹੀ ਹੈ ਉਹਦਾ ਰੀਜ਼ਨ ਹੈ ਆਪਾਂ ਹਰ ਰੋਜ਼ ਗੱਲ ਕਰਦੇ ਆ ਆਪਾਂ ਨਹੀਂ ਕਹਿੰਦੇ ਇਲੈਕਸ਼ਨ ਆਵੇ ਪਰ ਇਲੈਕਸ਼ਨ ਆ ਰਹੀ ਹੈ ਇਲੈਕਸ਼ਨ ਕਿਸੇ ਵੀ ਟਾਈਮ ਆ ਸਕਦੀ ਹੈ ਇਲੈਕਸ਼ਨ ਅਗਲੇ 3-4 ਮਹੀਨਿਆਂ ਚ ਆ ਸਕਦੀ ਠੀਕ ਹੈ ਹੋ ਸਕਦਾ 2 ਸਾਲ ਕੱਟ ਜਾਣ ਕੋਈ ਐਸੀ ਗੱਲ ਨਹੀਂ ਬਟ ਚਾਂਸਸ ਆ ਟਿਮ ਉੱਪਲ ਸਾਹਿਬ ਜਿਹੜੀ ਰਾਈਡਿੰਗ ਚੋਂ ਜਿੱਤੇ ਨੇ ਉਸੇ ਵਿੱਚੋਂ ਹੀ ਪਰ ਹੁਣ ਇਹਨਾਂ ਦੇ ਅਗੇਂਸਟ ਉਹ ਨਹੀਂ ਖੜੇ ਹੈਗੇ ਮਿਸਟਰ ਸੋਹੀ ਇਹ ਦੋਨਾਂ ਦਾ ਮੁਕਾਬਲਾ ਹੁੰਦਾ ਮਿਸਟਰ ਸੋਹੀ ਪਿਛਲੀ ਵਾਰੀ ਟਰੂਡੋ ਗਵਰਨਮੈਂਟ ਦੇ ਵਿੱਚ ਸੀਗੇ ਉਥੋਂ ਜਿੱਤੇ ਤੇ ਉਹਨਾਂ ਨੇ ਉਹਨੂੰ ਮਿਨਿਸਟਰ ਬਣਾਇਆ ਇਸ ਵਾਰੀ ਉੱਪਰ ਸਾਹਿਬ ਜਿੱਤ ਗਏ ਉਹ ਸੋਹੀ ਸਾਹਿਬ ਹਾਰ ਗਏ ਔਰ ਫਰਕ ਇਹਨਾਂ ਦਾ ਮੇਰੇ ਖਿਆਲ 100 ਵੋਟਾਂ ਦਾ ਫਰਕ ਆ ਜਦੋਂ ਇੰਨਾ ਕੀ ਫਰਕ ਹੋ ਗਿਆ ਤੇ ਇਹ ਜੀ ਇੰਨੀ ਕੁ ਚੀਜ਼ ਫਰਕ ਪਾ ਸਕਦੀ ਹੋਵੇ ਇਹ ਪਾਏਗੀ ਤੇ ਉੱਪਰ ਸਾਹਿਬ ਨੇ ਜਿਹੜਾ ਇਹ ਗੱਲ ਕੀਤੀ ਹੈ ਇਹ ਦੂਰ ਦੀ ਸੋਚੀ ਆ ਉਹਨਾਂ ਨੇ ਕਿ ਕੱਲ ਨੂੰ ਜਿਹੜੀ ਏਰੀਆ ਚ ਰਹਿੰਦੇ ਆ ਉਹਦੇ ਵਿੱਚ ਜਿਹੜਾ ਇੰਡੀਅਨ ਡਾਇਸਪੋਰਾ ਉਹ ਬਹੁਤ ਹੈਗਾ ਔਰ ਜੇ ਉੱਥੇ ਡਾਇਸਪੋਰਾ ਇੱਕ ਧਰਮ ਇੱਕ ਪਾਸੇ ਨੂੰ ਚਲਾ ਜਾਂਦਾ ਤਾਂ ਉਹ ਫਰਕ ਬਹੁਤ ਪਾ ਸਕਦਾ ਔਰ
ਟਿਮ ਉੱਪਲ ਸਾਹਿਬ ਨੇ ਜਿਹੜੀ ਅੱਜ ਇਹ ਮੁਆਫੀ ਮੰਗੀ ਆ, ਇਹ ਐਵੇਂ ਨਹੀਂ ਮੰਗੀ, ਉੱਤੋਂ ਨਹੀਂ ਆ ਗਈ ਇਹ। ਇਹਦਾ ਰੀਜ਼ਨ ਇਹੀ ਹੈ, ਜੇ ਮੇਰੇ ਨਾਲ ਸਹਿਮਤ ਨਹੀਂ ਹੈਗੇ ਯੂ ਕੈਨ ਕਾਲ, ਆਪਾਂ ਇਸ ਬਾਰੇ ਡਿਸਕਸ ਵੀ ਕਰ ਸਕਦੇ ਹਾਂ। ਹੋ ਸਕਦਾ ਆਮ ਰੋਂਗ ਬਟ ਦਿਸ ਇਜ਼ ਮਾਈ ਓਪੀਨੀਅਨ। ਬਿਲਕੁਲ, ਜਿਵੇਂ ਕਹਿੰਦੇ ਆ ਹਥੌੜਾ ਗਰਮ ਹੈ ਇਸ ਵਕਤ, ਲੋਹਾ ਗਰਮ ਹੈ ਹਥੌੜਾ ਮਾਰ ਦੋ। ਸੋ ਸਿਸਟਮ ਹੈ ਕਿ ਇਸ ਵਕਤ ਇਸਲਾਮੋਫੋਬੀਆ ਦਾ ਮੈਟਰ ਛਾਇਆ ਹੋਇਆ ਤੇ ਇੱਕ ਇਹੋ ਜਿਹਾ ਬਿਆਨ ਦਿੱਤਾ ਜਾਵੇ ਜਿਹਦੇ ਨਾਲ ਲੋਕਾਂ ਦੀਆਂ ਥੋੜੀਆਂ ਜਿਹੀਆਂ ਭਾਵਨਾਵਾਂ ਨੂੰ ਵੀ ਥੋੜੀ ਜਿਹੀ ਮੱਲਮ ਲੱਗੇ, ਉਹਨਾਂ ਦੀਆਂ ਜਿਹੜੇ ਜ਼ਖਮ ਨੇ, ਤੇ ਨਾਲ ਦੀ ਨਾਲ ਵੋਟਾਂ ਵੀ ਆਪਣੇ ਵੱਲ ਕਰਨ ਦਾ ਹੋਵੇ। ਉਸ ਟਾਈਮ 'ਚ ਕੈਨੇਡੀਅਨ ਵੋਟਸ ਚਾਹੀਦੀਆਂ ਸੀ ਤਾਂ ਉਹਨਾਂ ਨੇ ਅਜਿਹਾ ਬਿੱਲ ਲੈ ਆਂਦਾ, ਉਹਦੇ ਤੇ ਆਪਣੀ ਸਹਿਮਤੀ ਜਤਾ ਦਿੱਤੀ। ਇਸ ਵਕਤ ਮਲਟੀਕਲਚਰ ਦੇਸ਼ ਬਣ ਚੁੱਕਿਆ, ਉਹਨਾਂ ਦੀਆਂ ਇਲੈਕਸ਼ਨਸ ਕਾਫੀ ਜ਼ਿਆਦਾ ਹੁਣ ਅੱਗੇ ਜੇ ਆਉਂਦੀਆਂ ਨੇ ਤਾਂ ਬੜਾ ਡੂ ਐਂਡ ਡਾਈ ਵਾਲਾ ਸਿਸਟਮ ਹੋਏਗਾ। ਸੋ ਇਸ ਵਕਤ ਉਹਨਾਂ ਨੂੰ ਇਹ ਆ ਕਿ ਮੈਂ ਆਪਣੀਆਂ ਵੋਟਸ ਜਿਸ ਤਰੀਕੇ ਨਾਲ ਬਟੋਰ ਸਕਾਂ ਤਾਂ ਬਟੋਰਾਂ। ਯੂ ਰਾਈਟ ਤਰਨ, ਉਹ ਵੀ ਵੋਟ ਲੈਣ ਦਾ ਢੰਗ ਹੀ ਸੀ। ਹਾਰਪਰ ਗਵਰਨਮੈਂਟ ਨੇ ਜਿਹੜੀ ਇਹ ਗੱਲ ਕੀਤੀ ਸੀਗੀ ਕਿ ਮੋਸਟਲੀ ਕੈਨੇਡੀਅਨਸ ਇਸ ਗੱਲ ਨੂੰ ਅਪਰੂਵ ਕਰਨਗੇ ਕਿ ਹਾਂ ਫੇਸ ਕਿਉਂ ਨਹੀਂ ਦਿਸਣਾ ਚਾਹੀਦਾ। ਸਰ ਜਿਵੇਂ ਹੁਣ ਜੇ ਇਹਨਾਂ ਦੇ ਪਾਸਪੋਰਟਸ ਦੀ ਗੱਲ ਕਰੀਏ, ਅਸੀਂ ਮੁਸਲਿਮ ਭਾਈਚਾਰੇ ਦੇ ਫੀਮੇਲਸ ਦੇ ਪਾਸਪੋਰਟ ਦੀ ਗੱਲ ਕਰੀਏ, ਉੱਥੇ ਵੀ ਤਾਂ ਤਸਵੀਰ ਉਹਨਾਂ ਦੀ ਹੁੰਦੀ ਹੋਣੀ ਆ, ਉਹ ਕਿਹੜਾ ਵਿਦ ਬੁਰਕਾ ਜਾਂ ਕੁਝ ਨਕਾਬ ਦੇ ਨਾਲ ਹੁੰਦੀ ਹੋਣੀ ਆ। ਮੇਰਾ ਖਿਆਲ ਹੈ ਜੀ ਜ਼ਰੂਰ ਫੇਸ ਦਿਸਦਾ ਹੋਏਗਾ। ਸੋ ਫਿਰ ਜੇ ਸਿਟੀਜ਼ਨਸ਼ਿਪ ਵੇਲੇ ਆ, ਜਾਂ ਤਾਂ ਤੁਸੀਂ ਕਹਿ ਸਕਦੇ ਹੋ ਇੱਕ ਪ੍ਰੋਵੀਜ਼ਨ ਹੋਣਾ ਚਾਹੀਦਾ ਹੈ ਕਿ ਇੱਕ ਫੀਮੇਲ ਹੀ ਉਹਨਾਂ ਦੇ ਨਾਲ ਜਿਹੜੀ ਆ ਅਟੈਂਡ ਕਰੇ ਉਹਨਾਂ ਨੂੰ, ਕਿਉਂਕਿ ਜਦੋਂ 에ਅਰਪੋਰਟਸ ਤੇ ਵੀ ਸਿਕਿਉਰਿਟੀ ਚੈੱਕ ਹੁੰਦਾ ਹੈ ਉਸ ਵੇਲੇ ਵੀ ਇਹ ਚੀਜ਼ਾਂ ਕੀਤੀਆਂ ਜਾਂਦੀਆਂ ਨੇ। ਜਾਂ ਕਿਹਾ ਜਾਵੇ ਕਿ ਪਾਕਿਸਤਾਨ ਦੇ ਵਿੱਚ ਤੁਸੀਂ 에ਅਰਪੋਰਟ ਸਿਕਿਉਰਿਟੀ 'ਚ ਤੁਸੀਂ ਲੰਘਦੇ ਹੋ ਉਸ ਵੇਲੇ ਫੀਮੇਲਸ ਨੂੰ ਜਿਹੜਾ ਨਹੀਂ ਚੈੱਕ ਕੀਤਾ ਜਾਂਦਾ ਹੋਣਾ, ਜਾਂ ਫੀਮੇਲਸ ਹੁੰਦੀਆਂ ਨੇ ਉੱਥੇ ਚੈੱਕ ਕਰਨ ਜਿਹੜੇ ਹਾਂ ਉਹ ਖਾਸ ਕਰਕੇ ਮੁਸਲਿਮ ਕੰਟਰੀਜ਼ ਨੇ, ਉੱਥੇ ਉਹਨਾਂ ਦੀ ਸਿਕਿਉਰਿਟੀ ਵੱਖਰੀ ਹੈ। ਆਪਣੇ ਇੰਡੀਆ ਵਿੱਚ ਵੀ ਹੋਈਆਂ ਲੇਡੀਜ਼ ਹੈਗੀਆਂ ਨੇ, ਲੇਡੀਜ਼ ਨੂੰ ਲੇਡੀਜ਼ ਹੋਈ ਚੈੱਕ ਕਰਦੀਆਂ ਨੇ। ਅਜਿਹਾ ਕੁਝ ਹੈਗਾ ਉੱਥੇ ਵੀ ਐਵੇਂ ਹੋਏਗਾ, ਇਹ ਇੱਥੇ ਵੀ ਕੀਤਾ ਜਾ ਸਕਦਾ ਸੀਗਾ। ਪਰ ਇੱਕ ਨਾ ਤਾਹਿਰ ਮੈਂ ਕਿਹਾ ਸਮਥਿੰਗ ਆ ਇਹਨਾਂ ਦਾ, ਪਾਕਿਸਤਾਨ ਦਾ ਉਹ ਪ੍ਰੈਸ ਰਿਪੋਰਟਰ, ਉਹ ਬੜਾ ਬੇਬਾਕ ਆਦਮੀ ਹੈ, ਉਹਦੀਆਂ ਗੱਲਾਂ ਸੁਣਨ ਵਾਲੀਆਂ। ਉਹ ਮੁਸਲਿਮ ਵਰਡ ਦੇ ਅਗੇਂਸਟ ਵੀ ਬੋਲਦਾ, ਕੰਟਰੀਜ਼ ਦੇ ਅਗੇਂਸਟ ਵੀ ਬੋਲਦਾ। ਉਹ ਕਈ ਐਸੀਆਂ ਗੱਲਾਂ ਕਰਦਾ, ਉਹਦੀ ਗੱਲਾਂ ਦਲੀਲ ਤਾਂ ਲੱਗਦੀ ਹੈ ਚੰਗੀ, ਪਰ ਕਈ ਵਾਰੀ ਤੁਸੀਂ ਕਹਿੰਦੇ ਵੀ ਉਹਨਾਂ ਦੇ ਫਿੱਟ ਨਹੀਂ ਹੈ ਸਰਟਨ ਜਿਹਨਾਂ ਲੋਕਾਂ ਦੇ ਉਲਟ ਬੋਲਦਾ ਹੈਗਾ। ਉਹ ਇੱਕ ਦਿਨ ਮੈਂ ਸੁਣਦਾ ਸੀਗਾ, ਉਹ ਕਹਿੰਦਾ ਵੀ ਤੁਸੀਂ ਦੂਸਰੇ ਕੰਟਰੀਜ਼ ਜਾਂਦੇ ਹੋ, ਉਹਨਾਂ ਨੂੰ ਤਾਂ ਬਦਲਣ ਨੂੰ ਫਿਰਦੇ ਹੋ, ਉੱਥੋਂ ਦੇ ਕਾਨੂੰਨ ਬਦਲਣ ਨੂੰ ਫਿਰਦੇ ਹੋ। ਉੱਥੇ ਜਾ ਕੇ ਤੁਸੀਂ ਕਹਿੰਦੇ ਐਂ ਕੀਤਾ ਹੈ, ਤੁਸੀਂ ਉੱਥੋਂ ਦੇ ਲੋਕਾਂ ਨਾਲ ਵਿਆਹ ਕਰਾਉਂਦੇ ਹੋ, ਉੱਥੋਂ ਦੀ ਸਿਟੀਜ਼ਨਸ਼ਿਪ ਲੈਂਦੇ ਹੋ, ਤੁਸੀਂ ਆਪਣੇ ਦੇਸ਼ਾਂ 'ਚ ਕਿਸੇ ਨੂੰ ਸਿਟੀਜ਼ਨਸ਼ਿਪ ਨਹੀਂ ਲੈਣ ਦਿੰਦੇ। ਇਹ ਤੁਹਾਡਾ ਡਬਲ ਸਟੈਂਡਰਡ ਕਿਉਂ ਆਪਦੇ ਦੇਸ਼ਾਂ 'ਚ ਕਿਉਂ ਨਹੀਂ ਕਰਦੇ ਆ? ਸੋ ਦੇਰ ਆਰ ਸੋ ਮੈਨੀ ਥਿੰਗਸ, ਡਬਲ ਸਟੈਂਡਰਡਸ ਹੈਗੇ ਨੇ, ਬਟ ਹਰ ਚੀਜ਼ ਦਾ ਇਲਾਜ ਹੈਗਾ। ਪਰ ਮੁੜ ਕੇ ਗੱਲ ਸਿਆਸਤ ਤੇ ਆਉਂਦੀ ਹੈ, ਵੋਟ ਤੇ ਆਉਂਦੀ ਹੈ। ਉੱਪਲ ਸਾਹਿਬ ਜਿਹੜਾ ਮੇਰਾ ਦਿਸ ਇਜ਼ ਮਾਈ ਓਪੀਨੀਅਨ, ਜਿਹੜਾ ਉਹਨਾਂ ਨੇ ਇਹ ਅੱਜ ਗੱਲ ਕਹੀ ਹੈ, ਉਹ ਗੱਲ ਇਸ ਦੇ ਨਾਲ ਹੋਈ ਲੱਗਦੀ ਹੈ, ਕਿਉਂਕਿ ਨਾਲ ਉਹਨਾਂ ਨੇ ਸ਼ਬਦ ਇਸਲਾਮੋਫੋਬੀਆ ਵਰਤਿਆ ਉਹਦੇ ਵਿੱਚ ਜੀ। ਦੈਟ ਇਜ਼ ਦ ਰੀਜ਼ਨ ਜੀ। ਬਿਲਕੁਲ, ਅਗਲੀ ਖਬਰ ਆਪਾਂ ਓਨਟਾਰੀਓ ਸਰਕਾਰ ਦੀ ਵੀ ਕਰ ਲਈ। ਇੰਡੀਜੀਨਸ ਸਕੂਲਸ ਦਾ ਮਾਮਲਾ ਇਸ ਵਕਤ ਗਰਮਾਇਆ ਹੋਇਆ। ਸੋ ਇਸ ਵਕਤ ਓਨਟਾਰੀਓ ਸਰਕਾਰ ਨੇ ਵੀ ਆਪਦੇ ਬਿਹਾਫ ਤੇ ਉੱਤੇ $10 ਮਿਲੀਅਨ ਦਿੱਤੇ ਜਾ ਰਹੇ ਨੇ। ਰੈਜ਼ੀਡੈਂਸ਼ੀਅਲ ਸਕੂਲਸ ਦੇ ਜਿਹੜੇ ਇਸ ਵਕਤ ਆ ਉੱਥੇ ਜਿਹੜੇ ਬਰੀ ਵਾਲੇ ਪਲੇਸਿਸ ਨੇ ਉਹਨਾਂ ਨੂੰ ਦੇਖਿਆ ਜਾਵੇਗਾ, ਉਹਨਾਂ ਦੀ ਜਾਂਚ ਕੀਤੀ ਜਾਵੇਗੀ ਤਾਂ ਕਿ ਇਹ ਮੈਟਰ ਦੇ ਵਿੱਚ ਜੇ ਓਨਟਾਰੀਓ ਦੇ ਵਿੱਚ ਵੀ ਕੁਝ ਅਜਿਹਾ ਹੋਇਆ ਇਹਦੇ ਬਾਰੇ ਵਿੱਚ ਜਾਣਕਾਰੀ ਮਿਲ ਸਕੇ। ਅੱਜ ਨਾ ਇੰਡੀਜਨਸ ਜਿਹੜੇ ਮਿਨਿਸਟਰ ਹੈਗੇ ਨੇ ਆਪਣੇ, ਉਹ ਤੇ ਸਾਡੇ ਜਿਹੜੇ ਪ੍ਰੀਮੀਅਰ ਸਾਹਿਬ, ਉਹਨਾਂ ਨੇ $10 ਮਿਲੀਅਨ ਇਸ ਵਾਸਤੇ ਦਿੱਤੇ ਨੇ ਕਿ ਜਿਹੜੀਆਂ ਗ੍ਰੇਵ ਸਾਈਟਸ ਹੈਗੀਆਂ ਨੇ ਬੱਚਿਆਂ ਦੀਆਂ, ਉਹ ਲੱਭੀਆਂ ਜਾ ਸਕਣ। ਹੁਣ ਤੱਕ ਜੋ ontario ਦੇ ਵਿੱਚ ਗੱਲ ਹੈਗੀ ਹੈ, ਤਕਰੀਬਨ 426 ਬੱਚਿਆਂ ਦੀਆਂ ਗ੍ਰੇਵ ਸਾਈਟਸ ਹੈਗੀਆਂ ਨੇ ਜਿਹੜੀਆਂ ਕਿ ਅਜੇ ਲੱਭ ਨਹੀਂ ਸਕੀਆਂ। ਇੱਕ ਖੁਸਰ ਫੁਸਰ ਆ ਰਹੀ ਆ, 104 ਜਾਂ 105 ਬੱਚਿਆਂ ਦੀ ਗ੍ਰੇਵ ਸਾਈਟ ਇੱਕ ਥਾਂ ਤੇ ਹੋਰ ਲੱਭ ਗਈ ਆ। ਉਹ 100% ਸ਼ੋਰ ਨਹੀਂ ਹੋਇਆ, ਪਰ ਲੱਭਣਗੀਆਂ ਤਰਨ। 104 426 ਇਹ ਨੰਬਰ ਨਹੀਂ ਹੈ, ਇਹ ਨੰਬਰ ਇਦੋਂ ਕਿਤੇ ਵੱਡਾ, ਬਹੁਤ ਵੱਡਾ ਨੰਬਰ ਹੈਗਾ। ਔਰ ਉਹ ਹੁਣ ਹੌਲੀ ਹੌਲੀ ਆਏਗਾ। ਜਿਹੜੀਆਂ ਖਾਸ ਕਰਕੇ ਜਿਹੜੀ ਸਾਡੀ ਫੈਡਰਲ ਗਵਰਨਮੈਂਟ ਹੈ ਉਹ ਇਸ ਗੱਲ ਦੇ ਵਿੱਚ ਆਏਗੀ, ਉਹ ਆ ਰਹੀ ਹੈ ਆਲਰੇਡੀ, ਉਹਨੇ ਇਸ ਗੱਲ ਨੂੰ ਅਪਰੂਵ ਕੀਤਾ। ਸਾਡੀ ਪ੍ਰੋਵਿੰਸ਼ੀਅਲ ਸਰਕਾਰ ਆ, ਇਹਨੇ ਅੱਜ $10 ਮਿਲੀਅਨ ਦਿੱਤੇ ਆ। ਔਰ ਇਹ ਬਰੀਅਲ ਸਾਈਟਸ ਜਿਹੜੀਆਂ ਨੇ ਉਹ ਲੱਭੀਆਂ ਜਾਣਗੀਆਂ, ਜਾਂ ਉਹਨਾਂ ਨੂੰ ਰੀਲੋਕੇਟ ਕੀਤਾ ਜਾਵੇਗਾ, ਜਾਂ ਉਹਨਾਂ ਨੂੰ ਉੱਥੇ ਕੋਈ ਹੁਣ ਪਤਾ ਨਹੀਂ ਲੱਗਦਾ ਹੈ ਕੌਣ। ਬਿਲਕੁਲ ਗੱਲ ਕਰਾਂਗੇ। ਦਰਸ਼ਕ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਤਰਨ ਜੀ, ਨਟ ਸਾਹਿਬ, ਮੈਂ ਰਜਿੰਦਰ ਸਿੰਘ ਦੇਵਾ ਹੈਮਿਲਟਨ ਤੋਂ ਬੋਲ ਰਿਹਾ ਜੀ। ਸਰ ਸਵਾਗਤ ਹੈ ਜੀ। ਟਿਮ ਉੱਪਲ ਸਾਹਿਬ ਦੀ ਗੱਲ, ਉਹ ਪੋਲੀਟੀਸ਼ੀਅਨ ਨੇ, ਔਰ ਪੋਲੀਟੀਸ਼ੀਅਨ ਦੀ ਹਰ ਗੱਲ ਦਾ ਮਤਲਬ ਹੁੰਦਾ ਹੈ, ਬਿਨਾਂ ਮਤਲਬ ਦੇ ਕੁਝ ਨਹੀਂ ਕਰਦੇ ਜੀ। That is one thing. ਲੇਕਿਨ ਜਿੱਥੋਂ ਤੱਕ ਇਹਦੀ ਗੱਲ ਹੈ ਕਿ ਕਿਸੇ ਦੀ ਆਈਡੈਂਟੀਟੀ ਚੈੱਕ ਨਹੀਂ ਕੀਤੀ ਜਾ ਸਕਦੀ, ਦੇਖੋ
ਫੋਰਗੇਟ ਅਬਾਊਟ ਵਨ ਰਿਲੀਜਨ ਜਿਹੜੀ 에어ਪੋਰਟ ਦੇ ਉੱਤੇ ਸਟ੍ਰਿਕਟ ਸਰਚ ਵੀ ਹੁੰਦੀ ਹੈ ਲੇਡੀਜ਼ ਦੀ, ਨਾਟ ਵੈਰੀ ਕਾਮਨ ਬਟ ਹੁੰਦੀ ਹੈ। ਐਕਸਰੇ ਸਰਚ ਵੀ ਹੈ ਜੀ, ਐਕਸਰੇ ਵੀ ਹੈ ਜੀ, ਹਾਂਜੀ ਫੁੱਲ ਬਾਡੀ ਐਕਸਰੇ। ਹਾਂਜੀ, ਤੇ ਉਸ ਤਰ੍ਹਾਂ ਅਗਰ ਕਿਸੇ ਦਾ ਇਨਸਾਈਡ ਏ ਕੈਬਿਨ ਅਗਰ ਕੋਈ ਲੇਡੀ ਦੀ ਪ੍ਰੈਜ਼ੈਂਸ ਵਿੱਚ ਅਗਰ ਉਹਨਾਂ ਦਾ ਚਿਹਰਾ ਦੇਖਿਆ ਜਾਏ ਤੇ ਇਹਦੇ ਹੀ ਤੇ ਮੇਰੇ ਖਿਆਲ ਕਿਸੇ ਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ। ਜੀ ਸਹੀ ਗੱਲ ਹੈ ਜੀ, ਬਿਲਕੁਲ ਜੀ, ਥੈਂਕ ਯੂ ਜੀ। ਤੇ ਬਾਕੀ ਟਿਮ ਉੱਪਲ ਸਾਹਿਬ ਦੀ ਗੱਲ, ਪੋਲੀਟੀਸ਼ੀਅਨ ਨੇ ਉਹ ਤੇ ਥੁੱਕਦੇ ਵੀ ਨਹੀਂ ਬਿਨਾਂ ਮਤਲਬ ਤੋਂ, ਪਿਆਰ ਦੇਣਾ ਤੇ ਬੜੀ ਦੂਰ ਦੀ ਗੱਲ ਹੈ। ਜੀ ਥੈਂਕ ਯੂ ਜੀ, ਸ਼ੁਕਰੀਆ ਜੀ, ਥੈਂਕ ਯੂ ਗੱਲ ਕਰਨ ਲਈ, ਥੈਂਕ ਯੂ ਸਰ। ਅਸੀਂ ਗੱਲ ਕਰ ਰਹੇ ਸੀ ਰੈਜ਼ੀਡੈਂਸ਼ੀਅਲ ਸਕੂਲ ਦੀ। ਇਹ ਅਜੇ ਬਹੁਤ ਕੁਝ ਆਏਗਾ ਔਰ ਹੁਣ ਛੇਤੀ ਆਏਗਾ। ਰੀਜ਼ਨ ਇਹ ਹੈ, ਇੱਕ ਤਾਂ ਸਰਕਾਰ ਨੇ ਸਪੋਰਟ ਕਰਤੀ, ਸਾਡੀ ਪ੍ਰੋਵਿੰਸ਼ੀਅਲ ਸਰਕਾਰ ਨੇ ਕਰਤੀ ਹੈ, ਫੈਡਰਲ ਸਰਕਾਰ ਨੂੰ ਕਰਨੀ ਪੈਣੀ ਹੈ, ਅਦਰਵਾਈਜ਼ ਹੋਰ ਕੋਈ ਇਲਾਜ ਹੈ ਨਹੀਂਗਾ। ਇੱਕ ਗੱਲ ਜ਼ਰੂਰਤ ਹੈ, ਬਹੁਤ ਵੱਡੀ ਪਰਸੈਂਟੇਜ ਆਫ ਕੈਨੇਡੀਅਨਸ ਨੇ ਇਹ ਸੋਚਿਆ ਨਹੀਂ ਸੀ ਵੀ ਆਹ ਗੱਲ ਵੀ ਹੈਗੀ ਹੈ। ਉਹ ਕਹਿੰਦੇ ਜਿਹੜੇ ਇੰਡੀਅਨਸ ਆ, ਨੇਟਿਵ ਇੰਡੀਅਨਸ ਜਿਹੜੇ ਇਹ ਗੱਲਾਂ ਕਰ ਰਹੇ ਨੇ ਐਵੇਂ ਕਰ ਰਹੇ, ਕੋਈ ਐਸੀ ਗੱਲ ਹੈ ਨਹੀਂ ਕਿ ਜਦੋਂ ਹੁਣ ਸਬੂਤ ਨਿਕਲਣ ਲੱਗ ਪਏ ਨੇ, ਉਹਨਾਂ ਦਾ ਓਪੀਨੀਅਨ ਚੇਂਜ ਹੋਣ ਲੱਗ ਪਿਆ ਨੇ, ਐਂਡ ਉਹ ਲੋਕ ਵੀ ਇਹ ਗੱਲ ਕਹਿ ਰਹੇ ਨੇ ਵੀ ਇਹ ਸੱਚੀ ਇਹਨਾਂ ਲੋਕਾਂ ਨਾਲ ਧੱਕਾ ਹੋਇਆ, ਇਹ ਗਲਤ ਹੋਇਆ। ਇਹਨਾਂ ਦੀ ਈਵਨ ਤਰ੍ਹਾਂ ਹੇਅਰ ਸਟਾਈਲ, ਉਹਨਾਂ ਦਾ ਹੇਅਰ ਕੱਟ ਐਸਾ ਵੀ ਤੁਸੀਂ ਆਪਣੀ ਜ਼ੁਬਾਨ ਬੋਲ ਨਹੀਂ ਸਕਦੇ। ਉਹਨਾਂ ਨੂੰ ਟੋਟਲੀ ਇੱਕ ਨਵਾਂ ਚੀਜ਼, ਇੱਕ ਨਵਾਂ ਬਦਲ ਕੇ ਬੰਦਾ ਉਹਨੂੰ ਵੀ ਤੁਸੀਂ ਭੁੱਲ ਹੀ ਜਾਓ, ਪਰ ਅਸਲ ਚੀਜ਼ ਨਹੀਂ ਭੁੱਲਦੀ ਹੈਗੀ। ਕਿੱਥੇ ਕਿੰਨਾ ਤੁਸੀਂ ਭੁਲਾ ਦਿੰਦੇ ਹੋ, ਵੀ ਨਹੀਂ ਖਤਮ ਹੁੰਦਾ, ਕਦੇ ਵੀ ਨਹੀਂ ਨਾਸ ਹੁੰਦਾ। ਮੈਂ ਤੁਹਾਨੂੰ ਕਹਿੰਦਾ ਹੁੰਦਾ ਇਹ ਵੈਸੀ ਹੁਣ ਗੱਲ ਨਿਕਲੀ ਹੈ ਔਰ ਸਮਾਂ ਇਹ ਉਦੋਂ ਜ਼ਿਆਦਾ ਉੱਭਰੇਗੀ ਔਰ ਇਹ ਜ਼ਿਆਦਾ ਇਹਨਾਂ ਨੂੰ ਹਵਾ ਫੜੇਗੀ ਔਰ ਇਹ ਜਿਹੜੇ ਨੇਟਿਵ ਇੰਡੀਅਨਸ ਆ ਉਹਨਾਂ ਨੂੰ ਹੋਰ ਵੀ ਇਸ ਗੱਲ 'ਚ ਲੋਕੀ ਹੱਲਾਸ਼ੇਰੀ ਦੇਣਗੇ ਵੀ ਹਾਂ ਤੁਹਾਨੂੰ ਇਹ ਹੋਣਾ ਚਾਹੀਦਾ। ਇਹ ਲੋਕ ਜਿਨ੍ਹਾਂ ਨੇ ਇਸ ਮੁਲਕ ਨੂੰ ਵਸਾਇਆ, ਇੱਥੇ ਆ ਕੇ ਸਭ ਨੂੰ ਰਹਿਣ ਦੀ ਵੀ ਇਜਾਜ਼ਤ ਦਿੱਤੀ ਕਿ ਇੱਥੇ ਆ ਕੇ ਤੁਸੀਂ ਰਹਿ ਸਕਦੇ ਹੋ, ਇੱਥੇ ਉਹਨਾਂ ਨੂੰ ਸਭ ਕੁਝ ਦਿੱਤਾ, ਤੇ ਅੱਜ ਇਹਨਾਂ ਨਾਲ ਕਿੰਨਾ ਧੱਕਾ ਹੋ ਰਿਹਾ ਤੇ ਕੀ ਕੀ ਦੇਖਣ ਨੂੰ ਮਿਲ ਰਿਹਾ ਹੁਣ। ਅਸਲ ਨੇ ਉਹ ਹੈ ਤਰਨ, ਇਹ ਲੈਟਸ ਸੇ ਪਹਿਲਾਂ ਧਰਤੀ ਖਾਲੀ ਹੀ ਗਈ ਸੀ, ਕੋਈ ਪਹਿਲਾਂ ਆ ਗਿਆ, ਜਿਹੜਾ ਪਹਿਲਾਂ ਆ ਗਿਆ ਉਹਦਾ ਮੁਲਕ ਹੋ ਗਿਆ, ਨੈਚੁਰਲੀ ਐਵੇਂ ਹੁੰਦਾ ਸੀਗਾ। ਫਿਰ ਜਿਹੜੇ ਹੋਰ ਆਉਣ ਲੱਗੇ ਨੇ ਉਹਨਾਂ ਨੇ ਆ ਕੇ ਲੜਾਈਆਂ ਕੀਤੀਆਂ, ਲੜਾਈਆਂ ਕਰਕੇ ਫਿਰ ਉਹ ਉਹਨਾਂ ਤੇ ਕਾਬਜ਼ ਹੋ ਗਏ, ਉਹਨਾਂ ਨੂੰ ਗੁਲਾਮ ਬਣਾ ਲਿਆ ਜਾਂ ਉਹਨਾਂ ਤੋਂ ਮੁੱਲ ਲੈ ਲਿਆ, ਜਿਹੜਾ ਮੁੱਲ ਲਿਆ ਉਹਦਾ ਮੁੱਲ ਪੂਰਾ ਨਹੀਂ ਦਿੱਤਾ। ਹੁਣ ਉਹ ਟਰੀਟੀਆਂ ਦੁਬਾਰੇ ਰੀਨੈਗੋਸ਼ੀਏਟ, ਫਿਰ ਰੀਨੈਗੋਸ਼ੀਏਟ ਹੋਈ ਟਰੀਟੀ ਫਿਰ ਰੀਨੈਗੋਸ਼ੀਏਟ ਹੋ ਰਹੀ ਹੈ, ਸਰਕਾਰਾਂ ਹੋਰ ਪੈਸਾ ਦੇ ਰਹੀਆਂ ਨੇ ਵੀ ਹਾਂ ਠੀਕ ਹੈ ਤੁਹਾਡੇ ਨਾਲ ਧੱਕਾ ਹੋਇਆ। ਪਰ ਇਹ ਕੁਛ ਵੀ ਹੈ, ਜਿਹੜੇ ਨੇਟਿਵ ਇੰਡੀਅਨਸ ਆ ਇਹਨਾਂ ਨੂੰ ਵੀ ਆਪਦੇ ਉਸ ਚੋਂ ਬਾਹਰ ਨਿਕਲਣਾ ਪਵੇਗਾ, ਕਿਉਂਕਿ ਜਿਹੜੇ ਇਹ ਦਿਸ ਇਜ਼ ਅ ਲੈਂਡ ਆਫ ਇਮੀਗ੍ਰੈਂਟਸ, ਜਿਹੜੇ ਦੂਜੇ ਲੋਕ ਆਏ ਨੇ ਉਹ ਇੱਥੇ ਆ ਕੇ ਓਵਰਆਲ ਇਹਨਾਂ ਲੋਕਾਂ ਨਾਲੋਂ ਜ਼ਿਆਦਾ ਤਰੱਕੀ ਕਰ ਗਏ ਨੇ, ਜ਼ਿਆਦਾ ਐਸਟੈਬਲਿਸ਼ ਹੋਏ ਨੇ। ਫਿਰ ਸਵਾਲ ਇੱਥੇ ਇਹ ਆ ਜਾਂਦਾ ਵੀ ਜੇ ਉਹ ਬਾਹਰੋਂ ਆ ਕੇ ਐਸਟੈਬਲਿਸ਼ ਹੋ ਸਕਦਾ, ਤੁਸੀਂ ਤਾਂ ਇੱਥੇ ਸਦੀਆਂ ਤੋਂ ਰਹਿ ਰਹੇ ਹੋ, ਤੁਸੀਂ ਕਿਉਂ ਨਹੀਂ ਹੋ ਸਕਦੇ? ਤਰੱਕੀ ਕਰਨ ਦਾ ਸਿਸਟਮ ਵੀ ਪ੍ਰੋਵਾਈਡ ਕਰਵਾਉਣਾ ਚਾਹੀਦਾ। ਸਿਰਫ ਇਹ ਨਹੀਂ ਕਿ ਤੁਹਾਨੂੰ ਕੁਝ ਸਹੂਲਤਾਂ ਦੇ ਦਿੱਤੀਆਂ, ਉਹ ਵੀ ਸਹੂਲਤਾਂ ਦੇ ਨਾਮ ਦੇ ਉੱਤੇ ਤਾਂ ਕਿ ਅੱਗੇ ਜਨਰੇਸ਼ਨ ਵੱਧ ਨਾ ਸਕੇ, ਇਹ ਜਿਹੀਆਂ ਸਹੂਲਤਾਂ ਦਿੱਤੀਆਂ ਜਾਣੀਆਂ। ਹੁਣ ਜਿਵੇਂ ਆਪਾਂ ਰੈਜ਼ੀਡੈਂਸ਼ੀਅਲ ਸਕੂਲਸ ਦੀ ਗੱਲ ਕਰ ਲਈਏ, ਇੱਥੇ ਇੰਡੀਜੀਨਸ ਬੱਚੇ ਪੜ੍ਹਨ ਲਈ ਉਹ ਆਏ ਸੀ, ਆਪਣਾ ਭਵਿੱਖ ਬਣਾਉਣ ਲਈ ਉਹ ਆਏ ਸੀ, ਪਰ ਜੋ ਵਰਤਾਰਾ ਕੀਤਾ ਗਿਆ ਉਹਨਾਂ ਦੇ ਨਾਲ ਜਾਂ ਜਿਸ ਤਰੀਕੇ ਨਾਲ, ਚਾਹੇ ਉਹਨਾਂ ਨੇ ਸੁਸਾਈਡ ਕੀਤੀ ਜਾਂ ਉਹਨਾਂ ਨੂੰ ਮਾਰਿਆ ਗਿਆ, ਜੋ ਵੀ ਹੈ, ਸੋ ਇਹ ਵੀ ਪਹੁੰਚੇ ਤਾਂ ਇੱਥੇ ਆਪਣਾ ਭਵਿੱਖ ਬਣਾਉਣ ਲਈ ਉਹ ਸੀ, ਪਰ ਜੋ ਇੱਥੇ ਹੋਇਆ ਵਾ ਇਹਨਾਂ ਦੇ ਨਾਲ, ਇਸ ਤਰ੍ਹਾਂ ਨਾਲ ਪੂਰੀ ਨਸਲ ਖੁਸ਼ੀ ਹੋ ਗਿਆ। ਬੱਚੇ ਅਲਾਉਡ ਨਹੀਂ ਸੀ, ਅਸਲ ਇਉਂ ਸੀ, ਬੱਚੇ ਮੱਲੋ ਜ਼ੋਰੀ ਲੈ ਕੇ ਆ ਕੇ ਇਹ ਜਿਹੀਆਂ ਥਾਵਾਂ ਤੇ ਪੜਾਏ ਗਿਆ, ਉਹ ਬੱਚੇ ਆਪ ਨਹੀਂ ਸੀ ਪੜ੍ਹਨ ਆਏ। ਮੈਜੋਰਿਟੀ ਬੱਚੇ ਇਹ ਸੀ ਕਿ ਤੁਸੀਂ ਆਪਦਾ ਬੱਚਾ ਸਾਨੂੰ ਦੇਣਾ, ਅਸੀਂ ਇਹਨੂੰ ਪੜ੍ਹਨਾ, ਅਸੀਂ ਕੈਥੋਲਿਕ ਚਰਚ ਹੈਗੀ ਹੈ, ਚਰਚ ਦੇ ਨਾਂ ਤੇ ਜਾਂਦਾ ਸੀ, ਅਸੀਂ ਇਹਨੂੰ ਲੈ ਕੇ ਜਾਵਾਂਗੇ। ਬੱਚੇ ਦੀ ਮੌਤ ਹੋ ਗਈ, ਨਾ ਕੋਈ ਖਬਰ ਸੀ ਨਾ ਕੁਛ ਹੋਰ ਸੀ, ਉੱਥੇ ਬਰੀ ਕਰ ਦਿੰਦੇ ਸੀਗੇ। ਪ੍ਰੋਬਲਮ ਕਿੱਥੇ ਆਉਂਦੀ ਹੈ ਤਰਨ? ਪ੍ਰੋਬਲਮ ਆਉਂਦੀ ਹੈ ਤਰਨ ਲੀਡਰਸ਼ਿਪ ਤੇ। ਇਹਨਾਂ ਦੀ ਲੀਡਰਸ਼ਿਪ ਬਹੁਤ ਮਾੜੀ ਹੈ। ਇਹਨਾਂ ਦੀ ਲੀਡਰਸ਼ਿਪ ਵੀ ਐਸੀ ਹੋਈ ਹੈ ਕਿ ਉਹ ਆਪਦੇ ਤੱਕ ਹੀ ਰੱਖਦੀ ਹੈ, ਅੱਗੇ ਦਿੰਦੀ ਨਹੀਂ ਹੈ ਕੁਝ। ਸਰਕਾਰਾਂ ਗ੍ਰਾਂਟਸ ਦਿੰਦੀਆਂ ਨੇ, ਸਰਕਾਰਾਂ ਬਹੁਤ ਕੁਝ ਕਰਦੀਆਂ ਨੇ, ਮੈਂ ਉਹ ਨਹੀਂ ਕਹਿੰਦਾ ਸਰਕਾਰਾਂ ਨੂੰ, ਆਮ ਨਾਟ ਡਿਫੈਂਡਿੰਗ ਦ ਗਵਰਨਮੈਂਟਸ, ਪਰ ਸਰਕਾਰ ਬਹੁਤ ਕੁਝ ਦਿੰਦੀ ਹੈ, ਜਿੱਥੇ ਉਹ ਪਹੁੰਚਣਾ ਚਾਹੀਦਾ ਉੱਥੇ ਤੱਕ ਪਹੁੰਚਦਾ ਹੀ ਨਹੀਂ। ਉਹੀ ਹੈ ਕਿ ਸਹੀ ਹੱਥਾਂ ਤੱਕ ਉਹ ਜਿਹੜੀ ਦਿੰਦੀ ਆ, ਸਹੀ ਹੱਥਾਂ ਤੱਕ ਉਹ ਹੈਲਪ ਜਾਂਦੀ ਵੀ ਹੈ ਜਾਂ ਨਹੀਂ ਜਾਂਦੀ। ਦੈਟਸ ਰਾਈਟ, ਦੈਟ ਇਜ਼ ਦ ਪ੍ਰੋਬਲਮ। ਫਿਰ ਉਹ ਕਹਿੰਦੇ ਜੇ ਸਰਕਾਰ ਪੁੱਛਦੀ ਹੈ ਦੱਸੋ ਕਿੱਥੇ ਪੈਸੇ ਖਰਚੇ ਆ, ਉਹ ਕਹਿੰਦੇ ਤੁਸੀਂ ਕੌਣ ਹੋ ਸਾਨੂੰ ਪੁੱਛਣ ਵਾਲੇ, ਦੈਨ ਦੈਟਸ ਇਹ ਅਨਦਰ ਪ੍ਰੋਬਲਮ ਆ ਜਾਂਦੀ ਹੈ। ਇਟਸ ਇਹ ਕੈਚ 22 ਹੈ, ਇਹਦੇ 'ਚ ਇਉਂ ਨਹੀਂ ਤੁਸੀਂ ਕਹਿ ਸਕਦੇ ਕਿਹੜਾ ਗਲਤ ਆ ਤੇ ਕਿਹੜਾ ਠੀਕ ਹੈਗਾ। ਹਾਂ ਇਹ ਜ਼ਰੂਰ ਹੈਗਾ, ਇਸ ਜਿਹੜੀ ਕਮਿਊਨਿਟੀ ਹੈਗੀ ਆ ਇਹਦੇ ਨਾਲ ਧੱਕਾ ਹੋਇਆ, ਸਦੀਆਂ ਤੋਂ ਹੋਇਆ, ਹੁਣ ਵੀ ਹੋ ਰਿਹਾ ਹੈਗਾ। ਇਹਨਾਂ ਨੂੰ ਨਸ਼ੇ ਤੇ ਲਾਇਆ ਜਾ ਰਿਹਾ, ਨਸ਼ੇ ਤੇ ਲਾਇਆ ਨਹੀਂ ਜਾ ਰਿਹਾ, ਨਸ਼ੇ ਤੇ ਆਲਰੇਡੀ ਲੱਗੇ ਹੋਏ ਨੇ। ਤੁਹਾਨੂੰ ਜਦੋਂ ਵਿਹਲੇ ਹੀ ਰਹਿਣਾ,
ਤੁਹਾਨੂੰ ਖਰਚਣ ਨੂੰ ਪੈਸੇ ਮਿਲ ਰਹੇ ਆ, ਉਹਨੂੰ ਕਰਨਾ ਕੀ ਆ, ਨਸ਼ਾ ਅਵੇਲੇਬਲ ਹੈਗਾ, ਤੁਸੀਂ ਨਸ਼ਾ ਵਰਤੀ ਜਾਂਦੇ ਹੋ, ਕੰਮ ਕਰਨ ਦੀ ਲੋੜ ਹੀ ਨਹੀਂ ਗੀ। ਦੈਟ ਇਜ਼ ਦ ਰੀਜ਼ਨ। ਜੀ ਬਿਲਕੁਲ, ਕਿਤੇ ਨਾ ਕਿਤੇ ਸਰਕਾਰਾਂ ਵੀ ਇਹਦੇ ਲਈ ਜ਼ਿੰਮੇਵਾਰ ਨੇ। ਜਦੋਂ ਤੁਸੀਂ ਐਕਸੈਸ ਦੇ ਵਿੱਚ ਕਿਸੇ ਨੂੰ ਕੋਈ ਚੀਜ਼ ਦਿੰਦੇ ਹੋ, ਕੋਈ ਬਿਨਾਂ ਕਿਸੇ ਮਤਲਬ ਦੇ ਮੁਹੱਈਆ ਕਰਵਾਉਂਦੇ ਹੋ, ਸੋ ਉਹ ਹੁਣ ਜਨਰੇਸ਼ਨ ਦਾ ਉਹ ਸਿਸਟਮ ਕਰ ਦਿੱਤਾ ਕਿ ਉਹਨਾਂ ਨੂੰ ਹਰ ਚੀਜ਼ ਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ, ਮਨੀ ਦਿੱਤੀ ਜਾ ਰਹੀ ਹੈ, ਗ੍ਰਾਂਟਸ ਦਿੱਤੀਆਂ ਜਾ ਰਹੀਆਂ। ਉਹ ਕਹਿ ਰਹੇ ਨੇ ਕੰਮ ਕਰਨ ਦੀ ਲੋੜ ਹੀ ਕੀ ਹੈ। ਸੋ ਜੇ ਉਹਨਾਂ ਨੂੰ ਉਸ ਲੈਵਲ ਦੀਆਂ ਗ੍ਰਾਂਟਸ ਨਹੀਂ ਮਿਲਣਗੀਆਂ, ਆਪਣੇ ਆਪ ਕੰਮ ਕਰਨਗੇ, ਕੰਮ ਵਿੱਚ ਵੜਨਗੇ, ਤਾਂ ਨਸ਼ੇ ਆਪੇ ਤਿਆਗਣਗੇ। ਇਸੇ ਕਰਕੇ ਹੁਣ ਕੁਝ ਦੀਆਂ ਪਹਿਲਾਂ ਜਿਹੜਿਆਂ ਲੋਕਾਂ ਨੇ ਜਿਹੜੀਆਂ ਪਾਲਿਸੀਜ਼ ਬਣਾਈਆਂ ਸੀ, ਉਹਨਾਂ ਦੇ ਹੁਣ ਬੁੱਤ ਢਾਹੇ ਜਾ ਰਹੇ ਨੇ, ਉਹਨਾਂ ਦੇ ਦਮ ਬਦਲੇ ਜਾ ਰਹੇ ਨੇ, ਔਰ ਇਹ ਬੜੀ ਛੇਤੀ ਇਹ ਗੱਲ ਮੁੱਕਣੀ ਨਹੀਂ ਹੈ। ਨਾਂ ਵੀ ਬਦਲੇ ਜਾਣਗੇ, ਕਈ ਨਾਂ ਬਦਲਦੇ, ਆਪਣੇ ਮੇਰੇ ਹੁੰਦੇ ਦੇਖਦੇ ਬਹੁਤ ਨਾਂ ਬਦਲ ਜਾਣਗੇ। ਜੀ ਥੋੜਾ ਜਿਹਾ ਟਰੱਕਿੰਗ ਇੰਡਸਟਰੀ ਵੱਲ ਵੀ ਆ ਜਾਈਏ। ਜੀ ਕੈਲੇਡਨ ਦੀ ਖਬਰ ਹੈ ਜੀ, ਇੱਥੇ ਅਚਨਚੇਤ ਟਰੱਕਾਂ ਦੀ ਜਿਹੜੀ ਆ ਜਾਂਚ ਕੀਤੀ ਗਈ ਹੈ, ਤੇ ਉਸ ਤੋਂ ਬਾਅਦ ਜਦੋਂ ਚੈਕਿੰਗ ਹੋਈ ਆ, 35 ਟਰੱਕ ਜਿਹੜੇ ਆ ਜਾਂਚ ਦੇ ਵਿੱਚ ਖਰੇ ਨਹੀਂ ਉਤਰ ਸਕੇ। ਸਰ ਇਹ ਸਿਰਫ 35 ਹੋਣਗੇ, ਜੇ ਬਾਕੀ ਜੇ ਕੀਤੀ ਜਾਵੇ ਜਾਂਚ ਤਾਂ ਮਾਮਲੇ ਇਸ ਤੋਂ ਕਿਤੇ ਵੱਧ ਸਾਹਮਣੇ ਆ ਸਕਦੇ ਆ। ਕਿਤੇ ਵੱਧ ਦਾ ਤਰਨ, ਕਿਤੇ ਵੱਧ ਇਹ ਤੋਂ ਚੈੱਕ ਹੋਏ ਨੇ। 120 ਟਰੱਕ ਕੀਤੇ ਨੇ, ਉਹਨਾਂ ਚੋਂ 95 ਚਾਰजेस ਲੱਗੇ ਨੇ, ਔਰ ਇਹ ਇੰਸਪੈਕਸ਼ਨ ਬਲੇਟ ਸੀਗਾ, ਇਹ ਦੱਸ ਕੇ ਨਹੀਂ ਸੀ ਕੀਤਾ ਗਿਆ। ਤੁਸੀਂ ਇਮੇਜਿਨ ਕਰੋ 120 ਦੇ ਵਿੱਚੋਂ 95 ਚਾਰजेस ਹੈ। 95 ਚ ਖਾਮੀਆਂ ਪਾਈਆਂ ਗਈਆਂ ਨੇ। ਖਾਮੀਆਂ ਕੈਸੀਆਂ ਨੇ? ਤੁਹਾਡੇ ਜਿਹੜੇ ਨਟਸ ਆ ਟਾਇਰਾਂ ਨੂੰ ਉਹੀ ਪੂਰੇ ਹੈ ਨਹੀਂਗੇ। ਤੁਹਾਡਾ ਓਵਰਲੋਡ ਕੀਤਾ ਹੈ ਜਿਹੜਾ ਕਿ ਅਲਾਉਡ ਹੈ ਨਹੀਂਗਾ। ਓਵਰਲੋਡ ਕਿਉਂ ਨਹੀਂ ਅਲਾਉਡ? ਓਵਰਲੋਡ ਪ੍ਰੋਬਲਮ ਸੜਕਾਂ ਨੂੰ ਪ੍ਰੋਬਲਮ ਆਉਂਦੀ ਹੈ, ਇੱਕ ਤਾਂ ਰੋਕਣਾ ਔਖਾ, ਦੈਟਸ ਅ ਡਿਫਰੈਂਟ ਸਟੋਰੀ। ਤੁਸੀਂ ਸੜਕਾਂ ਪੱਟ ਦਿੰਦੇ ਹੋ ਜਦੋਂ ਬਹੁਤ ਹੈਵੀ ਹੈਗਾ, ਵੇਟ ਹੈਗਾ, ਜਦੋਂ ਤੁਸੀਂ ਜ਼ੋਰ ਦੀ ਕਿਤੇ ਬ੍ਰੇਕਾਂ ਲਾਉਣੀਆਂ ਪੈਂਦੀਆਂ, ਸੜਕ ਪੱਟੀ ਜਾਂਦੀ ਹੈ। ਇਸੇ ਕਰਕੇ ਜਦੋਂ ਨਾ ਸਿਆਲ ਤੋਂ ਮੌਸਮ ਚੇਂਜ ਹੁੰਦਾ ਹੈ, ਜਦੋਂ ਸਪਰਿੰਗ ਆਉਂਦੀ ਹੈ, ਉਦੋਂ ਇਹ ਟਰੱਕਸ ਵੱਡੇ ਅਲਾਉਡ ਨਹੀਂ ਹੁੰਦੇ। ਜਿਹੜੇ ਡੰਪ ਟਰੱਕਸ ਨੇ ਸੜਕ ਦੇ ਉੱਤੇ ਅਲਾਉਡ ਨਹੀਂ ਹੁੰਦੇ, ਕਿਉਂਕਿ ਇਹ ਹੈਵੀ ਜ਼ਿਆਦੇ ਨੇ, ਔਰ ਥੱਲੇ ਧਰਤੀ ਸੌਫਟ ਹੋਈ ਹੁੰਦੀ ਹੈ, ਉਹਦੇ ਕਰਕੇ ਸੜਕਾਂ ਖਰਾਬ ਹੋ ਜਾਂਦੀਆਂ ਨੇ, ਨੁਕਸਾਨ ਬਹੁਤ ਜ਼ਿਆਦਾ ਹੈਗਾ। ਤੇ ਤੁਸੀਂ ਜਿਹੜਾ ਤੁਹਾਨੂੰ ਕਿਹਾ ਗਿਆ ਕਾਨੂੰਨ ਤਾਂ ਮੰਨਣਾ ਚਾਹੀਦਾ, ਉਹ ਤਾਂ ਫੋਲੋ ਕਰਨਾ ਚਾਹੀਦਾ। ਜਦੋਂ ਨਹੀਂ ਕਰਦੇ, ਇਹ ਤਾਂ ਹਲੇ ਉਹ ਨੇ ਜਿਹੜੇ ਫੜੇ ਗਏ, ਇਹ ਜਿਨ੍ਹਾਂ ਨੂੰ ਰੇਡੀਓ ਤੇ ਕਿਹਾ ਵੀ ਆਇਨਾ ਇਧਰ ਨੂੰ, ਉਹ ਪਰੇ ਦੀ ਲੰਘ ਜਾਓ, ਅੱਜ ਉਹ ਕਿੰਨੇ ਹੋਣਗੇ ਇਮੇਜਿਨ ਕਰੋ। ਸੋ ਪਲੀਜ਼ ਮੇਰਾ ਮੈਂ ਉਹ ਨਹੀਂ ਕਹਿੰਦਾ ਕਿ ਸਾਰੇ ਆਪਣੀ ਕਮਿਊਨਿਟੀ ਇਹਦੇ ਵਿੱਚ, ਆਪਣੀ ਕਮਿਊਨਿਟੀ ਬਹੁਤ ਜ਼ਿਆਦਾ ਆ। ਪਲੀਜ਼ ਆਪਦੇ ਟਰੱਕਸ ਨੂੰ, ਤੁਹਾਡੀ ਸੇਫਟੀ ਹੈ ਇਹਦੇ ਵਿੱਚ, ਸਾਰਿਆਂ ਦੀ, ਤੁਹਾਡੀ ਇਕੱਲੇ ਬਾਕੀਆਂ ਦੀ ਨਹੀਂ, ਤੁਹਾਡੀ ਆਪ ਦੀ ਸੇਫਟੀ ਵੀ ਹੈ। ਇਨ ਕੇਸ ਸਮਥਿੰਗ ਹੈਪਨਸ, ਕੀ ਕਰੋਗੇ? ਐਕਸੀਡੈਂਟ ਹੀ ਹੋ ਜਾਂਦਾ, ਕਿਸੇ ਹੋਰ ਦਾ ਨੁਕਸਾਨ ਹੋ ਜਾਂਦਾ, ਤੁਸੀਂ ਬਾਅਦ 'ਚ ਅਦਾਲਤਾਂ 'ਚ ਤੁਰੇ ਫਿਰੋਗੇ। ਸੋ ਪਲੀਜ਼ ਘੱਟੋ ਘੱਟ ਜੇ ਤੁਹਾਡੀ ਮਸ਼ੀਨਰੀ ਲੀਗਲ ਤੌਰ ਤੇ ਠੀਕ ਹੈਗੀ ਆ, ਕੋਈ ਗੱਲ ਹੋ ਜਾਂਦੀ ਹੈ, ਤਾਂ ਘੱਟੋ ਘੱਟ ਤੁਹਾਨੂੰ ਇਹ ਤਾਂ ਨਹੀਂ ਇੱਕ ਸਿਰਦਰਦੀ ਹੋਏਗੀ ਜਿਹੜੀ ਕਿ ਪਹਿਲਾਂ ਬਣੇਗੀ ਤੁਹਾਨੂੰ ਵੀ, ਇਹਦਾ ਤੱਕ ਟਰੱਕ ਹੀ ਠੀਕ ਹੈ ਨਹੀਂ ਸੀ। ਬਿਲਕੁਲ ਸਰ, ਵੈਸੇ ਕਿਸ ਦੀ ਜ਼ਿੰਮੇਵਾਰੀ ਹੋਏਗੀ ਜੇਕਰ ਕੋਈ ਐਵੇਂ ਦਾ ਸਿਸਟਮ ਪਾਇਆ ਜਾਂਦਾ, ਤਾਂ ਕਿਹਦੀ ਜ਼ਿੰਮੇਵਾਰੀ ਹੋਏਗੀ? ਕਿਉਂਕਿ ਇੰਨਾ ਕੁ ਮੈਨੂੰ ਪਤਾ ਕਿ ਜਦੋਂ ਵੀ ਟਰੱਕ ਚੱਲਣਾ ਹੁੰਦਾ, ਉਸ ਟਾਈਮ ਪਹਿਲਾਂ ਡਰਾਈਵਰ ਇੰਸਪੈਕਸ਼ਨ ਕਰਦਾ ਹਰ ਚੀਜ਼ ਦੀ। ਸੋ ਜੇਕਰ ਐਵੇਂ ਦੀ ਹੁਣ ਜਿਵੇਂ ਢਿੱਲ ਦੇਖਣ ਨੂੰ ਮਿਲੀ, ਇਹਦੇ ਵਿੱਚ ਕੌਣ ਜ਼ਿੰਮੇਦਾਰ ਹੋਏਗਾ, ਕੰਪਨੀ ਜਾਂ ਡਰਾਈਵਰ ਵੱਲ? ਮੈਂ ਗੱਲ ਕਰਾਂਗੀ, ਦਰਸ਼ਕ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਭਾਜੀ। ਉਹ ਟਰੱਕਾਂ ਦੇ ਵਿੱਚ ਮੇਰਾ ਵੀ ਨਾਮ ਸ਼ਾਮਲ ਆਈ। ਓਕੇ, ਕੀ ਪ੍ਰੋਬਲਮ ਸੀ ਜੀ ਤੁਹਾਡੇ ਟਰੱਕ ਨੂੰ? ਕਾਰਨ ਕੀ ਸੀਗਾ, ਤੁਹਾਨੂੰ ਕਿਉਂ? ਪ੍ਰੋਬਲਮ ਨਹੀਂ ਭਾਜੀ, ਦੱਸਾਂ ਗੱਲ ਕੀ ਆਈ? ਹਾਂਜੀ ਭਾਜੀ, ਜਿਹੜੇ ਆਪਾਂ ਤੁਸੀਂ ਕਹਿੰਦੇ ਕਿ ਹੋਰ ਕਮਿਊਨਿਟੀ ਹੈ ਜੀ, ਉਹ ਜਾਂ ਹੋਰ ਆਪਣੇ ਪੰਜਾਬੀ ਧੱਕਾ ਕਰਦੇ ਨੇ ਜੀ, ਆਹ ਚੱਕ ਲਾ, ਉਹ ਕਰਦਾ ਜੀ। ਹਾਂਜੀ, ਆਪਾਂ ਸਿੱਧੀ ਗੱਲ ਕਹਿੰਦੇ, ਉਹਨਾਂ ਦੇ ਵਿੱਚ ਨੰਬਰ ਮੇਰਾ ਜੀ। ਤੁਹਾਡਾ ਲੋਡ ਵੱਧ ਸੀਗਾ? ਹਾਂਜੀ ਭਾਜੀ, ਆਪਣੇ ਪੰਜਾਬੀ ਚ ਹੁੰਦੇ ਭਾਜੀ। ਮੈਂ ਜਿੱਦਾਂ ਗੱਲ ਮੂੰਹ ਤੇ ਕਹਿਣਾ, ਗੋਰੇ ਕਹਿਣਗੇ ਗੋਰਾ ਉਹ ਟਰੱਕ ਡਰਾਈਵਰ ਹੋਊਗਾ, ਜਵਾਬ ਦੇ ਦੂਗਾ ਵੀ ਆਪਾਂ ਲੋਡ ਨਹੀਂ ਚੱਕਣਾ ਜੀ। ਅਸੀਂ ਭਾਜੀ ਪੈਸੇ ਕਮਾਉਣ ਦੇ ਚੱਕਰਾਂ ਚ ਨੇ ਭਾਜੀ। ਠੀਕ ਹੈ ਜੀ। ਤੇ ਇਹਦੇ ਵਿੱਚ ਫਿਰ ਖਮਿਆਸਾ ਹੁਣ ਕਿਹਨੂੰ ਭੁਗਤਣਾ ਪੈ ਰਿਹਾ, ਕੰਪਨੀ ਨੂੰ ਜਾਂ ਤੁਹਾਨੂੰ? ਹਾਂ, ਮੈਨੂੰ ਭੁਗਤਣਾ ਪਿਆ ਹੈ, ਮੇਰਾ ਰੈਕਡ ਖਰਾਬ ਹੋ ਗਈ। ਫਿਰ ਤੁਸੀਂ ਕੰਪਨੀ ਨੂੰ ਉਸ ਵੇਲੇ ਕਿਉਂ ਨਹੀਂ ਕਹਿੰਦੇ ਹੈਗੇ ਕਿ ਵੀ ਅਸੀਂ ਨਹੀਂ ਚੱਕਣਾ, ਕੱਲ ਨੂੰ ਸਾਡੇ ਰੈਕਡ ਦੇ ਉੱਤੇ ਇਹ ਪ੍ਰੋਬਲਮ ਆਏਗੀ? ਉਹ ਕਹਿੰਦੇ ਚੱਕੋ ਤੁਸੀਂ, ਕੋਈ ਗੱਲ ਨਹੀਂ, ਅਸੀਂ ਬੈਠੇ ਹਾਂ, ਬਾਅਦ ਮੁੱਕਰ ਜਾਂਦੇ ਨੇ। ਇਹਦੇ ਬਾਰੇ ਤੁਸੀਂ ਕਦੇ ਕੰਪਲੇਂਟ ਕਰਨ ਦੀ ਕੋਸ਼ਿਸ਼ ਕੀਤੀ ਆ ਅਥਾਰਟੀਜ਼ ਨੂੰ ਉੱਪਰ? ਮੈਂ ਕਈ ਵਾਰ ਕਿਤੇ ਕਹਿੰਦਾ ਤੈਨੂੰ ਫਾਇਰ ਕਰ ਦਾਂਗੇ, ਤੈਨੂੰ ਐਂ ਕਰ ਦਾਂਗੇ, ਬਸ ਧਮਕੀ ਦੇ ਦਿੰਦੇ। ਨਹੀਂ, ਤੁਸੀਂ ਉਹ ਕੰਪਨੀ ਕੋਲੇ ਕੰਪਲੇਂਟ ਕਰਨੀ ਨਹੀਂ। ਜੇ ਤੁਸੀਂ ਕੰਪਨੀ ਕੋਲੇ ਵੀ ਕੰਪਲੇਂਟ ਕਰਦੇ, ਮੈਂ ਆਮ ਇਹ ਗੱਲ ਕਰਦਾ ਹੁੰਦਾ ਵੀ ਤੁਸੀਂ ਲਿਖਤੀ ਕਰੋ। ਸੈਕੰਡਲੀ, ਤੁਸੀਂ ਕਿਸੇ ਜਿਹੜੀ ਤੁਹਾਡੀ ਉੱਪਰ ਅਥਾਰਟੀ ਆ, ਕੋਈ ਦੇਖਣ ਵਾਲੀ ਹੈ, ਮਿਨਿਸਟਰੀ ਆਫ ਟਰਾਂਸਪੋਰਟੇਸ਼ਨ ਆ ਜਾਂ ਮਿਨਿਸਟਰੀ ਆਫ ਲੇਬਰ ਹੈਗੀ ਆ, ਕੀ ਤੁਸੀਂ ਉਹਨਾਂ ਕੋਲੇ ਕਦੇ ਉਹਦੇ ਕੋਲੇ ਕੀਤੀ ਹੈ ਜੀ? ਇਹ ਤਾਂ ਗੱਲ ਜੇ ਗਾਹਾਂ ਗੱਲ ਹੀ ਨਹੀਂ ਕਰ ਦਿੰਦੇ, ਜਿਹੜੀ ਕਹਿੰਦਾ ਕੋਈ ਗੱਲ ਨਹੀਂ। ਅੱਛਾ, ਵੈਸੇ ਅਸੀਂ $500 ਦੇ ਦਿੰਦੇ ਆ, $500 ਦੇਣਾ, ਚੁੱਪ ਕਰਕੇ ਬਹਿ ਜਾ, $500 ਦੇ ਦਿੰਦੇ ਆ ਵੱਧ, ਬਸ ਇੱਕ ਨੂੰ ਕਰਕੇ ਚੁੱਪ ਕਰਾ ਦਿੰਦੇ ਨੇ। ਅੱਜ ਫਸ ਗਈ।
ਵੈਸੇ ਸਾਰੀਆਂ ਕੰਪਨੀਆਂ ਦਾ ਹਾਲ ਆ ਕਿ ਤੁਹਾਨੂੰ ਲੱਗਦਾ ਹੈ ਕਿ ਇੱਕ ਦੋ ਕੰਪਨੀਆਂ ਹੀ ਜ਼ਿਆਦਾ ਸਾਰੇ ਕੰਪਨੀਆਂ ਹੀ ਅਸੀਂ ਖੁਦ ਕਹਿੰਦੇ ਹੀ ਇਹ ਪੰਜਾਬੀ ਜਿੰਨੀ ਕੰਪਨੀ ਟਰੱਕਾਂ ਦੀਆਂ ਹੀ ਕੋਈ ਟਰੱਕ ਮੈਂ ਟੋਟਲੀ ਦੇਖ ਲਈ ਗੋਰਿਆਂ ਨਾਲ ਕੰਮ ਕਰਕੇ ਆਪਾਂ ਤਾਂ ਖੁਸ਼ ਆਂ। ਰੋਬੋਟ ਕੰਪਨੀਆਂ ਜਦ ਜੀ ਤੁਸੀਂ ਦੱਸਿਆ ਕਿ ਗੋਰੇ ਡਰਾਈਵਰਸ ਚੱਕਣ ਤੋਂ ਹੀ ਮਨਾ ਕਰ ਦਿੰਦੇ ਆ, ਜੇ ਉਹਨਾਂ ਨਾਲ ਡੀਲ ਕਰ ਸਕਦੇ ਆ ਤਾਂ ਤੁਹਾਡੇ ਨਾਲ ਕਿਉਂ ਨਹੀਂ ਕਰ ਸਕਦੇ? ਤੁਸੀਂ ਕਿਉਂ ਨਹੀਂ ਡਾਇਰੈਕਟਲੀ ਮਨਾ ਕਰਦੇ? ਗੋਰਿਆਂ ਨੂੰ ਕਿਹੜਾ ਉਹ ਕੰਮ ਤੋਂ ਕੱਢ ਸਕਦੇ ਆ? ਜੇ ਕੱਢਣਗੇ ਤਾਂ ਉਹਨਾਂ ਨੂੰ ਪਤਾ ਕਿ ਗੋਰਿਆਂ ਨੂੰ ਆਪਣੇ ਰਾਈਟਸ ਦੇ ਬਾਰੇ ਵਿੱਚ ਪਤਾ ਤੇ ਉਹ ਅੱਗੇ ਇਹਦੇ ਬਾਰੇ ਵਿੱਚ ਫਰਦਰ ਐਕਸ਼ਨ ਲੈ ਸਕਦੇ ਆ। ਆਪਣੇ ਕਹਿੰਦੇ 500 ਡਾਲਰ ਵੱਧ ਲੈਣਾ, ਕੋਈ ਗੱਲ ਨਹੀਂ 500 ਰੁਪਏ ਕੀ ਵੱਧ ਦੇਣਗੇ ਚੱਕ। ਫਿਰ ਗੱਲ ਉਹੀ ਆ ਨਾ ਕਿ ਆਪਾਂ ਵੀ ਕਿਤੇ ਆਪਣਾ ਲਾਲਚ ਵੇਖਦੇ ਆ। ਆਪਾਂ ਲਾਲਚ ਕਰਦੇ ਨੇ, ਆਪਾਂ ਲਾਲਚ ਕਰ ਜਾਂਦੇ। ਬਿਲਕੁਲ ਜੀ ਥੈਂਕ ਯੂ ਜੀ ਕਾਲ ਕਰਨ ਲਈ, ਸ਼ੁਕਰੀਆ ਜੀ। ਅੱਜ ਮੈਂ ਬੈਠਾ ਜੀ ਗਵਾ ਕੇ ਬੈਠਾ ਕੋਲ ਜੀ। ਓ ਗॉड ਸੌਰੀ ਫॉर दैट ਜੀ। ਥੈਂਕ ਯੂ ਜੀ। ਚਲੋ ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ ਕਾਲ ਕਰਨ ਲਈ। ਇਹ ਜਿਹੜੀ ਇਹਨਾਂ ਦੀ ਗੱਲ ਕੀਤੀ ਆ ਇਹ ਇਕੱਲੀ ਇੱਕ ਗੱਲ ਨਹੀਂ ਹੈ, ਇਹ ਬਹੁਤ ਸੈਂਕੜੇ ਗੱਲਾਂ ਨੇ ਐਸੀਆਂ ਜਿਹੜੀਆਂ ਇਹਨਾਂ ਨੇ ਗੱਲ ਕੀਤੀ ਹੈਗੀ ਆ। ਚੰਗਾ ਇਹਨਾਂ ਨੇ ਜਿਗਰਾ ਕੱਢਿਆ ਗੱਲ ਕੀਤੀ ਹੈ। ਅਖੀਰ ਤੁਹਾਨੂੰ ਆਪਣੇ ਰਾਈਟਸ ਦਾ ਤੁਹਾਨੂੰ ਪਤਾ ਹੋਣਾ ਚਾਹੀਦਾ। ਜੇ ਤੁਹਾਨੂੰ ਨਹੀਂ ਪਤਾ ਇਹ ਮੈਂ ਉਹ ਕਹਾਂ ਕਿ ਮਿਸਟੇਕ ਤੁਹਾਡੀ ਹੈ। ਮੈਂ ਤੁਹਾਨੂੰ ਕੱਲ ਵੀ ਡਿਸਕਸ਼ਨ ਕਰ ਰਹੀ ਸੀ ਨਾ ਕਿ ਜਦੋਂ ਟਿਮ ਹਾਰਟਨ ਦੀ ਜਦੋਂ ਆਪਾਂ ਐਗਜ਼ਾਮਪਲ ਦਿੱਤੀ ਸੀ ਕਿ ਜਦੋਂ ਕੋਈ ਗੋਰੇ ਨੂੰ ਕਿਹਾ ਜਾਂਦਾ ਕਿ ਐਕਸਟਰਾ ਟਾਈਮ ਕੰਮ ਕਰ ਲਓ ਤਾਂ ਉਹਨਾਂ ਨੂੰ ਪਤਾ ਹੁੰਦਾ ਪਹਿਲਾਂ ਕਿਹਾ ਹੀ ਨਹੀਂ ਜਾਂਦਾ ਕਿ ਇਹਨਾਂ ਨੇ ਓਵਰ ਟਾਈਮ ਲਗਾਉਣਾ ਨਹੀਂ ਹੈ। ਆਪਣੀ ਕਮਿਊਨਿਟੀ ਨੂੰ ਕਿਹਾ ਜਾਂਦਾ ਵੀ ਤੁਹਾਨੂੰ ਕਰਨਾ ਪੈਣਾ ਆ, ਕਿਉਂਕਿ ਉਹਨਾਂ ਨੂੰ ਪਤਾ ਕਿ ਇਹਨਾਂ ਨੂੰ ਰਾਈਟਸ ਤੋਂ ਅਵੇਅਰ ਨਹੀਂ ਹੈਗੇ, ਨਾਲੇ ਮਾੜਾ ਮੋਟਾ ਲਾਲਚ ਦਿੱਤਾ ਜਾਊਗਾ, ਇਹਨਾਂ ਨੇ ਕਰ ਵੀ ਲੈਣਾ ਹੈ, ਥੋੜਾ ਬਹੁਤ ਉੱਪਰ ਥੱਲੇ ਟਾਈਮ ਹੋ ਸਕਦਾ। ਉਹੀ ਚੀਜ਼ ਅਸੀਂ ਪੁਰਾਣੀਆਂ ਆਦਤਾਂ ਇੱਥੇ ਵੀ ਲਾਗੂ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਜਦਕਿ ਸਾਨੂੰ ਇੱਥੇ ਆਪਣੇ ਰਾਈਟਸ ਦੇ ਬਾਰੇ ਪੂਰੀ ਇਨਫੋਰਮੇਸ਼ਨ ਹੋਣੀ ਚਾਹੀਦੀ ਹੈ। ਦੈਟਸ ਰਾਈਟ। ਜਿਹਨੂੰ ਰਾਈਟਸ ਦਾ ਪਤਾ ਉਹ ਛੇਤੀ ਕਿਤੇ ਧੋਖਾ ਨਹੀਂ ਖਾਏਗਾ। ਹਾਂ, ਉਹਨੂੰ ਇੱਕ ਇਹ ਡਰ ਹੁੰਦਾ ਮੈਨੂੰ ਜੌਬ ਤੋਂ ਕੱਢ ਦੇਣਗੇ। ਬਿਲਕੁਲ, ਬਿਨਾਂ ਤੁਹਾਡੀ ਗਲਤੀ ਤੋਂ ਕੋਈ ਤੁਹਾਨੂੰ ਜੌਬ ਤੋਂ ਨਹੀਂ ਕੱਢ ਸਕਦਾ। ਜੌਬ ਤੋਂ ਕੱਢਣਾ ਇਟਸ ਨਾਟ ਈਜ਼ੀ, ਕਿਉਂਕਿ ਇੱਥੇ ਦਾ ਜਿਹੜੇ ਲੇਬਰ ਲਾਜ਼ ਨੇ ਜੀ ਇੱਥੋਂ ਦੇ ਇੰਨੇ ਮਾੜੇ ਨਹੀਂ ਹੈ। ਇਹ ਠੀਕ ਹੈ ਉਹਨੂੰ ਬਾਈਪਾਸ ਕੋਈ ਕਰਦਾ ਕਿਤੇ ਨਾ ਕਿਤੇ ਕਰਦਾ, ਕਈ ਵਾਰੀ ਤੁਹਾਨੂੰ ਹੋਸਾ ਇਸ ਗੱਲ ਦਾ ਨੁਕਸਾਨ ਝੱਲਣਾ ਪਵੇ, ਪਰ ਓਵਰਆਲ ਲਾਜ਼ ਇੰਨੇ ਮਾੜੇ ਨਹੀਂ ਹੈ। ਜੇ ਤੁਸੀਂ ਆਪਦੇ ਲਾਜ਼ ਤੋਂ ਅਵੇਅਰ ਹੈਗੇ ਹੋ ਤਾਂ ਤੁਹਾਨੂੰ ਛੇਤੀ ਕਿਤੇ ਕੋਈ ਕੱਢ ਨਹੀਂ ਜੀ ਸਕਦਾ। ਜੇ ਕੱਢਦਾ ਤਾਂ ਤੁਹਾਨੂੰ ਉਹਨੂੰ ਅਗਲੇ ਨੂੰ ਖਮਿਆਜ਼ਾ ਦੇਣਾ ਪਵੇਗਾ। ਕਈ ਲੋਕ ਗੋਰੇ ਕਿਉਂ ਨਹੀਂ ਡਰਦੇ? ਦੇ ਨੋ ਤਾਂ ਲਾਜ਼। ਬਿਲਕੁਲ ਬਿਲਕੁਲ ਐਡੀ ਕੋਈ ਗੱਲ ਨਹੀਂ ਹੈ। ਉਹ ਨਾਲ ਦੇ ਸਿੱਖਣ ਦੇ, ਅਸੀਂ ਨਾਲ ਦੇ ਤੋਂ ਸਿੱਖਦੇ ਨਹੀਂ। ਅਸੀਂ ਕਹਿੰਦਾ ਬਈ ਮੈਂ ਦੱਸੀ ਨਾ ਕਿਸੇ ਹੋਰ ਨੂੰ, ਲੋੜ ਮੈਨੂੰ ਦੇ ਦੇ, ਬਿਲਕੁਲ ਮੈਂ ਲੈ ਜਾਣਾ। ਸੋ देयर सो मेनी थिंग्स बट ਕਾਫੀ ਵੱਡਾ ਟੌਪਿਕ ਹੈ, ਆਪਾਂ ਇੱਥੇ ਡਿਸਕਸ਼ਨ ਕਰੀਏ ਤਾਂ ਸਾਰਾ ਐਪੀਸੋਡ ਲੰਘ ਸਕਦਾ, ਪਰ ਫਿਲਹਾਲ ਅੱਜ ਦੀਆਂ ਖਬਰਾਂ ਵਿੱਚ ਆ ਨਹੀਂ। ਸੋ ਦਰਸ਼ਕਾਂ ਲਈ ਸਵਾਲ ਹੁੰਦਾ ਹੈ, ਅੱਜ ਦਾ ਸਵਾਲ ਕੀ ਹੈ ਸਰ? ਲਓ ਜੀ ਸਵਾਲ ਕਰ ਦਿੰਨੇ ਅੱਜ। ਫਿਰ ਤਰਨ ਦੇ ਫਿੱਟ ਹੀ ਹੋਊਗਾ ਇਹ ਮੈਨੂੰ ਲੱਗਦਾ। ਐਕਸਪੈਕਟਡ 1960 ਤੇ 1965। 1960 ਤੋਂ 65 ਠੀਕ ਹੈ ਸਰ, ਐਡਜਸਟ ਕਰ ਲੂੰ ਮੈਂ। ਇਹ ਜੀ ਮੈਂ ਡੇਟ ਆਫ ਬਰਥ ਦੱਸ ਦਿੰਦਾ ਜੀ, ਉਹਦੇ ਵਿਚਾਲੇ ਜਿਹੜੇ ਕਈ ਆਪਣੇ ਹਰ ਨਵੇਂ ਜੁੜਦੇ ਨੇ। ਇਹ ਮਿਊਜ਼ਿਕ ਡਾਇਰੈਕਟਰ ਨੇ ਜੀ, ਓਕੇ, ਤੇ ਸਿੰਗਰ ਵੀ ਨੇ, ਕੰਪੋਜ਼ਰ ਨੇ। ਇਹ ਇੰਡੀਅਨ ਨੈਸ਼ਨਲ ਅਵਾਰਡ ਤੇ ਫਿਲਮ ਫੇਅਰ ਅਵਾਰਡ। ਗੱਲ ਕਰਦੇ ਹਾਂ ਜੀ, ਦਰਸ਼ਕ ਜੁੜ ਗਏ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਕਹਿਣਾ ਚਾਹੁੰਦੇ ਹੋ? ਹੈਲੋ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਤਾਂ ਇਹ ਕਹਿਣਾ ਚਾਹੁੰਦਾ ਵੀ ਜੇ ਤੁਸੀਂ ਆਪਣੇ ਆਪ ਤੁਹਾਨੂੰ ਸਾਰਾ ਕੁਝ ਪਤਾ ਹੈ, ਕੋਈ ਪ੍ਰੋਬਲਮ ਨਹੀਂ। ਮੈਂ ਇਹ ਕੋਲ ਕੰਟਰੈਕਟਰ ਹੁੰਦੇ ਸੀ ਕਲੀਨਿੰਗ ਦੇ, ਤੇ ਮੈਨੂੰ ਮੈਂ ਮਿਲੀ ਪੈਕ ਰਿਹਾ ਮੈਨੀਟੋਬਾ ਚ, ਤੇ ਮੈਨੂੰ ਵੀ ਇੱਕ ਬੰਦਾ ਕਹਿੰਦਾ ਮੇਰੀ ਹੈਲਪ ਕਰਾ ਦੇ। ਹੈਲਪ ਮੈਂ ਕਰਤੀ, ਕਰਾਤੀ ਉਹਦੀ, ਤੇ ਮੈਨੂੰ ਆਲਸੀ ਮੈਂ ਕੈਲੰਡਰ ਪਰ ਲਿਖੀ ਜਾਂਦਾ ਸੀ ਘੰਟੇ ਜਿੱਦਣ ਵੀ ਜਾਣਾ। ਤੇ ਉਹ ਬੰਦੇ ਨਾਲ 3 ਮਹੀਨੇ ਬਾਅਦ ਜਦ ਮੈਂ ਪੈਸਿਆਂ ਨੂੰ ਪੁੱਛਿਆ ਟਾਈਟ ਅੱਪੇ ਜੇ ਕੱਲ ਨੂੰ ਆਈ ਪਰਸੋਂ ਨੂੰ ਆਈ, ਫਿਰ ਮੈਂ ਲੇਬਰ ਰੋਡ ਚਲੇ ਗਿਆ ਜਦੋਂ ਰਹਿ ਗਏ 6 ਮਹੀਨੇ ਪੂਰੇ ਹੋਣ ਤੋਂ। ਉਹਨਾਂ ਨੇ ਲੇਬਰ ਬੋਰਡ ਵਾਲਾ ਨੇ ਜਿਹੜੇ ਫੋਨ ਕਰਤਾ, ਮੈਂ ਅਕਾਊਂਟ ਦਿੱਤਾ ਉਹਨਾਂ ਨੂੰ, ਦੁਆਲੇ ਬੈਂਕ 'ਚ ਅਕਾਊਂਟ ਹੈ। ਜਦੋਂ ਉਹਨਾਂ ਦਾ ਚੈੱਕ ਆਉਣਾ ਸੀ, ਬੈਂਕ ਵਾਲਾ ਦਾ ਚੈੱਕ ਰੋਕ, ਉਹਨਾਂ ਦਾ ਚੈੱਕ ਕੈਸ਼ ਕਰ ਤੋਂ ਰੋਕ ਲਿਆ, ਜਿਹੜਾ ਕੰਪਨੀ ਦਾ ਚੈੱਕ ਆਉਣਾ ਸੀਗਾ। ਤੇ ਫਿਰ ਕਹਿੰਦੇ ਵੀ ਮੈਨੂੰ ਫੋਨ ਲਾ ਕੇ ਕਰਨ ਵੀ ਆਪਣੇ ਪੈਸੇ ਦੇ ਆ, ਮਗਰ ਤਾਂ ਲੇਬਰ ਬੋਰਡ ਤੋਂ ਥਰੂ ਆਉਂਗੇ। ਤੇ ਮੈਂ ਕਿਹਾ ਵੀ ਆਏ ਨਹੀਂ, $1000 ਸੀ, ਪਰ 1000 ਵੀ ਬਹੁਤ ਹੈ ਸਾਡੇ ਲਈ ਤਾਂ। ਬਿਲਕੁਲ ਜੀ, ਹਾਂ ਡਾਲਰ ਦਾ ਉਹਨਾਂ ਨੇ ਫਿਰ ਉੱਥੇ ਬੁਲਾ ਕੇ ਲੇਬਰ ਬੋਰਡ ਦੇ ਦਫ਼ਤਰ ਚ ਆਪਣੇ ਚ ਉਹਨਾਂ ਤੋਂ ਚੈੱਕ ਦਵਾਇਆ, ਸਰਟੀਫਾਈ ਮੈਨੂੰ $1000 ਦਾ। ਇਹ ਆਏ ਨਹੀਂ ਹੈਗਾ ਇੱਥੇ ਤੁਸੀਂ ਇੰਡੀਆ ਵਾਲਾ ਕੰਮ ਨਹੀਂ ਹੈਗਾ। ਆਪਣੇ ਲੋਕ ਡਰ ਜਾਂਦੇ, ਜਿੱਦਾਂ ਪਹਿਲਾਂ ਤੁਸੀਂ ਗੱਲ ਕਰੀ ਹੈ ਕਿ ਸਾਡੀ ਜੌਬ ਤੇ ਨਾ ਕੱਢ ਦੇਣ। ਜੌਬ ਤੇ ਆਏ ਤਾਂ ਕਿੱਦਾਂ ਕੱਢ ਦੋਗੇ? ਜੇ ਜੌਬ ਤੇ ਤੁਹਾਨੂੰ ਕੱਢੋਗੇ ਤਾਂ ਨਵਾਂ ਬੰਦਾ ਹੈ ਨਹੀਂ ਕਰ ਸਕਦੇ ਹੋ। ਬਿਲਕੁਲ।
ਸਹੀ ਗੱਲ ਹੈ ਜੀ। ਇਹ ਨਵਾਂ ਬੰਦਾ ਨਹੀਂ ਹਾਇਰ ਕਰ ਸਕਦੇ ਜਦ ਤੁਹਾਨੂੰ ਕੋਈ ਰੀਜਨ ਤੇ ਹੈ ਹੀ ਨਹੀਂ ਵੀ ਜੇ ਤੁਹਾਨੂੰ ਕੱਢਿਆ ਦੂਆ ਬੰਦਾ ਰੱਖੂਗੇ ਤਾਂ ਤੁਸੀਂ ਵੇਖੋ ਕੋਰਟ 'ਚ ਜਾ ਸਕਦੇ ਕਿ ਲੇਬਰ ਬੋਰਡ 'ਚ। ਬਿਲਕੁਲ ਜੀ, ਥੈਂਕ ਯੂ ਜੀ ਕਾਲ ਕਰਨ ਲਈ, ਥੈਂਕ ਯੂ। ਇਹਨਾਂ ਨੇ ਬਹੁਤ ਫਿਲਮਾਂ ਦਾ 뮤직 ਦਿੱਤਾ ਹੈ ਜੀ। ਇਹਨਾਂ ਦੇ ਗਾਣੇ ਦੇ ਤਬਲਾ ਬਹੁਤ ਇਹਨਾਂ ਨੇ ਵਜਵਾਇਆ, ਉਹ 'ਚ ਬੜਾ ਐਡ ਕੀਤਾ ਹੈਗਾ। ਪਹਿਲੀਆਂ ਜਿਹੜੀਆਂ ਫਿਲਮਾਂ 2 ਜਾਂ 3 ਫਿਲਮਾਂ ਆਈਆਂ ਸੀ ਉਹਨਾਂ ਦੇ ਫਿਲਮਾਂ 'ਚ ਕੋਈ ਬਹੁਤਾ ਹਿੱਟ ਨਹੀਂ ਹੋਇਆ 뮤직, ਪਰ ਉਸ ਤੋਂ ਮਗਰੋਂ ਫਿਰ ਇਹਨਾਂ ਦੀ ਇੱਕ ਫਿਲਮ ਆਈ ਹੈ ਜੀ, ਉਸ ਦਾ ਗਾਣਾ ਉਹ ਹਾਲੀਵੁੱਡ ਦੀ ਇੱਕ ਫਿਲਮ ਦੇ ਵਿੱਚ ਵੀ ਵੱਜਿਆ, ਉਹ ਆਪਣੀ ਫਿਲਮ 'ਚ ਵੀ ਵੱਜਿਆ ਤੇ ਹਾਲੀਵੁੱਡ ਦੀ ਫਿਲਮ ਵਿੱਚ ਵੀ ਉਹ ਗਾਣਾ ਵੱਜਿਆ ਜੀ। ਇੰਡੀਅਨ ਆਈਡਲ ਦੇ ਵਿੱਚ ਇਹ ਜੱਜ ਵੀ ਰਹੇ ਹੈਗਾ ਜੀ। 1977 ਦੇ ਵਿੱਚ ਇਹਨਾਂ ਦਾ ਸੌਂਗ 뮤직 ਆਉਣ ਲੱਗਿਆ। ਪਹਿਲਾਂ ਆਸ਼ਾ ਭੋਂਸਲੇ ਦੇ ਇਹਨਾਂ ਨੇ ਕਈ ਗਾਣੇ ਗਵਾਏ ਆ, ਉਹਨਾਂ ਨਾਲ ਐਸੋਸੀਏਸ਼ਨ ਐਸੀ ਚੱਲੀ ਹੈ ਕਿ ਆਸ਼ਾ ਭੋਂਸਲੇ ਨੇ ਬਹੁਤ ਗਾਏ ਨੇ। ਉਦੋਂ ਮਗਰੋਂ ਇਹਨਾਂ ਨੇ ਹਰਮੇਸ਼ ਮਲਹੋਤਰਾ ਦੀ ਫਿਲਮ ਸੀ 81 ਦੇ ਵਿੱਚ, ਉਹਦੇ ਵਿੱਚ 뮤직 ਦਿੱਤਾ। 81 'ਚ ਇੱਕ ਹੋਰ ਫਿਲਮ 81 ਹਾਂਜੀ ਇੱਕ 82 ਦੇ ਵਿੱਚ ਫਿਲਮ ਆਈ ਹੈ ਜਿਹੜੀ ਕਿ ਸਮੁੰਦਰ ਸੀਗੀ, ਰੈਵੋਲੂਸ਼ਨਰੀ ਫਿਲਮ ਸੀਗੀ, ਉਹਦਾ 뮤직 ਇਹਨਾਂ ਨੇ ਦਿੱਤਾ ਸੀਗਾ। ਖਾਸ ਕਰਕੇ ਫਿਰ 84 ਤੋਂ ਬਾਅਦ ਇਹਨਾਂ ਨੇ 뮤직 ਦੇਣ ਲੱਗੇ, ਜਿਹੜਾ ਬਹੁਤ ਵਧੀਆ 뮤직 ਆਉਣ ਲੱਗ ਪਿਆ। ਕਿਸ਼ੋਰ ਕੁਮਾਰ ਦੇ ਗਾਣੇ ਵੀ ਇਹਨਾਂ ਨੇ ਗਵਾਏ ਆ। ਫਿਲਮ ਫੇਅਰ ਦੇ ਬੈਸਟ 뮤직 ਡਾਇਰੈਕਟਰ ਦਾ ਇਹਨਾਂ ਨੂੰ ਅਵਾਰਡ ਮਿਲਿਆ ਜੀ। ਉਦੋਂ ਪੈਰ ਨਹੀਂ ਲੱਗੇ, ਪਹਿਲਾਂ ਕਿਉਂ ਨਹੀਂ ਲੱਗੇ? ਆਰ ਡੀ ਬਰਮਨ ਸੀ, ਕਲਿਆਣ ਜੀ ਆਨੰਦ ਸੀ, ਲక్ష్ਮੀਕਾਂਤ ਪਿਆਰੀਲਾਲ ਸੀ, ਜਿਹੜੇ ਐਸਟੈਬਲਿਸ਼ ਸੀ, ਉਹ ਕਾਹਨੂੰ ਕਿਸੇ ਨੂੰ ਵੰਡ ਦਿੰਦਾ। ਲਤਾ ਮੰਗੇਸ਼ਕਰ ਨੇ ਸਾਰੀ ਉਮਰ ਨਹੀਂ ਕਿਸੇ ਨੂੰ ਵੰਡ ਦਿੱਤਾ। ਗੱਲ ਕਰਦੇ ਆ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਜੀ। ਹੈਲੋ ਅਨੂ ਮਲਿਕ, ਇਟਸ ਨਵਨੀਤ ਆਈ ਥਿੰਕ। ਥੈਂਕ ਯੂ ਜੀ, ਥੈਂਕ ਯੂ ਸੋ ਮਚ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ। ਹੈਲੋ ਹਾਂਜੀ ਤਰਨ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਵਿੰਕੀ ਜੀ ਸਤਿ ਸ਼੍ਰੀ ਅਕਾਲ ਜੀ। ਸਰ ਤੁਸੀਂ ਬੜੇ ਫੇਮਸ 뮤직 ਡਾਇਰੈਕਟਰ ਅਨੂ ਮਲਿਕ ਜੀ ਬਾਰੇ ਗੱਲ ਕਰ ਰਹੇ ਹੋ ਜੀ। ਇਹਨਾਂ ਦਾ ਇੱਕ Song ਬੜਾ ਫੇਮਸ ਹੋਇਆ ਸੀ, ਇੱਕ ਤਾਂ ਬਾਜ਼ੀਗਰ ਔਰ ਇੱਕ ਛੰਮਾ ਛੰਮਾ ਮੇਨ Song ਇਹਨਾਂ ਦਾ ਬੜਾ ਫੇਮਸ ਹੋਇਆ ਸੀ ਜੀ। ਸ਼ੁਕਰੀਆ ਜੀ, ਥੈਂਕ ਯੂ ਸੋ ਮਚ ਕਾਲ ਕਰਨ ਲਈ ਜੀ। ਇੱਕ ਗਾਣਾ ਫਿਰ ਇਹਨਾਂ ਆਪ ਵੀ ਗਾਇਆ, ਕਿਸ਼ੋਰ ਕੁਮਾਰ ਨੂੰ ਬੁਲਾਇਆ ਸੀਗਾ। ਕਿਸ਼ੋਰ ਕੁਮਾਰ ਆਇਆ ਨਾ, ਸਕੈਜੂਲ ਕੀਤਾ, ਫਿਰ ਨਾ ਆਇਆ, ਫਿਰ ਉਹਦੇ ਮੁੰਡੇ ਨਾਲ ਸਕੈਜੂਲ ਕਰ ਲਿਆ ਵੀ ਚੱਲ ਤੂੰ ਆ ਲੈ, ਉਹ ਬਣਾਇਆ। ਨੈਕਸਟ ਕਾਲ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਅਜੇ ਮੈਂ ਦੁਆਚੀ ਕਾਲ ਕੀਤੀ ਆ ਭਾਜੀ। ਜਿਹੜੇ ਬੰਦੇ ਮੈਸੇਜ ਕਰਤਾ ਨਾ ਵੀ ਪੈਸੇ ਦੇ ਦੇ ਕੋਲੋਂ ਰੱਖ ਨਹੀਂ ਸਕਦੇ। ਹਾਂਜੀ ਅਸੀਂ 6 ਸਾਲ ਹੋ ਗਏ ਕੰਪਨੀ ਦੇ ਵਿੱਚ ਕੰਮ ਕਰਦੇ ਜੀ। ਤੇ ਉਹਨਾਂ ਨੂੰ ਨਵੇਂ ਮੁੰਡੇ ਮਿਲਦੇ ਸਸਤੇ ਚ ਜੀ, ਉਹਨਾਂ ਨੂੰ ਦੇਦੇ ਨਵੇਂ ਟਰੱਕ। ਹਾਂਜੀ ਠੀਕ ਹੈ ਨਾ, ਪੁਰਾਣਿਆਂ ਨੂੰ ਕਹਿੰਦੇ ਵੀ ਜਦੋਂ ਤਾਂ ਦੇ ਪੁਰਾਣਾ ਟਰੱਕ ਕੋਈ ਗੱਲ ਨਹੀਂ ਨਿਕਲ ਜਾਣਗੇ, ਜੇ ਫੜੇ ਜੇ ਨਿਕਲਣਾ ਕਰਾਂਗੇ ਜੀ। ਠੀਕ ਹੈ, ਅਸੀਂ ਗੇਬੇ ਕੋਲ ਅਸੀਂ ਵੀ ਜਾ ਸਕਦੇ, ਸਾਡੇ ਕੋਲ ਤਾਂ ਪ੍ਰੂਫ ਨਹੀਂ, ਜੀ ਜੀ ਠੀਕ ਹੈ ਨਾ ਜੀ। ਠੀਕ ਹੈ ਜੀ, ਥੈਂਕ ਯੂ ਜੀ। ਸ਼ੁਕਰੀਆ ਜੀ। ਸੋਚਣਾ ਚਾਹੀਦਾ ਗੱਲਾਂ ਜੀ, ਸ਼ੁਕਰੀਆ ਜੀ, ਥੈਂਕ ਯੂ ਸੋ ਮਚ ਕਾਲ ਕਰਨ ਲਈ, ਥੈਂਕ ਯੂ ਜੀ। ਥੈਂਕ ਯੂ ਜੀ। ਜੀ ਫਿਰ ਜੀ ਉਹਨਾਂ ਨੇ ਉਹਦਾ ਮੁੰਡਾ ਬਣਾਇਆ ਤੇ ਮਿਠਨ ਚੱਕਰਵਰਤੀ ਸੀਗਾ ਉਹਦਾ ਹੀਰੋ, ਕਹਿੰਦਾ ਯਾਰ ਤੂੰ ਗੱਲ ਫਿਰ ਇਹਨੇ ਗਾਣਾ ਗਾਇਆ। ਓਕੇ, ਇਸ ਤਰ੍ਹਾਂ ਕਈ ਗਾਣੇ ਗਾਏ ਨੇ। ਦੇਖ ਲਓ ਜੀ, ਟਰਾਈ ਕਰ ਲਓ, ਜੇ ਕਿਸੇ ਹੋਰ ਨੇ ਕਰਨਾ ਤਾਂ ਸਮਾਂ ਹੋ ਚੱਲੇ ਜੀ। ਜੀ ਬਿਲਕੁਲ, ਆਲਮੋਸਟ ਅਗਲੇ ਪ੍ਰੋਗਰਾਮ ਲਈ ਵੀ ਆਪਾਂ ਰੈਡੀ ਹਾਂ। ਬਿਲਕੁਲ ਜੀ। ਲਓ ਜੀ, ਫਿਰ ਤੁਹਾਡਾ ਜਵਾਬ ਸਾਰਾ ਸਹੀ ਹੈ ਜੀ। ਅਨੂ ਮਲਿਕ। ਅਨੂ ਮਲਿਕ, ਬਿਲਕੁਲ ਜੀ। ਜੀ ਕੁਝ ਪਿੱਛੇ ਜੇ ਵਿਵਾਦਾਂ ਵੀ ਅਨੂ ਸਰਦਾਰ ਮਲਿਕ। ਅਨੂ ਸਰਦਾਰ ਮਲਿਕ। ਓਕੇ, ਇਹ ਫੁੱਲ ਨੇਮ ਇਹਦਾ ਇਹ ਹੈ ਜੀ ਸਰਦਾਰ। ਇਹਦੇ ਫਾਦਰ ਦਾ ਅਨਵਰ ਸਰਦਾਰ ਮਲਿਕ ਹੈ। ਇਹਦੇ ਫਾਦਰ ਦਾ ਨਾਮ ਸਰਦਾਰ ਮਲਿਕ ਹੈ ਤੇ ਇਹਦਾ ਨਾਮ ਅਨਵਰ ਸਰਦਾਰ ਮਲਿਕ ਹੈ ਜੀ। ਬਹੁਤ ਫਿਰ ਅੱਜ ਬਿਲਕੁਲ ਜੀ, ਅੱਜ ਲਈ ਇੰਨਾ ਹੀ, ਪਰ ਅਗਲਾ ਪ੍ਰੋਗਰਾਮ ਲੈ ਕੇ ਫਿਰ ਹਾਜ਼ਰ ਹੋ ਰਹੇ ਹਾਂ। ਹੈਲਥ ਸੰਬੰਧੀ ਕਿਸੇ ਨੇ ਕੋਈ ਸਵਾਲ ਕਰਨਾ ਤਾਂ ਸਾਨੂੰ ਨੈਕਸਟ ਲਾਈਵ ਪ੍ਰੋਗਰਾਮ 'ਚ ਕਰ ਲਿਓ। ਹੈਲਥ ਟਾਕ ਲੈ ਕੇ ਹਾਜ਼ਰ ਹੋਵਾਂਗੇ ਡਾਕਟਰ ਬਜਾਜ ਦੇ ਨਾਲ। ਫਿਲਹਾਲ ਇਸ ਪ੍ਰੋਗਰਾਮ ਦੀ ਦਿਓ ਇਜਾਜ਼ਤ। ਦੇਖਦੇ ਰਹੋ ਹਮਦਰਦ ਟੀਵੀ। ਸਤਿ ਸ਼੍ਰੀ ਅਕਾਲ। ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਜ਼ਰੂਰ ਦਬਾਓ।